ਦੋਸਤੋ ਤੁਹਾਨੂੰ ਸਾਰਿਆਂ ਨੂੰ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਜੀ ਆਇਆਂ। ਅੱਜ ਅਸੀਂ ਆਪਣੇ ਸਫ਼ਰ ਦੇ ਅਗਲੇ ਪੜਾਅ ਦੇ ਉੱਤੇ ਆ ਔਰ ਅੱਜ ਜਦੋਂ ਕਿ ਅਸੀਂ ਅੱਜ ਕਿੰਨੀ ਤਰੀਕ ਹੋ ਗਈ 6 ਤਰੀਕ 6 ਤਰੀਕ ਔਰ ਅੱਜ ਸਾਡਾ 36ਵਾਂ ਐਪੀਸੋਡ ਹੈ ਇਸ ਗੱਲਬਾਤ ਦਾ। ਔਰ ਇਸ ਲੰਬੇ ਸਫ਼ਰ ਦੇ ਵਿੱਚ ਸਾਡੇ ਕ੍ਰੀਏਟਿਵ ਐਕਸਪੀਰੀਅੰਸ ਹਰ ਰੋਜ਼ ਨਵੇਂ ਤੋਂ ਨਵੇਂ ਐਕਸਪੀਰੀਅੰਸ ਹੋ ਰਹੇ ਆ ਔਰ ਸਾਰਿਆਂ ਦੇ ਰੰਗ ਤਜਰਬੇ ਜਿਹੜੇ ਆ ਉਹਨਾਂ ਦੇ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹਨਾਂ ਦਾ ਸੰਘਰਸ਼ ਜਿਹੜਾ ਉਹ ਇਹਦੇ ਰਾਹੀਂ ਅਸੀਂ ਸਾਂਝਾ ਕਰਦੇ ਆ। ਔਰ ਬਹੁਤ ਸ਼ੁਕਰੀਆ, ਬਹੁਤ ਸਾਰੇ ਦੋਸਤ ਨਵੇਂ ਸਾਡੇ ਨਾਲ ਹੋਰ ਵੀ ਜੁੜਦੇ ਪਏ ਨੇ। ਹੀਰਾ ਰੰਧਾਵਾ ਹੋਰੀ ਟੋਰਾਂਟੋ ਤੋਂ ਸਾਡੇ ਨਾਲ ਜੁੜੇ ਨੇ, ਜਗਦੀਸ਼ ਖੰਨਾ ਹੋਰੀ ਵੀ ਅੱਜ ਜੁੜੇ ਹੋਏ ਨੇ ਨਾਲ, ਕੁਮਾਰ ਪਵਨਦੀਪ ਅਮਰੀਕਾ ਤੋਂ ਨੇ, ਡਾਕਟਰ SP ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਉਹ ਵੀ ਸਾਡੇ ਨਾਲ ਨੇ, ਵੀਨਾ ਮੈਡਮ ਵੀ ਸਾਡੇ ਨਾਲ ਨੇ, ਹੋਰ ਵੀ ਬਹੁਤ ਸਾਰੇ ਦੋਸਤ ਸਾਡੇ ਨਾਲ ਨੇ ਔਰ ਬਾਕੀ ਕੋਈ ਹੋਰ ਵੀ ਆਉਂਦੇ ਜਾਣਗੇ ਆਪੇ ਹੌਲੀ ਹੌਲੀ। ਤੇ ਆਪਾਂ ਗੱਲਾਂ ਕਰਦੇ ਆ। ਸੋ ਦੋਸਤੋ ਅੱਜ ਸਾਡੇ ਨਾਲ ਸਰਦਾਰ ਹੰਸਾ ਸਿੰਘ ਔਰ ਉਹਨਾਂ ਦਾ ਛੋਟਾ ਬੇਟਾ ਲੱਕੀ, ਬਿਕਰਮਜੀਤ ਲੱਕੀ ਦੋਨੋਂ ਸਾਡੇ ਨਾਲ ਨੇ। ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਔਰ ਇਹਨਾਂ ਦਾ ਆਪਣਾ ਇੱਕ ਲੰਮਾ ਸਫ਼ਰ ਹੈ ਹੰਸਾ ਸਿੰਘ ਹੋਰਾਂ ਦਾ ਖਾਸ ਤੌਰ ਤੇ ਔਰ ਲੱਕੀ ਹੋਰਾਂ ਦਾ ਸਫ਼ਰ ਜਿਹੜਾ ਉਹ ਬਾਅਦ ਵਿੱਚ ਕਾਲਜ ਟਾਈਮ ਤੋਂ ਤੇ ਪਰ ਉਹਨਾਂ ਦਾ ਬਚਪਨ ਤੋਂ ਆਪਣੇ ਬਾਪ ਦੇ ਨਾਲ ਹੀ ਸ਼ੁਰੂ ਹੋ ਜਾਂਦਾ। ਪਰ ਆਪਾਂ ਪਹਿਲਾਂ ਹੰਸਾ ਸਿੰਘ ਹੋਰਾਂ ਦੇ ਨਾਲ ਗੱਲਾਂ ਕਰਦੇ ਆ ਕਿ ਉਹਨਾਂ ਨੇ ਹੰਸਾ ਪਾ ਤੁਹਾਨੂੰ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਨਾ? ਜੀ ਹਾਂਜੀ ਆ ਰਹੀ ਹੈ ਜੀ। ਅਸੀਂ ਤੁਹਾਡੇ ਕੋਲੋਂ ਬਸ ਇਹ ਜਾਣਨਾ ਚਾਹਾਂਗੇ ਕਿਉਂਕਿ ਤੁਹਾਡਾ ਬੜਾ ਲੰਬਾ ਸਫ਼ਰ ਹੈ। ਤੁਸੀਂ ਗੁਰਸ਼ਰਨ ਭਾਜੀ ਨਾਲ ਥੀਏਟਰ ਕੀਤਾ ਔਰ ਐਮਰਜੈਂਸੀ ਟਾਈਮ ਦੇ ਵਿੱਚ ਥੀਏਟਰ ਕੀਤਾ, ਉਸ ਤੋਂ ਬਾਅਦ ਦੇ ਸਮਿਆਂ 'ਚ ਜੁੜੇ ਰਹੇ, ਫਿਰ ਤੁਸੀਂ ਬਾਬਾ ਬਕਾਲਾ ਜਾ ਕੇ ਉੱਥੇ ਤੁਸੀਂ ਕਈ ਟੀਮਾਂ ਤਿਆਰ ਕੀਤੀਆਂ, ਆਪਣਾ ਤੁਸੀਂ ਥੀਏਟਰ ਗਰੁੱਪ ਬਣਾਇਆ, ਫਿਰ ਤੁਸੀਂ ਆਪਣਾ ਇੱਕ ਥੀਏਟਰ ਹਾਊਸ ਬਣਾਇਆ, ਓਪਨ ਏਅਰ ਥੀਏਟਰ ਬਣਾਇਆ ਆਪਣੇ ਘਰ ਦੇ ਵਿੱਚ ਔਰ ਉਹ ਬੜਾ ਸੰਘਰਸ਼ ਨਾਲ ਬੜੀ ਮਿਹਨਤ ਨਾਲ ਤੁਸੀਂ ਬਣਾਇਆ। ਤੁਹਾਡੇ ਬੱਚਿਆਂ ਨੇ ਬਹੁਤ ਪ੍ਰਾਪਤੀਆਂ ਕੀਤੀਆਂ ਔਰ ਇਹ ਦੋਨਾਂ ਦੇ ਬਹੁਤ ਬਿਹਤਰੀਨ ਅਦਾਕਾਰ ਪੰਜਾਬੀ ਰੰਗਮੰਚ ਦੇ ਦੋਨੋਂ ਬੱਚੇ ਜਿਹੜੇ ਆ। ਔਰ ਤੁਸੀਂ ਉਸ ਤੋਂ ਬਾਅਦ ਪਲਸ ਮੰਚ ਦੇ ਨਾਲ, ਗਦਰੀ ਬਾਬਿਆਂ ਦੇ ਮੇਲੇ ਨਾਲ, ਸੋ ਤੁਹਾਡਾ ਜਿਹੜਾ ਲੋਕ ਪੱਖੀ ਥੀਏਟਰ ਦੇ ਨਾਲ ਪਿੰਡਾਂ ਵਿੱਚ ਜਾਣਾ, ਆਪਣੇ ਨਾਟਕ ਕਰਨਾ, ਆਪ ਲਿਖਣਾ, ਨਾਟਕ ਡਾਇਰੈਕਟ ਕਰਨਾ, ਐਕਟ ਕਰਨਾ, ਸੋ ਇਹ ਇੱਕ ਲੰਬਾ ਸਮਾਂ ਹੈ, ਪਿਛਲੇ ਕੋਈ 40-45 ਸਾਲ ਦਾ ਤੁਹਾਡਾ ਜਿਹੜਾ ਲੰਬਾ ਇਤਿਹਾਸ ਹੈ। ਤੁਹਾਡੇ ਸਾਥੀ ਕ੍ਰਿਸ਼ਨ ਦਵੇਸਰ ਵੀ ਸਾਡੇ ਨਾਲ ਜੁੜੇ ਹੋਏ ਆ, ਉਹ ਵੀ ਆ ਗਏ ਨੇ, ਸੋ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ। ਹੰਸਾ ਭਾ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਤੁਸੀਂ ਆਪਾਂ ਮੁੱਢ ਤੋਂ ਹੀ ਸ਼ੁਰੂ ਕਰ ਲੈਂਦੇ ਆ, ਹੈ ਸ਼ੁਰੂ ਤੋਂ ਸ਼ੁਰੂ ਕਰੀਏ ਤੇ ਸੌਖੇ ਰਹੀਦਾ। ਤੇ ਆਪਾਂ ਤੁਹਾਡੇ ਕੋਲ ਬਿਗਨਿੰਗ ਦਾ ਅਸੀਂ ਜਾਣਨਾ ਚਾਹਾਂਗੇ ਕਿ ਗੁਰਸ਼ਰਨ ਭਾਜੀ ਕੋਲ ਜਾਣ ਤੋਂ ਪਹਿਲੇ ਤੁਹਾਨੂੰ ਨਾਟਕਾਂ ਦਾ ਸ਼ੌਕ ਕਿੱਦਾਂ ਸੀ? ਤੁਸੀਂ ਤੇ ਬਾਬਾ ਬਕਾਲਾ ਬੈਠੇ ਸੀਗੇ, ਹੈ ਨਾ, ਤੁਹਾਡਾ ਉਧਰ ਪਿੰਡ ਹੈ, ਤੇ ਇੱਧਰ ਅੰਮ੍ਰਿਤਸਰ ਵੱਲ ਨੂੰ ਕਿੱਧਰ ਆ ਗਏ ਤੁਸੀਂ? ਮੈਂ ਤੁਹਾਨੂੰ ਦੱਸਦਾ ਜੀ ਕਿ ਮੇਰਾ ਨਾਟਕ ਦਾ ਸ਼ੌਕ ਜਿਹੜਾ ਨਾ ਉਹ ਸ਼ੁਰੂ ਵਿੱਚ ਹੀ ਸਕੂਲ ਪੜ੍ਹਨ ਵੇਲੇ ਸ਼ੁਰੂ ਹੋ ਗਿਆ ਸੀ। ਸਕੂਲ 'ਚ ਪੜ੍ਹਨ ਵੇਲੇ ਜਦੋਂ ਮੈਂ ਪੜ੍ਹਦਾ ਸੀ ਨਾ ਉਦੋਂ ਮੈਂ ਨਾਟਕ ਲਿਖਣੇ ਖੇਡਣੇ ਸ਼ੁਰੂ ਕਰ ਦਿੱਤੇ ਸੀ। ਤੇਰਾ ਸਿੰਘ ਚੰਨ ਉਦੋਂ ਲੱਚਰ ਬੱਚੇ ਦਾ ਗੀਤ ਨਹੀਂ ਸੁਣਦੇ। ਜਦੋਂ ਮੈਂ ਸਕੂਲ ਪੜ੍ਹਦਾ ਸੀ ਨਾ ਉਦੋਂ ਚੰਗੇ ਗੀਤ, ਚੰਗੀਆਂ ਕਵਿਤਾਵਾਂ, ਚੰਗੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਸੀ। ਸਾਨੂੰ ਬੱਚਿਆਂ ਨੂੰ ਵੀ ਅੱਛੇ ਗੀਤ ਦੱਸੇ ਜਾਂਦੇ ਸੀ। ਤੇਰਾ ਸਿੰਘ ਚੰਨ ਦੇ ਗੀਤਾਂ ਦੇ ਆਧਾਰ ਨਾਟਕ ਕੀਤਾ ਤੇ ਉਦੋਂ ਇਹ 1962 ਦੀਆਂ ਗੱਲਾਂ ਨੇ। 1962 ਵਿੱਚ 8ਵੀਂ 'ਚ ਪੜ੍ਹਦਾ ਸੀ, ਉਦੋਂ ਇਹ ਨਾਟਕ ਕੀਤਾ ਤੇਰਾ ਸਿੰਘ ਚੰਨ। ਅਸੀਂ ਜੰਮੇ ਹੀ ਨਹੀਂ ਸੀ ਉਦੋਂ, ਅਜੇ ਜਦੋਂ ਦੇ ਤੁਸੀਂ ਕਿੱਡੇ ਪੁਰਾਣੇ ਹੋ, ਹੈ ਵੇਖੋ। ਜੀ ਜੀ। ਅੱਛਾ ਹੰਸਾ ਭਾ ਤੁਹਾਨੂੰ ਕੋਈ ਯਾਦ ਹੈ ਜਿਹੜਾ ਕੋਈ ਗੀਤ ਸਕੂਲ 'ਚ ਤੇਰਾ ਸਿੰਘ ਚੰਨ ਦਾ ਕਿਹੜਾ ਗਾਉਂਦੇ ਸੀ? ਥੋੜਾ ਜਿਹਾ ਕੋਈ ਯਾਦ ਹੈ? ਹਾਂ ਥੋੜਾ ਜਿਆਦਾ। ਪਿਆਰੀ ਭਾਰਤ ਮਾਂ, ਇੱਕ ਇਹ ਸੀਗਾ, ਇੱਕ ਸਾਡੀ ਚਿੱਕੜ 'ਚ ਗੱਡ ਫਸ ਗਈ, ਕਣਕਾਂ ਲੈ ਕੇ ਗਿਆ ਮਾਈ ਅਜੇ ਨਹੀਂ ਆਇਆ, ਏਦਾਂ ਦੇ ਗੀਤ ਸੀ। ਹਾਂ ਤੇ ਫਿਰ ਇਹ ਜਿਹੜੀ ਚਿੱਕੜ 'ਚ ਫਸੀ ਗੱਡ ਸੀ, ਫਿਰ ਗਾਂ ਕਿੱਦਾਂ ਰੇੜੀ ਤੁਸੀਂ ਇਹ ਦੱਸੋ? ਇਹ ਰੇੜੀ ਏਦਾਂ ਕਿ ਮੈਂ ਨਾਟਕਾਂ ਨੂੰ ਛੱਡਿਆ ਨਹੀਂ। ਰੇੜੀ ਏਦਾਂ ਮੈਂ ਇਹ ਨਾਟਕ 8ਵੀਂ 'ਚ ਕੀਤਾ ਸੀ ਤੇ 9ਵੀਂ 10ਵੀਂ 'ਚ ਫਿਰ ਨਾਟਕ ਸ਼ੁਰੂ ਕਰ ਦਿੱਤੇ। ਮੇਰੇ ਪ੍ਰਾਇਮਰੀ ਸਕੂਲ, ਮਿਡਲ ਸਕੂਲ ਤੇ ਨਾਲ ਹਾਈ ਸਕੂਲ ਸੀ। ਉਹ ਗਵਰਨਮੈਂਟ ਸਕੂਲ ਸੀਗਾ ਤੇ ਪ੍ਰਾਈਵੇਟ ਸਕੂਲ ਸੀਗਾ। ਤੇ 9ਵੀਂ 10ਵੀਂ ਤੋਂ ਬਾਅਦ 10ਵੀਂ ਵਿੱਚ ਮੈਂ ਨਾਟਕ ਕੀਤੇ 3, ਬੇਬੇ ਰਾਮ ਭਜਨੀ,
ਜਿੰਨ ਤੇ ਆਪਣਾ ਮਾਂ ਦਾ ਪੁੱਤ ਡਿਪਟੀ, ਇਹ 3 ਨਾਟਕ ਪਿੰਡ ਬਾਬੇ ਬਕਾਲੇ ਵਿੱਚ ਸਭਾ ਬਣਾਈ, ਪਿੰਡ ਦੀ ਨਾਟਕ ਟੀਮ ਬਣਾਈ, ਛੋਟੇ ਬੱਚਿਆਂ ਦੀ ਨਾਟਕ ਟੀਮ ਬਣਾ ਕੇ ਇਹ ਸਕੂਲ 9ਵੀਂ 10ਵੀਂ ਜਦੋਂ ਪੜ੍ਹਦੇ ਸੀ ਉਦੋਂ ਪਿੰਡ ਚ ਕਲੱਬ ਵੀ ਬਣਾ ਲਏ ਸੀ। ਉਹ ਪਿੰਡ ਮੈਂ ਵਿੱਚ ਜ਼ਰਾ ਟੋਕ ਰਿਹਾ ਵਾ ਵਿੱਚੋਂ, ਮੈਨੂੰ ਇਹ ਦੱਸੋ ਇਹ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲਦੀ ਸੀ ਵੀ ਇਦਾਂ ਦੇ ਨਾਟਕ ਕਰਾਂ ਮੈਂ? ਇਹ ਨਹੀਂ ਪ੍ਰੇਰਨਾ, ਜੇ ਪ੍ਰੇਰਨਾ ਵਾਲੀ ਨਹੀਂ ਸੀ ਗੱਲ, ਪਰ ਮੇਰਾ ਸ਼ੌਕ ਨਾਟਕਾਂ ਦੇ ਸ਼ੌਕ ਸੀਗਾ। ਕਿਉਂਕਿ ਮੇਰੇ ਪਿਤਾ ਜੀ ਵੀ ਨਾਟਕ ਕਰਦੇ ਹੁੰਦੇ ਸੀ। ਉਹ ਮੈਨੂੰ ਛੋਟੇ ਜਿਹੇ ਨੂੰ ਲੈ ਜਾਂਦੇ ਸੀ ਨਾਲ ਉਂਗਲੇ ਲਾ ਕੇ, ਉਹ ਰਈਏ ਵਿੱਚ ਕਲੱਬ ਦੇ ਵਿੱਚ ਮੈਂਬਰ ਸੀ, ਥੀਏਟਰ ਕਰਦੇ ਹੁੰਦੇ ਸੀ, ਮੈਨੂੰ ਉਹ ਨਾਲ ਲੈ ਕੇ ਜਾਂਦੇ ਸੀ। ਮੈਨੂੰ ਥੀਏਟਰ ਦਾ ਸ਼ੌਕ ਉੱਥੋਂ ਸ਼ੁਰੂ ਹੋ ਗਿਆ, ਪ੍ਰੇਰਨਾ ਉੱਥੋਂ ਮਿਲ ਗਈ। ਰਈਏ ਤੋਂ ਰਾਮਲੀਲਾ ਕਲੱਬ ਉਹਦੇ ਮੈਂਬਰ ਸੀਗੇ, ਉਹ ਬੜੇ ਵਧੀਆ ਆਰਟਿਸਟ ਸੀਗੇ, ਅੱਛੇ ਕਲਾਕਾਰ ਸੀਗੇ, ਤੇ ਮੈਨੂੰ ਉਹਨਾਂ ਤੋਂ ਪ੍ਰੇਰਨਾ ਮਿਲੀ ਸੀ ਵੀ ਮੈਂ ਗੀਤ ਬੜੇ ਵਧੀਆ ਗਾਉਂਦਾ ਹੁੰਦਾ ਸੀ। ਉਹ ਮੈਨੂੰ ਗੀਤ ਗਾਉਣ ਲਈ ਉੱਥੇ ਸਟੇਜ ਤੇ ਲੈ ਜਾਂਦੇ ਸੀ, ਉੱਥੋਂ ਮੈਨੂੰ ਉਤਸ਼ਾਹ ਮਿਲਿਆ ਬਹੁਤ ਜ਼ਿਆਦਾ, ਤੇ ਮੈਂ ਉਸ ਉਤਸ਼ਾਹ ਨੂੰ ਅੱਗੇ ਤੋਰੀ ਗਿਆ। ਨਾਟਕ ਕਰਨਾ ਮੇਰਾ ਸ਼ੌਕ ਬਣ ਗਿਆ। ਮੈਂ ਛੋਟੇ ਹੁੰਦਿਆਂ 8ਵੀਂ 'ਚ ਨਾਟਕ ਕੀਤੇ, 10ਵੀਂ 'ਚ ਕੀਤੇ, ਫਿਰ ਮੈਂ ਪਿੰਡ ਦੀ ਕਲੱਬ ਬਣਾ ਲਈ, ਪਿੰਡ ਦੀ ਕਲੱਬ ਬਣਾ ਕੇ ਪ੍ਰਧਾਨ ਬਣਾਇਆ, ਜਨਰਲ ਸੈਕਟਰੀ ਬਣਾਇਆ, ਤੇ ਪਿੰਡ ਦੇ ਕੱਪੜੇ ਹੁਣ ਤੇ ਆਪਾਂ ਕਾਸਟੂਮ ਖਰੀਦਦੇ ਆ ਨਾ, ਇੱਦਾਂ ਇਕੱਠੇ ਕਰਦੇ ਆ, ਤੁਹਾਡੇ ਕੋਲ ਸਿੱਖਿਆ ਬੜਾ ਕੁਝ। ਉਦੋਂ ਅਸੀਂ ਘਰਾਂ ਤੋਂ ਪਿੰਡ ਦੀਆਂ ਜਨਾਨੀਆਂ ਕੋ ਇਕੱਠੇ ਕਰ ਲੈਣੇ ਕੱਪੜੇ। ਉਹ ਕਾਸਟੂਮ ਉਦੋਂ ਨਹੀਂ ਸਮਝ ਨਹੀਂ ਸੀ ਹੁੰਦੀ, ਉਹ ਪਿੰਡਾਂ ਚੋਂ ਘਰਾਂ ਚੋਂ ਮੁੰਡਿਆਂ ਨੇ ਆਪੋ ਆਪਣੇ ਘਰਾਂ ਚੋਂ ਇਕੱਠੇ ਕਰ ਲੈਣੇ। ਤੂੰ ਆਪਣੀ ਭੈਣ ਦਾ ਲਿਆ ਸੂਟ, ਤੂੰ ਤਾਂ ਆਪਣੀ ਮਾਂ ਦੀ ਘੱਗਰੀ ਫੜ ਲਿਆ, ਏਦਾਂ ਕੰਮ ਇਹ ਕਰਦੇ ਰਹੇ। ਸੱਚੀ ਗੱਲ। ਇਹ ਫਿਰ ਮੈਂ 10ਵੀਂ ਤੋਂ ਬਾਅਦ ਕਾਲਜ ਚਲ ਗਿਆ, ਨੈਸ਼ਨਲ ਕਾਲਜ ਪਟਿਆਲਾ, ਤੇ ਬੜਾ ਮਾੜਾ ਜਿਹਾ ਕਾਲਜ ਸੀਗਾ, ਤੇ ਯੂਥ ਫੈਸਟੀਵਲ ਤੇ ਨਾਟਕ ਲੈ ਕੇ ਗਏ 3.5 ਆਨੇ, ਅਸਾਂ ਦਾ ਗੱਲ ਦਾ 3.5 ਆਨੇ, ਪਰ ਨਾਟਕ ਸੀ 3.5 ਆਨੇ। ਇਹ ਮੈਂ ਯੂਥ ਫੈਸਟੀਵਲ 'ਚ ਅਸੀਂ ਤਿਆਰ ਕੀਤਾ, ਪੇਂਡੂ ਕਾਲਜ ਸੀ ਸਾਡਾ, ਉੱਥੇ ਕੋਈ ਚੜ੍ਹ ਨਹੀਂ ਦਿੰਦਾ ਸਾਨੂੰ ਸਟੇਜ ਤੇ। ਸ਼ਕਲ ਮੇਰੀ ਉਦਾਂ ਦੀ ਸੀ, ਉਹ ਉਦੋਂ ਮੈਂ ਦਾੜੀ ਦੂੜੀ ਨਹੀਂ ਸੀ ਇੱਦਾਂ ਹੁੰਦੀ, ਤੇ ਮੈਨੂੰ ਉਹ ਅਨੂਪ ਕਮਲ, ਖੁਸ਼ਵੰਤ ਬਾਬਾ, ਜਿੰਨੇ ਅੰਮ੍ਰਿਤਸਰ ਦੇ ਕਲਾਕਾਰ ਆ, ਇਹ ਸਾਰੇ ਉਦੋਂ ਖਾਲਸਾ ਕਾਲਜ ਦੇ ਸਟੂਡੈਂਟ ਹੁੰਦੇ ਸੀ। ਇਹ ਖਾਲਸਾ ਕਾਲਜ ਦੀ ਟੀਮ ਹੁੰਦੀ ਸੀ ਨਾਟਕਾਂ ਦੀ, ਭਾਈ ਗੁਰਸ਼ਰਨ ਸਿੰਘ ਦੇ ਨਾਲ ਕੰਮ ਕਰਦਾ ਸੀ, ਉਹ ਬੜੀ ਟੌਪ ਦੀ ਸੀ। ਤੇ ਅਸੀਂ ਮਾੜੇ ਸਾਥੀ ਸਾਂ। ਸਠਿਆਲਾ ਕਾਲਜ ਦੁੱਕੀ ਦਾ ਕਾਲਜ ਹੁੰਦਾ ਸੀਗਾ, ਮਾੜਾ ਸੀ, ਸੱਚੀ ਗੱਲ ਆ। ਪਰ ਮੈਂ ਨਾਟਕ ਟੀਮ ਉੱਥੇ ਬਣਾਈ ਔਰ ਥੀਏਟਰ ਨੂੰ ਉੱਥੇ ਪ੍ਰਮੋਟ ਕਰਤਾ ਨਾਟਕ ਦਾ। ਮੈਂ ਉੱਥੇ ਥੀਏਟਰ ਨੂੰ ਕੀਤਾ, ਤੇ ਡਾਂਸ ਨੂੰ ਕੀਤਾ, ਭੰਗੜੇ ਨੂੰ ਕੀਤਾ, ਭੰਗੜਾ, ਨਾਟਕ ਤੇ ਸਿੰਗਿੰਗ। ਤਿੰਨ ਕਾਲਜ ਕਲਰ ਮੈਨੂੰ ਸਠਿਆਲੇ ਕਾਲਜ ਤੋਂ ਮਿਲੇ, ਬੈਸਟ ਐਕਟਰ, ਬੈਸਟ ਫੋਕ ਡਾਂਸਰ ਤੇ ਬੈਸਟ ਸਿੰਗਰ 1969। ਤੇ ਮੈਂ ਤਿੰਨ ਕਲਰਾਂ ਨਾਲ ਸਠਿਆਲੇ ਕਾਲਜ ਤੋਂ ਸਨਮਾਨਿਤ ਕੀਤਾ ਗਿਆ। ਇਹ ਮੇਰੇ ਵਾਸਤੇ ਬੜੀ ਵੱਡੀ ਗੱਲ ਸੀ। ਬਿਲਕੁਲ। ਮੈਨੂੰ ਨਾਟਕਾਂ ਦੀ ਇੱਕ ਉਤਸ਼ਾਹ ਮੈਨੂੰ ਬਹੁਤ ਜ਼ਿਆਦਾ ਮਿਲਿਆ ਸਠਿਆਲੇ ਕਾਲਜ ਤੋਂ। ਪ੍ਰੋਫੈਸਰ ਮੇਰੀ ਬਹੁਤ ਸਪੋਰਟ ਕਰਦੇ। ਮੇਰੇ ਕੋ ਕਦੀ ਕਿਸੇ ਨੇ, ਮੈਂ ਘਰੋਂ ਗਰੀਬ ਸਾਂ, ਮੇਰੇ ਕੋ ਕਿਸੇ ਕਾਲਜ ਵਾਲੇ ਨੇ ਪੈਸਾ ਤੱਕ ਨਹੀਂ ਸੀ ਲਿਆ, ਸਭ ਮਾਫ ਹੁੰਦਾ ਸੀ ਮੇਰਾ, ਕਿਉਂਕਿ ਥੀਏਟਰ ਕਰਕੇ, ਆਰਟਿਸਟ ਕਰਕੇ। ਕਿਉਂਕਿ ਕਾਲਜ ਵਿੱਚ ਮੇਰਾ ਬਹੁਤ ਮਾਣ ਹੁੰਦਾ ਸੀ, ਬਹੁਤ ਮਾਣ ਕਰਦੇ ਰਹੇ। ਤੇ ਜਦੋਂ ਮੈਂ ਕਾਲਜ ਵਿੱਚ ਸ਼ੁਰੂ BA ਹੋ ਗਈ ਤਾਂ ਮੈਨੂੰ 1972 ਵਿੱਚ ਨੌਕਰੀ ਮਿਲ ਗਈ। 1972 ਚ PWD ਮਹਿਕਮਾ ਪਬਲਿਕ ਵਰਕਸ ਡਿਪਾਰਟਮੈਂਟ, ਉੱਥੇ ਮੈਨੂੰ ਸੁਪਰਵਾਈਜ਼ਰ ਦੀ ਪੋਸਟ ਤੇ ਪੱਕੀ ਨੌਕਰੀ ਮਿਲੀ। ਕੀ ਬਾਤ। ਓਕੇ। ਇਹ ਜਦੋਂ ਜੌਬ ਮਿਲੀ ਤਾਂ ਫਿਰ ਕਿਹੜੀ ਜਗ੍ਹਾ, ਅੰਮ੍ਰਿਤਸਰ ਸੀ ਕਿ ਉੱਥੇ ਬਿਆਸ ਸੀ? ਨਹੀਂ, ਬਿਆਸ। ਯਾਨੀ ਤੁਸੀਂ ਫਿਰ ਯਾਨੀ ਉੱਥੇ ਫਿਰ ਬਿਆਸ ਹੀ ਫਿਰ ਰਹੇ ਤੁਸੀਂ ਬਾਅਦ ਵਿੱਚ ਹੁਣ ਤੱਕ ਵੀ? ਬਿਆਸ ਹੀ ਰਹੇ। ਹਾਂਜੀ। ਕਦੀ ਬਦਲੀ ਹੋਈ ਵਿੱਚੋਂ? ਨਹੀਂ, ਬਦਲੀ ਹੋਈ ਹੈ।
ਬਦਲੀ ਹੋਈ ਮੇਰੀ ਬਟਾਲਾ, ਗੁਰਦਾਸਪੁਰ, ਪਠਾਨਕੋਟ ਤੇ ਅੰਮ੍ਰਿਤਸਰ, ਇਹਨਾਂ ਸਿਚੁਏਸ਼ਨ ਚ ਰਹੀ। ਤੇ ਫਿਰ ਤੁਹਾਡਾ ਭਾਜੀ ਕੋਲ ਕਿੱਦਾਂ ਸੰਪਰਕ ਬਣਿਆ, ਗੁਰਸ਼ਰਨ ਭਾਜੀ ਕੋਲ? ਭਾਜੀ ਦਾ ਗੁਰਸ਼ਰਨ ਸਿੰਘ ਜੀ ਨਾਲ ਮੇਰਾ ਲਿੰਕ ਬਣਿਆ। ਮੇਰਾ ਵਿਆਹ ਹੋ ਗਿਆ 1975 ਚ, ਮੇਰੀ ਸ਼ਾਦੀ ਹੋ ਗਈ ਤੇ ਮੈਂ 1975 ਵਿੱਚ ਭਾਜੀ ਗੁਰਸ਼ਰਨ ਸਿੰਘ ਨਾਲ। ਨਹੀਂ ਇਦਾਂ ਨਹੀਂ ਕਿ ਸਾਡੇ ਮਦਰ ਥੀਏਟਰ ਕਰਦੇ ਸੀ। ਹਾਂ ਮੈਂ ਇਹ ਦੇਖੋ ਨਾ 1975 ਵਿੱਚ ਐਮਰਜੈਂਸੀ ਲੱਗੀ, 1975 ਚ ਤੁਹਾਡਾ ਵਿਆਹ ਹੋ ਗਿਆ। ਇਹ ਕਈ ਘਟਨਾਵਾਂ ਹੋ ਰਹੀਆਂ ਸੀਗੀਆਂ। ਨਹੀਂ ਇਹ ਘਟਨਾਵਾਂ ਦੇ ਬੜੀਆਂ ਖੁਸ਼ਕਿਸਮਤ ਘਟਨਾਵਾਂ ਸੀ ਜੀ। ਐਮਰਜੈਂਸੀ ਛੱਡ ਕੇ ਮੈਂ ਭਾਜੀ ਗੁਰਸ਼ਰਨ ਸਿੰਘ ਨਹੀਂ, ਲੋਕਾਂ ਨੂੰ ਮੈਨੂੰ ਭਾਜੀ ਗੁਰਸ਼ਰਨ ਸਿੰਘ ਜੀ ਜਾਣਦੇ ਸਨ, ਕਿਉਂਕਿ ਮੈਂ ਕਾਲਜ ਦੇ ਸਮੇਂ ਵਿੱਚ ਨਾ ਕੰਪੀਟੀਸ਼ਨਾਂ ਦੇ ਭਾਗ ਲੈਂਦਾ ਹੁੰਦਾ ਸੀ, ਯੂਥ ਫੈਸਟੀਵਲਾਂ ਦੇ ਭਾਗ ਲੈਂਦਾ ਸੀ। ਮੇਰੀ ਕਲਾ ਤੋਂ ਭਾਜੀ ਨੇ ਮੈਨੂੰ ਦੇਖਿਆ ਸੀ ਤੇ ਮੈਨੂੰ ਬੜਾ ਅੱਛਾ ਜਾਣਦੇ ਸੀ, ਮੈਨੂੰ ਬਹੁਤ ਪਿਆਰ ਕਰਦੇ ਸੀ। ਤੇ ਮੈਨੂੰ ਉਹਨਾਂ ਨੇ ਸੁਣਾ ਭੇਜਿਆ ਸੀ ਵੀ 2 ਲੜਕੇ ਆਓ ਮੇਰੇ ਕੋਲ, ਮੈਂ ਨਵੀਂ ਟੀਮ ਬਣਾਉਣੀ ਹੈ। ਜੱਬਲ ਹੋਣੀ ਉਦੋਂ ਨਹੀਂ ਸੀ ਹੁੰਦੇ, ਪਹਿਲੀ ਟੀਮ ਉਹਨਾਂ ਦੀ ਥੋੜੀ ਪ੍ਰੋਬਲਮ ਆ ਗਈ ਸੀ ਉਹਨਾਂ ਨੂੰ, ਤੇ ਕਹਿੰਦੇ ਨਵੇਂ ਪਾਤਰ ਚਾਹੀਦੇ ਨੇ, ਤੁਸੀਂ ਮੁੰਡੇ ਆਓ। ਮੈਂ ਤੇ ਮਾਸਟਰ ਅਵਤਾਰ ਸਿੰਘ, ਉਹ ਮੇਰੇ ਨਾਲ ਦੋਸਤ ਸੀ, ਬਹੁਤ ਅੱਛਾ ਗਾਉਂਦਾ ਸੀ। ਅਸੀਂ ਦੋਵੇਂ ਭਾ ਦੇ ਘਰ ਚਲੇ ਗਏ ਤੇ ਮੈਨੂੰ ਵੇਖਦੇ ਪਛਾਣ ਕੇ ਉਹ ਕਹਿੰਦੇ ਹਾਲੇ ਤੂੰ ਏਦਾਂ ਕਰ, ਸਵੇਰੇ ਬਿਆਸ ਟਿਕਟ ਲੈ, ਖੰਨੇ ਦੀ ਟਿਕਟ ਲੈ ਕੇ ਸਟੇਸ਼ਨ ਤੇ ਸਾਨੂੰ ਮਿਲ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੁਝ ਪੁੱਛਿਆ ਨਹੀਂ ਮੈਨੂੰ ਕਹਿੰਦੇ ਤੂੰ ਬਿਆਸ ਗੱਡੀ ਤੇ ਖੜ ਗਈ, ਹੱਥ 'ਚ ਕੋਈ ਜਾਂ ਕੋਈ ਲੈ ਲਈ ਆਪਣਾ ਹਿਸਾਬ ਦਾ, ਜਾਣਾ ਕਿਤੇ। ਤੇ ਮੈਨੂੰ ਸਟੇਸ਼ਨ ਤੋਂ ਉਹਨਾਂ ਫੜ ਲਿਆ, ਬਿਆਸ ਸਟੇਸ਼ਨ ਤੇ ਗੱਡੀ ਆਈ, ਉਹਨਾਂ ਮੈਨੂੰ ਬਾੜ ਲਿਆ, ਗੱਡੀ 'ਚ ਮੈਨੂੰ ਰੋਲ ਲਿਖਾਏ। ਨਵੇਂ ਨਾਟਕ ਚੱਲੇ ਜਦੋਂ ਕਿ ਕੂੜੇ ਤੁਝੇ ਪਾਲ, ਇਨਕਲਾਬ ਜਿੰਦਾਬਾਦ, ਤੇ ਨਵੇਂ ਨਾਟਕ ਉਹਨਾਂ ਨੇ ਲਿਖੇ ਸੀਗੇ ਨਵੇਂ ਹੀ ਉਦੋਂ। ਤੇ ਨਾਟਕ ਖੇਡਣ ਜਾਣਾ ਸੀ ਖੰਨੇ ਦੇ ਖੰਨੇ ਲਾਗੇ ਨਾਟਕ ਖੇਡਣ ਜਾਣਾ ਸੀ, ਔਰ ਮੈਨੂੰ ਬਾੜ ਲਿਆ ਗੱਡੀ 'ਚ। ਜਿਹੜੇ ਮੇਰੇ ਨਾਲ ਕਲਾਕਾਰ ਸੀ ਨਾ, ਉਹ ਬੜੇ ਸ਼ੈਤਾਨ ਹੁੰਦੇ ਸੀ। ਉਹ ਸ਼ੈਤਾਨ ਕਿਹੜੇ ਸੀ ਵੀ ਅਮਰਜੀਤ ਭੱਲਾ ਤੇ ਆਪਣਾ ਬਲਦੇਵ ਕਿਸ਼ੋਰ, ਇਹ ਦੋਵੇਂ ਵੇਰਕੇ ਦੇ ਹੁੰਦੇ ਸੀ। ਇਹਨਾਂ ਦੀ ਜੋਟੀ ਬੜੀ ਹੁੰਦੀ ਸੀ, ਜੋਟੀ ਇਹਨਾਂ ਦੀ ਦੋਵਾਂ ਦੀ ਬਹੁਤ ਜ਼ਿਆਦਾ। ਇਹ ਮੈਨੂੰ ਤੰਗ ਕਰਦੇ ਸੀ, ਮੈਨੂੰ ਛੇੜਦੇ ਸੀ, ਮਗਰ ਜਦੋਂ ਸਟੇਜ ਤੇ ਜਾਣਾ ਮਗਰੋਂ ਮੈਨੂੰ ਛੇੜ ਦੇਣਾ, ਭਾਜੀ ਨੇ ਗੁੱਸੇ ਹੋਣ ਲੱਗ ਪੈਣਾ। ਇਹਨਾਂ ਨੂੰ ਪਤਾ ਵੀ ਕੀ ਕਰਨਾ, ਮੈਂ ਨਵਾਂ ਸਾਂ, ਮੈਂ ਸਹਿਜੇ ਇਹਨਾਂ ਦਾ ਭੇਦ ਪਾ ਲਿਆ ਕਿ ਇਹ ਬੰਦੇ ਏਦਾਂ ਦੇ, ਇਹਨਾਂ ਨੂੰ ਪਿਆਰ ਨਾਲ ਰੱਖਣਾ ਪੈਣਾ, ਇਹਨਾਂ ਕੋਲ ਸਮਾਂ ਕੱਢਣਾ ਪੈਣਾ, ਸੱਚੀ ਗੱਲ। ਤੇ ਉਹ ਤੋਂ ਬਾਅਦ 75 ਲਗਾਤਾਰ ਚੱਲਿਆ, 76 ਚੱਲਿਆ ਤੇ 77 ਚੱਲਿਆ। 75 ਚ ਅਸੀਂ ਕਿਸੇ ਕਾਲਜ ਚ ਦਿਨੇ, ਕਿਉਂਕਿ ਮੈਂ ਉਹ ਸਮਾਂ ਏਦਾਂ ਦਾ ਹੋਇਆ ਵੀ ਇਸ ਸਮੇਂ ਵਿੱਚ ਹੀ ਨਾ ਮੈਂ ਜਿਹੜਾ ਸਾਡਾ ਮਹਿਕਮਾ ਨਾ ਉਹ ਬੜਾ ਮਾੜਾ ਸੀ। ਉਹਨੇ ਜਿਹੜੀਆਂ ਸਾਡੀਆਂ ਪੋਸਟਾਂ ਸੀਗੀਆਂ ਉਹ ਕੋਈ ਚੰਗੀਆਂ ਨਹੀਂ ਸੀ ਹੈਗੀਆਂ, ਉਹ ਸਸਪੈਂਡ ਕਰਦੇ 18 ਬੰਦੇ, ਉਹ ਮੈਨੂੰ ਸਸਪੈਂਡ ਕਰ ਦਿੱਤੇ। ਨੌਕਰੀ ਦਾ ਪਤਾ ਕੱਢਿਆ, ਭਾਜੀ ਕੋ ਰੱਖ ਗਿਆ। 2 ਨਾਟਕ ਕਰਨੇ ਦਿੱਲੀ, मतलब 2 प्रोग्राम करने, 2 प्रोग्राम करने, मतलब किसी का सवेरे शाम, सवेरे किसी जगह, दिने किसी कॉलेज नाटक करना ते रात में किसी पिंड च। मैं होल टाइमर सी पक्का ही, ते बाकी पात्र ਜਿਹੜੇ ਸੀ ਉਹ ਬਦਲ ਕੇ ਆਉਂਦੇ ਸੀ, ਜਿਵੇਂ ਦਰਸ਼ਨ ਸਿੰਘ ਹੋਇਆ, ਆਪਣਾ ਪੰਮੀ ਹੋਇਆ, ਪੱਲੂ ਹੋਇਆ, ਇਹ ਵਰਤ ਕੇ ਆਉਂਦੇ ਕੱਲਾ ਟਾਈਮ ਲੈ ਕੇ। ਤੇ ਮੈਂ ਹੋਲ ਟਾਈਮਰ, ਮੈਂ ਹੋਣਾ ਹੀ ਹੋਣਾ ਸੀ। ਤੇ ਮੈਂ ਦਿਨੇ ਕਿਸੇ ਕਾਲਜ ਨਾਟਕ ਕਰਨਾ, ਰਾਤ ਨੂੰ ਕਿਸੇ ਪਿੰਡ 6 ਘੰਟੇ ਸਟੇਜ ਕਰਨੀ ਉਹਨਾਂ ਦਿਨਾਂ 'ਚ। 75 ਸਨ, 76 ਸਨ ਤੇ 77। ਤੇ 77 ਵਿੱਚ ਸਨ 'ਚ ਮੈਨੂੰ ਦੁਬਾਰਾ ਫਿਰ ਨੌਕਰੀ ਮਿਲ ਗਈ। ਗੋਂਦਵਾਲ ਵਾਲਾ ਜਿਹੜਾ ਪੁਲ ਵਾ ਨਾ, ਉੱਥੇ ਡਿਊਟੀ ਮਿਲਣ ਲੱਗ ਗਈ, ਮੈਂ ਬਹਾਲ ਹੋ ਗਿਆ।
ਤਰ੍ਹਾਂ ਮੈਂ 1977 78 79 ਨੇ 75 76 77 ਤੱਕ ਮੈਂ ਭਾਅ ਨਾਲ ਰਿਹਾ 3 ਸਾਲ ਲਗਾਤਾਰ। ਹਾਂ ਉਸ ਤੋਂ ਬਾਅਦ ਮੈਨੂੰ ਚੇਟਕ ਜਿਹੜੀ ਉਹ ਹਟੀ ਨਹੀਂ, ਮੈਂ ਬਾਬਾ ਬਕਾਲਾ ਦੀ ਟੀਮ ਤਿਆਰ ਕਰ ਲਈ। ਉੱਥੋਂ ਆਉਣਾ ਗੋਂਦਵਾਲ ਸਾਹਿਬ ਤੋਂ, ਛੁੱਟੀ ਵਾਲੇ ਦਿਨ ਰੈਸ ਰੱਖ ਲੈਣੀ ਆ ਤੇ ਬਾਬਾ ਬਕਾਲਾ ਟੀਮ ਬਣ। ਮਤਲਬ ਗੁਰਸ਼ਰਨ ਭਾਜੀ ਨਾਲ 77 ਤੋਂ ਬਾਅਦ ਫਿਰ ਜੌਬ ਮਿਲ ਗਈ ਜਦੋਂ ਦੁਬਾਰਾ, ਫਿਰ ਪਿੰਡ ਬਾਬਾ ਬਕਾਲਾ ਸਾਹਿਬ ਰਹਿਸ਼ ਸੀ। ਇਹ ਜੌਬ ਜਿਹੜੀ ਪਹਿਲੇ ਛੁੱਟੀ ਕਿਉਂ ਸੀਗੀ, ਐਮਰਜੈਂਸੀ ਕਰਕੇ? ਨਹੀਂ, ਐਮਰਜੈਂਸੀ ਦੌਰਾਨ ਨਾ ਸਾਨੂੰ ਕੱਢ ਦਿੱਤਾ ਸੀ ਬੰਦਿਆਂ ਨੇ। ਓਕੇ 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 ਓਕੇ, ਠੀਕ ਠੀਕ ਠੀਕ। ਤੇ ਫਿਰ 77 ਵਿੱਚ ਤੁਸੀਂ ਬਾਬੇ ਬਕਾਲੇ ਆਪਣੀ ਟੀਮ ਬਣਾ ਲਈ? ਨਹੀਂ, ਬਹਾਲ ਹੋ ਗਿਆ ਮੈਂ, ਟੀਮ ਨੌਕਰੀ ਮਿਲ ਗਈ ਦੁਬਾਰਾ ਤੇ ਮੈਂ ਟੀਮ ਜਿਹੜੀ ਉਹ ਬਾਬਾ ਤਿਆਰ ਕਰ। ਹਾਂਜੀ ਹਾਂ ਬਾਬਾ ਬਕਾਲੇ ਨਵੀਂ ਟੀਮ ਬਣਾ ਲਈ, ਨਵੀਂ ਟੀਮ ਬਣਾ ਲਈ। ਤੇ ਫਿਰ ਜਦੋਂ ਤੁਸੀਂ ਇਹ ਨਵੀਂ ਟੀਮ ਬਣਾਈ ਸੀਗੀ, ਫਿਰ ਉਹਦੇ ਵਿੱਚ ਸਾਰੇ ਕਲਾਕਾਰ ਕਿੱਧਰ ਦੇ ਸੀਗੇ? ਉਧਰ ਤੁਹਾਡੇ ਇਲਾਕੇ ਦੇ ਸੀਗੇ ਸਾਰੇ? ਨਹੀਂ ਜੀ ਨਹੀਂ, ਸੁਣੋ ਬੜੀ ਵੱਡੀ ਘਟਨਾ ਸੀ ਜੀ। ਸੁਣਾਓ। ਬਾਬਾ ਬਕਾਲਾ ਟੀਮ ਬਣਾਈ ਨਾ ਜਿਹੜੀ, 55 ਕਲਾਕਾਰ ਪਿੰਡ ਦੇ ਸੀ। 55 ਕਲਾਕਾਰ। ਕੀ ਬਾਤ ਹੈ। 55 ਕਲਾਕਾਰ ਪਿੰਡ ਦੇ ਸੀ। ਟੀਮ ਬਣਾਈ, ਨਾਟਕ ਕੀਤਾ ਅੰਮ੍ਰਿਤਸਰ ਸਤਵਾਦੀ। ਧਾਰਮਿਕ ਨਾਟਕ ਸੀ। ਇੱਕ ਨਾਟਕ ਕਰ ਲਿਆ ਪਹਿਲਾਂ ਤੇ ਬਾਅਦ ਟੀਮ ਬਣਾਈ ਸੀ। ਨਾਟਕ ਕੀਤਾ ਲਾਈਟ ਐਂਡ ਸਾਊਂਡ ਦੇ ਪਿੰਡ 'ਚ। ਜੱਗ ਚਾਨਣ ਹੋਆ, ਜੱਗ ਚਾਨਣ ਹੋਆ ਸਰਕਾਰ ਦੇ ਰੂਪ ਸਰਕਾਰੀ ਖੇਡਿਆ ਗਿਆ ਸੀ, ਉਹਨੂੰ ਅਸੀਂ ਪਿੰਡ ਵਾਲਿਆਂ ਨੇ ਤਿਆਰ ਕੀਤਾ। ਠੀਕ ਹੈ। ਜੱਗ ਚਾਨਣ ਹੋਆ ਇਹ ਨਾਟਕ 55 ਕਲਾਕਾਰਾਂ ਨੇ ਤਿਆਰ ਕੀਤਾ। ਉਹ 2.5 ਮਹੀਨੇ 2 ਮਹੀਨੇ ਰਿਹਰਸਲ ਕੀਤੀ ਤੇ ਪਿੰਡ 'ਚ ਖੇਡਿਆ। ਉਮਰਾ ਨੰਗਲ ਨੇ ਉਹਦਾ ਉਦਘਾਟਨ ਕੀਤਾ ਤੇ ਲਾਈਟ ਐਂਡ ਸਾਊਂਡ ਤੇ ਖੇਡਿਆ। ਤੇ ਜਿਹੜਾ ਕਲਵੰਤ ਲਾਈਟਾਂ ਵਾਲਾ, ਹਾਂਜੀ ਹਾਂਜੀ, ਅੰਮ੍ਰਿਤਸਰ ਵਾਲੇ ਕੁਲਵੰਤ ਭਾਜੀ, ਅੰਮ੍ਰਿਤਸਰ ਦਾ ਕੁਲਵੰਤ ਭਾਜੀ ਲਾਈਟਾਂ ਵਾਲੇ, ਇਹ 3 ਦਿਨ ਬਾਬੇ ਬਕਾਲੇ ਸਾਡੇ ਕੋਲ ਲਾਈਟ ਸਾਊਂਡ ਤੇ ਇਹਨੇ ਸਹਿਯੋਗ ਕੀਤਾ ਸਾਡੇ ਨਾਲ। ਤੇ ਸੁਰਿੰਦਰ ਸੋਨੀ। ਹੰਸਾ ਸਿੰਘ ਜੀ, ਉਦੋਂ ਕੁਲਵੰਤ ਨੂੰ ਪੈਸੇ ਕਿੰਨੇ ਦਿੱਤੇ ਸੀਗੇ? ਵੀ ਉਹ ਕੁਛ ਹੋਣਾ ਸਮਝੋ ਜੀ। ਮੈਂ ਕੁਲਵੰਤ ਇਸ ਵੇਲੇ ਨਾਰਥ ਇੰਡੀਆ ਦਾ ਸਭ ਤੋਂ ਮਹਿੰਗਾ ਲਾਈਟ ਐਂਡ ਸਾਊਂਡ ਵਾਲਾ ਬੰਦਾ ਹੈ, ਕਿਉਂਕਿ ਉਹਦਾ ਵੀ ਗੁਰਸ਼ਰਨ ਭਾਜੀ ਨਾਲ ਤੁਹਾਡੇ ਨਾਲ ਬਹੁਤ ਪੁਰਾਣਾ ਇਤਿਹਾਸ ਹੈ। ਮੈਂ ਇੱਕ ਦਿਨ ਉਹਦੇ ਨਾਲ ਵੀ ਗੱਲਾਂ ਕਰਾਵਾਂਗਾ, ਕਿਉਂਕਿ ਉਹ ਵੀ ਬਹੁਤ ਕੁਝ ਜਾਣਦਾ ਹੈ ਥੀਏਟਰ ਬਾਰੇ, ਉਹਨੂੰ ਵੀ ਆਵਾਂਗਾ। ਸੋ ਮੈਂ ਤਾਂ ਜਾਣਨਾ ਚਾਹ ਰਿਹਾ ਸੀ ਕਿ ਸਮਝੋ ਕੁਛ ਵੀ ਨਹੀਂ ਦਿੱਤਾ ਸੀ, ਪਿਆਰ। ਅੱਛਾ, ਪਿਆਰ ਸੀ। ਹੁਣ ਵੇਖੋ, ਪਿਆਰ ਨਹੀਂ, ਪੈਸੇ ਵੀ ਦਿੱਤੇ ਜਿੰਨੇ ਕੋਲ ਉਦੋਂ ਕੀ ਸਮਾਂ ਸੀ, ਉਦੋਂ ਜਿੰਨਾ ਕੁ ਸਮਾਂ ਸੀ ਉਹਨੂੰ ਦਿੱਤਾ, ਖੁਸ਼ ਕਰਕੇ ਭੇਜਿਆ। ਇੱਕ ਵੇਖੋ ਪਿਆਰ ਦੀ ਗੱਲ ਇੱਕ ਹੋਰ ਆਈ ਆ, ਸਤਿੰਦਰ ਸੋਨੀ, ਜਿਹੜਾ ਮੇਰੇ ਨਾਲ ਭਾਜੀ ਗੁਰਸ਼ਰਨ ਸਿੰਘ ਦੇ ਨਾਲ ਨਾਟਕ ਦਾ ਵਿੱਚ ਮੇਰਾ ਜੋਟੀਦਾਰ ਹੁੰਦਾ ਸੀ। ਬਿਲਕੁਲ। ਮੈਂ ਜਦੋਂ ਇਕੱਠੇ ਸਾਨੂੰ ਰੋਲ ਮਿਲਦੇ ਹੁੰਦੇ ਸੀ ਇਕੱਠੇ, ਭਾਜੀ ਗੁਰਸ਼ਰਨ ਨੇ ਉਹਦੇ ਨਾਲ ਜੋਟੀ ਬਣਾਈ ਹੋਈ ਸੀ। ਉਹ ਜੇ ਇਨਕਲਾਬੀ ਬਣਨਾ ਤੇ ਮੈਂ ਠਾਣੇਦਾਰ ਹੋਣਾ, ਏਦਾਂ ਕਰਕੇ ਸਾਡੀ ਉਹਦੇ ਨਾਲ ਰਾਸ ਰਲਦੀ। ਉਹ ਅੰਮ੍ਰਿਤਸਰ ਤੋਂ ਸਾਈਕਲ ਤੇ ਮੇਰੇ ਕੋਲ ਬਾਬੇ ਬਕਾਲੇ ਚੱਲ ਪਿਆ। ਸੋਨੀ ਮੈਨੂੰ ਚੇਤੇ ਅੰਮ੍ਰਿਤਸਰ ਤੋਂ ਚੱਲ ਗਿਆ। ਗਰੀਬਾਂ ਦੇ ਪਰਿਵਾਰਾਂ ਦੇ ਬੱਚੇ, ਉਹ ਵੀ ਗਰੀਬਾਂ ਦਾ ਬੱਚਾ ਸੀ, ਮੰਮੀ ਗਰੀਬਾਂ ਦਾ ਬੱਚਾ ਸੀ। ਇਹਨੇ ਮੇਰੇ ਕੋਲ ਵੀ ਮਾਇਆ ਨਹੀਂ ਸੀ ਹੁੰਦੀ, ਉਹਦੇ ਕੋਲ ਨਹੀਂ ਸੀ ਹੁੰਦੀ, ਪਰ ਸ਼ੌਕ ਸਾਡੇ ਦਿਲ 'ਚ। ਉਹ ਸਾਈਕਲ ਤੇ ਚੱਲ ਕੇ ਪਾਇਆ। ਮੇਰੀ ਟੀਮ ਦੀ ਉਹਨੇ ਮੇਕਅਪ ਕੀਤੀ, ਤਿਆਰੀ ਕਰਵਾਈ, ਮੈਨੂੰ ਸਹਿਯੋਗ ਦਿੱਤਾ, ਮੈਨੂੰ ਬਹੁਤ ਪਿਆਰ ਦਿੱਤਾ, ਮੰਮੀ ਉਹਨੂੰ ਬਹੁਤ ਮਾਣ ਦਿੱਤਾ। ਉਹ ਸਾਡਾ ਪਿਆਰ ਭਾਜੀ ਗੁਰਸ਼ਰਨ ਸਿੰਘ ਦੇ ਨਾਲ ਦੋਵਾਂ ਦਾ ਪਿਆਰ ਸੀ। ਉਹ ਥੀਏਟਰ 'ਚ ਵੱਧਦਾ ਅੱਜ ਵੀ ਵੱਧਦਾ। ਅੱਜ ਵੀ ਇੱਕ ਦੂਜੇ ਨੂੰ ਮਿਲਦੇ ਆ, ਉਦਾਂ ਹੀ ਪਿਆਰ ਕਰਦੇ ਆ, ਉਦਾਂ ਹੀ ਜਾਣਦੇ ਆ। ਇੱਥੇ ਆ ਕੇ ਹੋਰ ਤੁਸੀਂ ਜਿਹੜੇ ਨਾਟਕ ਕਰਨੇ ਸ਼ੁਰੂ ਕੀਤੇ, ਫਿਰ ਕਿੱਦਾਂ ਦਾ ਥੀਏਟਰ ਕਰਨਾ ਮੁੜ ਕੇ ਸ਼ੁਰੂ ਕੀਤਾ? ਕਿੱਧਰ ਜਾਂਦੇ ਸੀ? ਆਪਣਾ ਕਿੰਨਾ ਕੁ ਟਾਈਮ ਲਾਉਂਦੇ ਸੀ? ਹੋਰ ਕਿਹੜੇ ਨਾਟਕ ਕਰਦੇ ਸੀ? ਵੇਖੋ ਜੀ, ਉਸ ਤੋਂ ਬਾਅਦ ਮੈਂ ਨਾਟਕ ਜਿਹੜੇ ਆ ਲੋਕ ਪੱਖੀ, ਗੁਰਸ਼ਰਨ ਸਿੰਘ ਦੇ ਸੋਚ ਵਾਲੇ ਨਾਟਕ, ਉਹ ਸੋਚ ਜਿਹੜੀ ਨਾ, ਕਿਉਂਕਿ ਜਦੋਂ ਪਿੰਡ ਵਿੱਚ ਨਾਟਕ ਕਰਦੇ ਸੀ, ਉਹ ਇੱਕ ਤੇ ਨਾਟਕ 55 ਨਾਟਕਾਂ ਦੀ ਟੀਮ, ਉਹ ਨਾਟਕ ਟੀਮ ਬਿਖਰ ਗਈ। ਏਦਾਂ ਗਈ ਵੀ ਬਾਬਾ ਬਕਾਲਾ ਪਿੰਡ ਸੀ, ਸਾਡੇ ਪਿੰਡ ਗੁਰਦੁਆਰਾ ਸਾਹਿਬ ਵੀ ਹੈਗਾ ਸੀ,
ਕੁਝ ਲੋਕ ਦੋ ਪਾੜ ਹੋ ਗਏ। ਉਹ ਧਾਰਮਿਕ ਉਹਨੂੰ ਪੱਖ ਨੂੰ ਸੋਚ ਕਰਕੇ ਉਹ ਧਾਰਮਿਕ ਪੱਖ ਨਾਲ ਚਲੇ ਗਏ ਤੇ ਮੈਂ ਇਨਕਲਾਬੀ ਪ੍ਰੋਗਰੈਸ ਥੀਏਟਰ ਨਾਲ ਜੁੜ ਗਿਆ। ਮੈਂ ਇਕੱਲਾ ਇੱਧਰ ਰਹਿ ਗਿਆ ਤੇ ਬਾਕੀ ਪਾਤਰ ਜਿਹੜੇ ਉਹ ਧਾਰਮਿਕ ਦੀ ਹਾਲ ਚਲੇ ਗਏ, ਧਾਰਮਿਕ ਨਾਟਕ ਕਰਨ ਲੱਗ ਗਏ, ਪਰ ਉਹਨੂੰ ਉਹ ਕਰ ਨਹੀਂ ਸਕੇ। ਉਹ ਕੁਝ ਵੀ ਕੁਝ ਸਮਾਂ ਰਹੇ, ਉਸ ਤੋਂ ਬਾਅਦ ਉਹ ਕੁਝ ਨਹੀਂ ਕਰ ਸਕੇ ਤੇ ਮੈਂ ਲਗਾਤਾਰ ਤੁਰਦਾ ਰਿਹਾ। ਅੱਜ ਵੀ ਤੁਰਦਾ ਰਿਹਾ। ਨਾਟਕ ਦੀ ਸੋਚ ਲੈ ਕੇ, ਚੰਗੀ ਸੋਚ ਲੈ ਕੇ, ਪ੍ਰੋਗਰੈਸਿਵ ਸੋਚ ਲੈ ਕੇ ਮੈਂ ਤੁਰਦਾ ਗਿਆ ਤੇ ਅੱਜ ਵੀ ਤੁਰਦਾ ਜਾ ਰਿਹਾ। ਇਹ ਮੈਂ ਫਿਰ ਗੱਲ ਕਰਨ ਲੱਗੇ ਤੁਸੀਂ। ਹਾਂ, ਮੈਂ ਬਸ ਇਹ ਤੋਂ ਅਗਲਾ ਪੜਾਅ ਪੁੱਛਣਾ ਚਾਹ ਰਿਹਾ ਸੀ ਕਿ ਤੁਸੀਂ ਇੱਕ ਵਾਰੀ ਬਟਾਲੇ ਫਿਰ ਆਪਣੇ ਬਾਬੇ ਬਕਾਲੇ ਕੋਈ 5 ਟੀਮਾਂ ਬਣਾਈਆਂ ਸੀ ਪੰਜਾਬ ਦੀਆਂ। ਹਾਂ, ਉਹੀ ਦੱਸਣ ਲੱਗਾ। ਹਾਂ, ਦੱਸੋ ਉਹਦੇ ਬਾਰੇ ਦੱਸੋ। ਉਹ ਇਸ ਤਰ੍ਹਾਂ ਸੀ ਵੀ ਇਹ ਉਸ ਤੋਂ ਬਾਅਦ ਮੈਂ ਜਦੋਂ ਮੈਂ ਬਿਖਰ ਗਿਆ ਨਾ, ਟੀਮ ਡਿਵਾਈਡ ਹੋ ਗਈ ਸਾਡੀ, ਮੈਂ ਇਸ ਪ੍ਰੋਗਰੈਸਿਵ ਧਾਰਾ 'ਚ ਆ ਗਿਆ। ਭਾਜੀ ਗੁਰਸ਼ਰਨ ਸਿੰਘ ਦੀ ਸੋਚ ਨਾਲ ਆ ਗਿਆ ਤੇ ਮੇਰੀ ਟੀਮ ਛੋਟੀ ਰਹਿ ਗਈ। ਛੋਟੀ ਟੀਮ ਪਾਤਰ ਘੱਟ ਰਹਿ ਗਏ। ਉਹ ਪਾਤਰ ਘੱਟ ਰਹਿਣ ਕਰਕੇ ਮੇਰਾ ਲਿੰਕ ਭਾਜੀ ਅਮੋਲਕ ਸਿੰਘ ਨਾਲ ਪੈ ਗਿਆ। ਅਮੋਲਕ ਸਿੰਘ ਸਾਡਾ ਪਲਸ ਮੰਚ ਦਾ ਵੀ ਪ੍ਰਧਾਨ ਅੱਜ ਵੀ, ਔਰ ਅਮੋਲਕ ਸਿੰਘ ਉਦੋਂ ਵੀ ਸਾਡਾ ਇੱਕ ਸਾਥੀ ਹੁੰਦਾ ਸੀ ਤੇ ਸਾਨੂੰ ਗਾਈਡ ਕਰਦਾ ਹੁੰਦਾ। ਉਦੋਂ ਅਸੀਂ 5 ਟੀਮਾਂ ਆਰਗੇਨਾਈਜ਼ ਕੀਤੀਆਂ, ਬਣਾਈਆਂ। ਪੰਜਾਬ ਨਾਟਕ ਕਲਾ ਕੇਂਦਰ ਬਾਬਾ ਬਕਾਲਾ, ਪੰਜਾਬ ਨਾਟਕ ਕਲਾ ਕੇਂਦਰ ਲੁਧਿਆਣਾ, ਪੰਜਾਬ ਨਾਟਕ ਕਲਾ ਕੇਂਦਰ ਲੋਹੀਆਂ, ਪੰਜਾਬ ਨਾਟਕ ਕਲਾ ਕੇਂਦਰ ਪੰਜਾਬ ਨਾਟਕ ਕਲਾ ਕੇਂਦਰ ਜਲੰਧਰ ਹੁਸ਼ਿਆਰਪੁਰ, ਪੰਜਾਬ ਨਾਟਕ ਕਲਾ ਕੇਂਦਰ ਪਟਿਆਲਾ। 5 ਟੀਮਾਂ ਆਰਗੇਨਾਈਜ਼ ਕੀਤੀਆਂ ਔਰ 5 ਟੀਮਾਂ ਪੂਰੇ ਪੰਜਾਬ 'ਚ ਫੈਲ ਗਈਆਂ। ਉਹ ਪੋਲੀਟੀਕਲ ਸੀ। ਮਤਲਬ ਸਰ ਇਦਾਂ ਮੇਰੇ ਖਿਆਲ ਨਾਲ ਇਹ ਸੀਗਾ ਕਿ ਜਿਹੜੇ ਪਾਤਰ ਜਿੱਦਾਂ ਪਟਿਆਲੇ ਵਾਲ ਦੇ ਸੀ ਉਹ ਉਧਰ ਨਾਟਕ ਕਰਦੇ ਸੀ, ਟੀਮ ਦਾ ਨਾਮ ਇੱਕ ਸੀਗਾ ਜਿੱਦਾਂ ਨਾ। ਮੈਂ ਦੱਸਦਾ ਜੀ, ਉਹ ਜਿੱਦਾਂ ਨਾ ਮੇਰੇ ਬਾਬਾ ਬਕਾਲਾ ਟੀਮ ਕੋਲ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਇਹ ਜ਼ਿਲ੍ਹਾ, ਇਹ ਇਲਾਕਾ ਮੇਰੇ ਕੋਲ ਸੀ ਬਾਬਾ ਬਕਾਲਾ ਟੀਮ ਕੋਲ। ਔਰ ਲੋਹੀਆਂ ਕੋਲ ਕਪੂਰਥਲਾ ਤੇ ਜਲੰਧਰ, ਲੋਹੀਆਂ ਟੀਮ 'ਚ ਬੜੀ ਟੌਪ ਦੀ ਸਾਡੀ। ਤੇ ਲੁਧਿਆਣਾ ਟੀਮ ਅਮੋਲਕ ਸਿੰਘ ਹੁੰਦਾ ਸੀ, ਕਸਤੂਰੀ ਲਾਲ ਸੀ ਉਸ ਟੀਮ 'ਚ। ਉਹ ਲੁਧਿਆਣਾ ਟੀਮ ਬਹੁਤ ਜ਼ਿਆਦਾ ਕਿਸਾਨ ਜਥੇਬੰਦੀ, ਮਜ਼ਦੂਰ ਜਥੇਬੰਦੀ, ਉਹ ਡੇਲੀ ਨਾਟਕ ਕਰਦੇ ਹੁੰਦੇ ਸੀ। ਹੋਲ ਟਾਈਮਰ ਸੀ, ਪੋਲੀਟੀਕਲ ਤੌਰ ਤੇ ਉਹ ਕੰਮ ਕੋਈ ਕਰਦੇ ਨਹੀਂ ਸੀ। ਕਸਤੂਰੀ ਵੀ ਨਹੀਂ ਸੀ ਉਦੋਂ ਕਰਦਾ। ਉਦੋਂ ਨੌਕਰੀ ਤਾਂ ਹੁਣ ਵੀ ਨਹੀਂ ਕਰਦਾ ਕੋਈ ਕੰਮ ਹੈ ਨਾ। ਨਹੀਂ, ਹੁਣ ਰਿਟਾਇਰ ਹੋ ਗਿਆ। ਹੁਣ ਵੀ ਕਰਦਾ, ਰਿਟਾਇਰ ਹੋ ਗਿਆ। ਔਰ ਉਹ ਪਰ ਬਹੁਤ ਪੰਕਚੁਅਲ ਸੀ। ਸਵੇਰੇ ਨਾਟਕ ਕਰਕੇ ਰਾਤ ਸੌ ਜਾਣਾ, ਸਵੇਰੇ ਸਭ ਤੇ ਉੱਠ ਕੇ ਆਪਣੇ ਡਿਊਟੀ ਤੇ ਚਲ ਜਾਣਾ। ਜੋਰਾ ਸਿੰਘ ਨਸਰਾਲੀ ਹੁੰਦਾ ਸੀ, ਜੋਰਾ ਨਸਰਾਲੀ ਬਹੁਤ ਅੱਛਾ ਐਕਟਰ ਸੀ ਸਾਡਾ। ਬਿਲਕੁਲ। ਇਹ 5 ਟੀਮਾਂ 5 ਕੰਮ ਕਰਦੀਆਂ ਰਹੀਆਂ। 5 ਕੰਮ ਕਰਦੀਆਂ ਦੇ ਨਾਲ ਨਾ ਉਹ ਕੰਮ ਕਿੰਨਾ ਹੋ ਸਕਦਾ ਉਹ ਬਾਅਦ ਚ ਖਿਲਰ ਪੁਲਰ ਗਿਆ। ਅਸੀਂ ਬਹੁਤ ਕੀਤਾ। ਉਹ 'ਚ 2 ਘਟਨਾਵਾਂ ਮੇਰੀ ਜੇਲ੍ਹ 'ਚ ਆਉਂਦੀਆਂ। 2 ਇੱਕ ਘਟਨਾ ਸੀਗੀ ਛੰਦੜੀ, ਅਸੀਂ ਬਾਲ ਨਾਟਕ ਮੇਲਾ ਕਰਵਾਇਆ ਪਲਸ ਮੰਚੇ ਤੇ। ਕੀਤਾ ਮੈਂ ਵੀ ਉੱਥੇ ਸੀ। ਉਹ ਨਾਟਕ ਮੇਲਾ ਕੰਪੀਟੀਸ਼ਨ ਹੋਏ ਪੰਜਾਬ ਲੈਵਲ ਦੇ। ਬੜੀ ਵੱਡੀ ਕਹਾਣੀ ਸੀ ਇਹ। ਔਰ ਅਸੀਂ ਕੀਤਾ ਅੰਨੇ ਨਿਸ਼ਾਨ ਸੀ। ਅੰਨੇ ਨਿਸ਼ਾਨ ਚ ਟੀਮਾਂ 3 ਨਾਟਕ ਟੀਮਾਂ ਲੈ ਕੇ ਲੋਕ ਆ ਗਏ। ਮਤਲਬ ਇੱਕ ਨਾਟਕ 3 ਨਾਟਕ ਟੀਮਾਂ। ਮੈਨੂੰ ਪਤਾ ਨਹੀਂ ਕਿ ਉਹਦੇ ਵਿੱਚ ਹੈਗਾ ਸੀ। ਤੁਸੀਂ ਹੈਗੇ ਸੀ। ਅਸੀਂ ਮਿੱਟੀ ਦਾ ਮੁੱਲ ਕੀਤਾ ਸੀ ਉਦੋਂ। ਹਾਂਜੀ, ਤੁਸੀਂ ਮਿੱਟੀ ਦਾ ਮੁੱਲ। ਹਾਂਜੀ, ਤੁਸੀਂ ਮਿੱਟੀ ਦਾ ਮੁੱਲ ਕੀਤਾ ਸੀ, ਅਸੀਂ ਅੰਨੇ ਨਿਸ਼ਾਨ ਜੀ ਕੀਤਾ ਸੀ। ਔਰ ਮੈਂ ਬੜਾ ਹੈਰਾਨ ਔਰ ਖੁਸ਼ ਹਾਂ। ਔਰ ਖੁਸ਼ ਮੈਨੂੰ ਇਸ ਗੱਲ ਦੀ ਹੈ ਕਿ ਪਹਿਲਾ ਜਿਹੜਾ ਨਾਟਕ ਹੋਇਆ, ਫਸਟ ਨਾਟਕ ਆਇਆ ਪਹਿਲੇ ਨਾਟਕ 'ਚ ਭਾਜੀ ਗੁਰਸ਼ਰਨ ਸਿੰਘ ਤੇ ਹੰਸਾ ਸਿੰਘ ਬ੍ਰੈਕਟਡ ਵਰਤ ਸੀਗੇ। 300 ਰੁਪਇਆ ਨਾਮ ਸੀ ਪਹਿਲੇ ਨਾਟਕ ਦਾ, 150 ਰੁਪਇਆ ਮੈਂ ਲਿਆ
ਤੇ 150 ਭਾਜੀ ਨੂੰ ਇਨਾਮ ਮਿਲਿਆ। ਇਹ ਬੜੀ ਵੱਡੀ ਕਹਾਣੀ ਸੀ ਉਸ ਵੇਲੇ, ਜਿਹੜੀ ਮੈਨੂੰ ਇੰਨੀ ਖੁਸ਼ੀ ਹੋਈ ਕਿ ਇੱਕ ਬੰਨੇ ਪੁੱਤਰ ਤੇ ਪਿਓ, ਮੈਂ ਚੇਲਾ ਤੇ ਮੇਰਾ ਗੁਰੂ, ਅਸੀਂ ਦੋਵੇਂ ਇਕੱਠੇ ਨਾਮ ਲੈ ਰਹੇ ਆ। ਇਹ ਉਸ ਚੰਦਰਾਂ ਦੀ ਕਹਾਣੀ ਸੀ। ਇਹ ਬੜੀ ਵੱਡੀ, ਬੜੀ ਨਾਮਵਰ ਗੱਲ ਸੀ। ਬਿਲਕੁਲ ਬਿਲਕੁਲ ਬਿਲकुल। ਇਹ ਜਿਹੜੀ ਪ੍ਰਾਪਤੀ ਹੈ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਵੀ ਉਹਦਾ ਚੇਲਾ ਵੀ ਇਹ ਮੁਕਾਮ ਹਾਸਲ ਕਰ ਲੈ। ਹਾਂਜੀ, ਇਹ ਸਹੀ ਗੱਲ ਆ। ਮੈਂ ਤੁਹਾਨੂੰ ਸੱਚਾ ਉੱਥੇ ਹੀ ਭਾਜੀ ਨੂੰ ਸਜਦਾ ਕਰਦਾ ਵੀ ਕਮਾਲ ਆ, ਤੇਰਾ ਗੁਣ ਦਿੱਤਾ, ਉਂਗਲੀ ਫੜ ਕੇ ਮੈਨੂੰ ਸਟੇਜ ਤੇ ਲਿਆਂਦਾ। ਭਾਜੀ ਤੇਰਾ ਬਹੁਤ ਬਹੁਤ ਧੰਨਵਾਦ। ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਆ। ਉਹ 5 ਟੀਮਾਂ, ਮਹਿਕਮਾ ਤੇ ਮੇਰਾ PWD ਨਾ ਕੋਈ ਸੁਣਦਾ ਨੂੰ ਹੈਰਾਨ ਹੁੰਦਾ ਹੈ ਯਾਰ PWD ਮਹਿਕਮਾ ਤੋਂ ਲੱਗਾ। ਪਰ ਮੈਂ ਉਧਰ ਝਾਕਿਆ ਨਹੀਂ, ਉਧਰ ਤੱਕਿਆ ਨਹੀਂ, ਉਧਰ ਵੇਖਿਆ ਨਹੀਂ। ਮੈਂ ਨਾਟਕਾਂ ਵਾਲੀ ਚੱਲਦਾ। ਤਾਂ ਹੀ ਸੜਕਾਂ ਸਰ ਇਦਾਂ ਰਹੀਆਂ। ਉਹੀ ਮੈਂ ਕਹਿਣ ਲੱਗਾ ਸੀ, ਜਦੋਂ ਤੁਸੀਂ ਉਧਰ ਤੱਕਿਆ ਮਹਿਕਮੇ ਵੱਲ, ਉਦੋਂ ਹੀ ਐਕਸੀਡੈਂਟ ਹੋ ਗਿਆ। ਸਰ ਜਦੋਂ ਨਹੀਂ ਤੱਕਿਆ ਹੋਏ ਨਾ, ਵੀ ਜਦੋਂ ਇਹਨੇ ਡਿਊਟੀ ਜੁਆਇਨ ਕੀਤੀ ਉਦੋਂ ਐਕਸੀਡੈਂਟ ਹੋ ਜਾਂਦਾ ਸੀ। ਸਰ ਐਕਸਪੀਰੀਅੰਸ ਹੀ ਨਹੀਂ ਸੀ ਕੰਮ ਦਾ। ਅੱਛਾ, ਤੇ ਉਸ ਤੋਂ ਬਾਅਦ ਮੈਨੂੰ ਇੱਕ ਘਟਨਾ ਹੋਰ ਯਾਦ ਆਈ ਹੈ। ਉਹ ਬੜੇ ਕਮਾਲ ਦੀ ਹੈ। ਉਹ ਅਸੀਂ ਨਾਟਕ ਕਰਦੇ ਹਾਂ ਲੋਕਾਂ ਦੀ ਖਾਤਰ, ਤੇ ਲੋਕਾਂ ਦੀ ਖਾਤਰ ਨਾਟਕ ਕਰਦੇ ਬੜੇ ਔਖੇ ਦਿਨ ਵੇਖਣੇ ਪੈਂਦੇ ਆ। ਔਖੇ ਤੇ ਨੇ ਵੀ ਇੱਥੇ ਲੱਗੀ ਸੀ ਮਾਰੋ ਧਾੜ, ਅੱਤਵਾਦੀਆਂ ਦਾ ਦੌਰ ਸੀ। ਕੋਈ ਕਿਸੇ ਨੂੰ ਬੋਲਣ ਨਹੀਂ ਸੀ ਦਿੰਦਾ, ਕਿਸੇ ਨੂੰ ਕੋਈ ਕੁਸਕਣ ਨਹੀਂ ਸੀ ਦਿੰਦਾ, ਕਿਸੇ ਨੂੰ ਚੂ ਨਹੀਂ ਸੀ ਕਰਨ ਦਾ। ਤੇ ਅਸੀਂ ਨਾਟਕ ਕਰਦੇ ਸਾਂ। ਨਾਟਕ ਵੀ ਉਹ ਬੜੇ ਕਿਸੇ ਨੇ ਵੇਖੇ ਨਹੀਂ, ਕਿਸੇ ਨੇ ਸੁਣੇ ਨਹੀਂ। ਇਹ ਨਾਟਕ ਅਸੀਂ ਕੀਤੇ ਸੇਵੇ ਵਾਲਾ ਕਾਂਡ। ਸੇਵੇ ਵਾਲਾ ਉਹ ਘਟਨਾ ਵਾਪਰੀ ਉਹ ਜਿੱਥੇ ਗੋਲੀ ਨਾਟਕ ਅਸੀਂ ਜਿੱਥੇ ਗੋਲੀ ਚੱਲੀ ਸੀ। ਗੋਲੀ ਚੱਲੀ, ਉਹ ਅੰਦਰ ਸ਼ਾਂਤੀ ਪੀਲਾ ਨਾਟਕ ਕੀਤਾ। ਦੂਜਾ ਨਵਾਂ ਜਨਮ ਕਰਨਾ ਸੀ। ਮੈਂ ਮੇਕਅਪ ਕਰ ਰਿਹਾ ਥੱਲੇ ਪਾਤਰਾਂ ਦੀ, ਤੇ ਬੰਦੇ ਪੈ ਗਏ ਔਰ 19 ਸਾਥੀ ਸ਼ਹੀਦ ਹੋਏ ਔਰ ਗੋਲੀ ਤਾੜ ਚੱਲੀ ਤੇ ਅਮੋਲਕ ਸਿੰਘ ਨੂੰ ਫੜ ਕੇ ਥੱਲੇ ਲਾਇਆ। ਅਸੀਂ 20 ਬੰਦੇ ਸਾਂ ਇੱਕ ਕਮਰੇ ਜਿਹੜੇ ਡੱਕੇ ਗਏ। ਸੁਮਨ ਲਤਾ ਸਾਡੇ ਨਾਲ ਸੀ। ਤੇ ਉਹ ਹਾਲਾਤ ਉਹਨਾਂ ਦਿਨਾਂ ਦੇ ਨਾਟਕ ਕਰਨਾ ਕਦਮ ਵਾਸਤੇ ਲਾਉਣ ਵਾਲੀ ਗੱਲ ਸੀ। ਪਰ ਅਸੀਂ ਉਹਨਾਂ ਦਿਨਾਂ ਵਿੱਚ ਵੀ ਨਾਟਕ ਕਰਦੇ ਰਹੇ, ਥੀਏਟਰ ਨੂੰ ਪਿਆਰ ਕਰਦੇ ਰਹੇ। ਭਾਜੀ ਗੁਰਸ਼ਰਨ ਸਿੰਘ ਦੀ ਸੋਚ ਦੇ ਨਾਟਕ ਲਗਾਤਾਰ ਕਰਦੇ ਰਹੇ। ਇੱਕ ਬੰਦੇ ਅੱਜ ਵੀ ਹੋ ਰਹੇ ਉਹਨਾਂ ਦੇ, ਅੱਜ ਵੀ ਨਾਟਕ ਹੋ ਰਿਹਾ। ਉਹਨਾਂ ਦੀ ਸੋਚ ਦੇ ਡਟੇ ਪਏ ਆ, ਉਹਨਾਂ ਨੂੰ ਸਲਾਮ ਕਰਦੇ ਉਹਨਾਂ ਦੀ ਸੋਚ। ਹਾਂਜੀ ਸਾਹਿਬ ਵੀਰੇ, ਮੈਂ ਨਾ ਇਸ ਤੋਂ ਹੁਣ ਅਗਲੇ ਪੜਾਅ ਦੀ ਗੱਲ ਪੁੱਛਣੀ ਚਾਹੁੰਦਾ ਕਿ ਫਿਰ ਤੁਹਾਨੂੰ ਸੋਚ ਆਈ ਵੀ ਅੱਛਾ ਮੈਂ ਆਪਣੇ ਘਰ ਦੇ ਵਿੱਚ ਜਗ੍ਹਾ ਲੈ ਕੇ ਓਪਨ 에ਅਰ ਥੀਏਟਰ ਬਣਾ ਲਾਂ, ਹੈ ਨਾ। ਇਹ ਕਿਉਂ ਤੁਹਾਨੂੰ ਲੱਗਾ ਵੀ ਮੈਂ ਬਿਆਸ ਦੇ ਵਿੱਚ ਇੱਥੇ ਓਪਨ 에ਅਰ ਥੀਏਟਰ ਆਪਣਾ ਬਣਾ ਲਾਂ? ਕੀ ਲੋੜ ਪੈ ਗਈ ਸੀ? ਮੈਨੂੰ ਯਾਦ ਹੈ ਪੈਸੇ ਵੀ ਨਹੀਂ ਸੀ, ਪਰ ਤੁਸੀਂ ਆਪਣਾ ਪ੍ਰੋਵੀਡੈਂਟ ਫੰਡ ਕਢਾਇਆ ਸੀ ਔਰ ਉੱਥੇ ਦੱਸਿਆ ਵੀ ਮੈਂ ਕ੍ਰਾਂਤੀ ਦਾ ਵਿਆਹ ਕਰਨਾ ਮੁੰਡੇ ਆਪਣੇ ਦਾ, ਹੈ ਨਾ, ਤੇ ਫਿਰ ਪੈਸੇ ਕਢਾਏ ਉਸ ਨਾਮ ਤੇ ਕੁਝ ਏਦਾਂ। ਉਹ ਦੱਸੋ ਸਾਰੀ ਘਟਨਾ। ਉਹ ਘਟਨਾ ਕੇਵਲ ਭਾਜੀ ਇਸ ਤਰ੍ਹਾਂ ਮੈਨੂੰ ਨਾਟਕਾਂ ਦਾ ਸ਼ੌਕ ਇੰਨਾ ਸੀ ਨਾ, ਮੈਨੂੰ ਅਸੀਂ ਯਾਰ ਹੋਣਾ ਮੇਰੇ ਕੋਲ ਹੋਰ ਕੁਝ ਨਹੀਂ ਹੈਗਾ। ਨਾਟਕ ਜਿਹੜੇ ਮੈਂ ਲਿਖ ਸਕਦਾ, ਬਣਾ ਸਕਦਾ, ਦਿਮਾਗ ਮੇਰਾ ਚੱਲਦਾ ਥੋੜਾ ਜਿੰਨਾ ਦੇਰ ਚੱਲਦਾ, ਤੇ ਨਾਟਕ ਉਹਨਾਂ ਦੇਰ ਕਰਦਾ ਰਹਾਂ। ਬਿਲਕੁਲ। ਉੱਥੇ 14 ਮਰਲੇ ਜਗ੍ਹਾ ਲਈ। ਸਰ ਮੈਂ ਥੋੜਾ ਜਿਹਾ ਕਲੀਅਰ ਕਰਦਾ ਹਾਂ ਕਿ ਉਦੋਂ ਅਸੀਂ ਸਰਕਾਰੀ ਕੁਆਟਰ 'ਚ ਰਹਿ ਰਹੇ ਸੀਗੇ। ਮਤਲਬ ਸਾਡੇ ਕੋਲ ਆਪਣਾ ਘਰ ਨਹੀਂ ਸੀਗਾ ਉਸ ਟਾਈਮ ਤੇ। ਜਿੱਦਾਂ ਪਿੰਡ ਸੀਗਾ, ਪਿੰਡ ਤੋਂ ਬਾਅਦ ਜਿੱਦਾਂ ਜੋ ਜਦੀ ਜਗ੍ਹਾ ਸੀਗੀ ਜੋ ਵੀ, ਉੱਥੇ ਰਹਿਣ ਵਾਲਾ ਤੇ ਹਾਲਾਤ ਨਹੀਂ, ਕਿਉਂਕਿ ਪਰਿਵਾਰ ਵੱਡਾ ਸੀਗਾ। ਸਾਡੇ ਕੋਲ ਮਤਲਬ ਆਪਣਾ ਘਰ ਨਹੀਂ ਸੀਗਾ। ਇਹਨਾਂ ਦੇ ਗਵਰਨਮੈਂਟ ਜੌਬ ਕਰਦੇ ਕਰ, ਪਰ ਇਹਨਾਂ ਨੂੰ ਇਹੀ ਸੀਗਾ ਕਿ ਮਤਲਬ ਮੇਰੇ ਕੋਲ ਆਪਣਾ ਥੀਏਟਰ ਹੋਵੇ। ਉਹਦੇ ਪਿੱਛੇ ਕਾਰਨ ਇਦਾਂ ਦੇ ਸੀਗੇ ਸਰ ਕਿ ਅਸੀਂ ਰੈਸਲ ਕਰਨ ਬਾਬਾ ਬਕਾਲਾ ਸਾਹਿਬ ਜਾਂਦੇ ਹੁੰਦੇ ਸੀਗੇ ਜੀ। ਪਿੰਡ ਸਾਡਾ ਇੱਥੋਂ 6 ਕਿਲੋਮੀਟਰ ਦੂਰੀ ਤੇ ਅਸੀਂ ਰਾਤ ਰੈਸਲਾਂ ਹੋਣੀਆਂ, ਸਾਰੇ ਰਾਤ ਨੂੰ ਹੀ ਫ੍ਰੀ ਹੁੰਦੇ ਸੀਗੇ ਤੇ ਉੱਥੋਂ ਤੁਰ ਕੇ ਵਾਪਸ ਆਉਂਦੇ ਹੁੰਦੇ ਸੀ। ਰੈਸਲ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਸੀ। ਇੱਥੇ ਇੱਕ ਸਕੂਲ ਸੀਗਾ, ਸਕੂਲ ਦੇ ਵਿੱਚ ਵੀ ਰੈਸਲ ਕਰਦੇ ਸੀ, ਪਰ ਉਹਦਾ ਵੀ ਇੱਕ ਸਮਾਂ ਹੁੰਦਾ ਹੈ ਕਿ ਜਿੱਦਾਂ ਤੁਸੀਂ 7:30 ਵਜੇ ਤੱਕ ਉਹਨਾਂ ਨੂੰ ਚਾਬੀ ਵਾਪਸ ਕਰਨੀ, ਤੇ ਕਲਾਕਾਰ ਸਾਰੇ ਇਕੱਠੇ ਰਾਤ ਨੂੰ ਹੁੰਦੇ ਸੀ। ਉਹ ਜਗ੍ਹਾ ਦੀ ਬੜੀ ਸਮੱਸਿਆ ਸੀ ਜਾਂ ਕੁਝ ਏਦਾਂ ਦੀਆਂ ਬੜੀਆਂ। ਮੈਂ ਤਾਂ ਬਹੁਤ ਛੋਟਾ ਸੀਗਾ ਉਦੋਂ, ਬਿਲਕੁਲ ਹੀ ਛੋਟਾ ਸੀਗਾ, ਮੈਨੂੰ ਇੰਨਾ ਯਾਦ ਵੀ ਨਹੀਂ, ਪਰ ਇਹ ਸਮੱਸਿਆਵਾਂ ਮੈਨੂੰ ਉਦੋਂ ਦੀਆਂ ਵੀ ਯਾਦ ਆ ਕਿ ਹਾਂ ਏਦਾਂ ਹੁੰਦਾ ਸੀ। ਸਾਡੇ ਕੋਲ
ਇਕੱਠੇ ਹੋਣ ਵਾਸਤੇ ਵੀ ਇੱਕ ਕਮਰਾ ਹੁੰਦਾ ਸੀਗਾ, ਜੇ ਵੱਧ ਤੋਂ ਵੱਧ ਇੱਕ ਛੋਟੇ ਘਰਾਂ ਦੇ ਕਮਰੇ, ਤੇ ਉੱਥੇ ਰੈਸਲ ਵੀ ਨਹੀਂ ਸੀ ਹੁੰਦੀ, ਸਿਰਫ ਰੀਡਿੰਗ ਨੂੰ ਪਾਉਂਦੇ ਸੀ। ਹਾਂਜੀ, ਤੁਸੀਂ ਦੱਸ ਸਕਦੇ ਹੋ। ਤੇ ਉਹ ਮੇਰੇ ਦਿਮਾਗ 'ਚ ਗੱਲ ਕਿ ਜਗ੍ਹਾ ਬਣਾਈ ਜਾ, ਥੀਏਟਰ ਬਣਾਇਆ ਜਾ। ਮੇਰੇ ਦਿਮਾਗ 'ਚ ਆ ਸੀ ਵੀ ਨਾਟਕ ਕਰਾਂਗੇ, ਮੇਰੇ ਬੱਚੇ ਗਾਂ ਛੋਟੇ ਜਿਹੜੇ ਵੱਡੇ ਹੋ ਰਹੇ ਨੇ, ਇਹ ਯੂਥ ਫੈਸਟੀਵਲ ਜਾਣਗੇ, ਚੰਗੇ ਆਰਟਿਸਟ ਬਣਗੇ। ਕਿਉਂਕਿ ਜੇ ਮੈਂ ਯੂਥ ਫੈਸਟੀਵਲ ਮੈਂ ਵੀ ਕਰੂੰਗਾ, ਪਰ ਮੈਂ ਇੰਨਾ ਪਰਪੱਕ ਸਿਆਣਾ ਥੀਏਟਰ ਵਿੱਚ ਨਹੀਂ ਸੀ ਹੈਗਾ। ਰੈਸਲਾਂ ਕਰਾਉਂਦਾ ਨਾ ਚੰਗਾ ਰਿਹਾ, ਮੈਂ ਵੀ ਨਾਟਕ ਫਸਟ ਕੱਢੇ ਨੇ, ਪਰ ਜਿੰਨਾ ਸਮਾਂ ਤੁਸੀਂ ਦਿੰਦੇ ਹੋ ਜਾਂ ਮੇਰੇ ਬੱਚੇ ਹੁਣ ਦਿੰਦੇ ਆ, ਮੈਂ ਵੇਖਦਾ ਇਹਨਾਂ ਨੂੰ ਥੀਏਟਰ ਬਾਰੇ ਕੰਮ ਕਰਦਾ, ਤੇ ਉਹ ਬੜੇ ਕਮਾਲ ਦੀਆਂ ਗੱਲਾਂ ਹੁੰਦੀਆਂ। ਉਹ ਮੈਂ ਜਗ੍ਹਾ ਬਣਾ ਲਈ, ਜਗ੍ਹਾ ਲਈ, ਜਗ੍ਹਾ ਲੈ ਕੇ ਤੇ ਥੀਏਟਰ ਬਣਾਇਆ, ਉੱਥੇ ਥੀਏਟਰ ਬਣਾਇਆ। ਪਰ ਮੈਨੂੰ ਇੰਨੀ ਮੈਂ ਤੁਹਾਡੇ ਕੋਲ ਸਹਿਯੋਗ ਲੈਂਦਾ ਰਿਹਾ, ਪਰ ਮੈਨੂੰ ਸਰ ਉਹਦਾ ਮੈਂ ਮਤਲਬ ਜਿਹੜੇ ਵੀ ਸਾਡੇ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਦੱਸਣਾ ਚਾਹੂੰਗਾ ਕਿ ਉਹਦਾ ਜਦੋਂ ਆਪਾਂ ਤਿਆਰ ਕੀਤਾ ਸੀਗਾ, ਤੇ ਮੈਨੂੰ ਯਾਦ ਹੈ ਕਿ ਉਹਦਾ ਡਿਜ਼ਾਈਨ ਜਿਹੜਾ ਥੀਏਟਰ ਦਾ, ਸਾਡੇ ਬਿਆਸ ਥੀਏਟਰ ਦਾ, ਉਹ ਤੁਸੀਂ ਕੀਤਾ ਹੋਇਆ, ਤੁਸੀਂ ਆਏ ਸੀਗੇ। ਬਿਲਕੁਲ, ਹਾਂਜੀ, ਬਹੁਤ ਅੱਛਾ ਬਣਿਆ ਉਹ। ਪਰ ਵੇਖੋ, ਕਈ ਗੱਲਾਂ ਜਿਹੜੀਆਂ ਗਾਂ ਟੈਕਨੀਕ ਲੈ ਕੇ ਅੱਗੇ ਵਧਾਉਣੀਆਂ ਤਾਂ ਮੇਰੇ ਕੋਲ ਨਹੀਂ ਵਧਾਈਆਂ ਗਈਆਂ, ਪਰ ਫਿਰ ਵੀ ਉਹ ਅੱਛਾ ਚੱਲਦਾ, ਚੰਗਾ ਚੱਲਦਾ। ਨਾਟਕ 300 ਆਰਟਿਸਟ ਕਲਾਕਾਰ ਬੈਠ ਜਾਂਦਾ, ਉਹ ਨਾਟਕ ਵੇਖ ਲੈਂਦਾ। ਰਾਤ ਦੀ ਸੰਘਣੀ ਛਾਂ ਵਿੱਚ, ਰਾਤ ਦੀ ਘੁੱਪ ਹਨੇਰੀ ਰਾਤ ਵਿੱਚ ਬਹੁਤ ਅੱਛਾ ਲੱਗਦਾ। ਤੇ ਸਭ ਤੋਂ ਵੱਡੀ ਗੱਲ ਉਹ ਇਹ ਕੀਤੀ ਮੈਂ ਕਿ 16 ਬਾਲ ਨਾਟਕ ਮੇਲੇ ਕਰਾਏ, ਕੰਪੀਟੀਸ਼ਨ, ਜਿਹੜੀ ਮੈਂ ਸਭ ਤੋਂ ਵੱਡੀ ਉੱਥੇ ਪ੍ਰਾਪਤੀ ਇਹ ਮਹਿਸੂਸ ਕਰਦਾ ਕਿ ਹਰ ਸਾਲ ਬਾਲ ਨਾਟਕ ਮੇਲਾ ਹੁੰਦਾ, ਇਲਾਕੇ ਦੇ 15-16 ਸਕੂਲਾਂ ਦੇ ਬੱਚੇ ਇਕੱਠੇ ਹੁੰਦੇ ਨੇ। 16 ਸਾਲ ਮੈਨੂੰ ਹੋ ਗਏ ਲਗਾਤਾਰ ਉੱਥੇ ਥੀਏਟਰ ਕਰਦੇ, ਕੰਪੀਟੀਸ਼ਨ ਕਰਾਉਂਦੇ, ਬਾਲ ਨਾਟਕ ਮੇਲਾ ਕਰਾਉਂਦੇ। ਪਹਿਲੇ ਦਿਨ ਬੱਚੇ ਗੀਤ, ਸੰਗੀਤ, ਕਵਿਤਾ, ਪੋਇਮ, ਆਪਣਾ ਭਾਸ਼ਣ ਮੁਕਾਬਲੇ ਕਰਦੇ ਨੇ। ਦੂਸਰੇ ਦਿਨ ਕੋਰੀਓਗ੍ਰਾਫੀ ਤੇ ਨਾਟਕ ਮੁਕਾਬਲੇ ਹੁੰਦੇ। 2 ਦਿਨਾਂ ਦਾ ਮੇਲਾ ਹੁੰਦਾ। ਪਹਿਲੇ ਦਿਨ 3 ਦਿਨ ਚੱਲਦਾ ਰਿਹਾ, ਹੁਣ 2 ਦਿਨ ਚੱਲਦਾ। 16 ਸਾਲ ਹੋ ਗਏ ਲਗਾਤਾਰ ਮੈਨੂੰ ਨਾਟਕ ਮੇਲਾ ਕਰਵਾਉਂਦੇ ਆ। ਜਿਹੜੀ ਗੱਲ ਮੈਂ ਪੂਰੀ ਕਰ ਨਹੀਂ ਸਕਿਆ, ਉਹ ਹੁਣ ਆਉਣ ਵਾਲੇ ਬੱਚਿਆਂ ਵਿੱਚ ਮੈਂ ਉਹ ਕਰਨੀ ਚਾਹੁੰਦਾ। ਕੋਈ ਉੱਥੇ ਗੰਦਾ ਗੀਤ ਨਹੀਂ ਚੱਲਦਾ, ਕੋਈ ਲੱਚਰ ਗੀਤ ਨਹੀਂ ਚੱਲਦਾ, ਕੋਈ ਕਹਾਣੀ ਨਹੀਂ ਚੱਲਦੀ। ਉੱਥੇ ਪ੍ਰੋਗਰੈਸਿਵ ਗੱਲ ਹੀ ਚੱਲਦੀ ਹੈ। 3 ਬੱਚੇ ਪ੍ਰੋਗਰੈਸਿਵ ਥੀਏਟਰ ਦੀ ਹੀ ਗੱਲ ਕਰਦੇ ਆ, ਔਰ ਇਹ ਮੇਰੇ ਵਾਸਤੇ ਹਾਂ। ਅੱਛਾ, ਮੈਂ ਹੰਸਾ, ਇਹ ਤੁਸੀਂ ਕਿਉਂਕਿ ਬਹੁਤ ਸਾਰੇ ਡਿਫਰੈਂਟ ਪਾਰਟ ਵਿੱਚ ਇਹ ਕੰਮ ਕੀਤਾ, ਤੁਸੀਂ ਸਕੂਲ, ਕਾਲਜ, ਯੂਥ ਫੈਸਟੀਵਲ, ਗੁਰਸ਼ਰਨ ਭਾਜੀ, ਫਿਰ ਆਪਣਾ ਗਰੁੱਪ, ਫਿਰ ਓਪਨ ਏਅਰ ਥੀਏਟਰ ਬਣਾਇਆ, ਤੁਸੀਂ ਬੱਚਿਆਂ ਦੇ ਨਾਟਕਾਂ ਦੇ ਮੇਲੇ ਲਾਏ, ਤੁਸੀਂ ਫਿਰ ਆਪ ਨਾਟਕ ਲਿਖੇ ਵੀ ਤੁਸੀਂ ਕੋਈ? ਹਾਂਜੀ, ਮੇਰੀਆਂ 3 ਕਿਤਾਬਾਂ ਨਾਟਕਾਂ ਦੀਆਂ ਛਪੀਆਂ। ਹਾਂ, ਪਹਿਲੀ ਕਿਤਾਬ ਛਪੀ ਸੀ ਸੁਪਨਿਆਂ ਦੇ ਬੀਜ। ਉਹਦੇ ਵਿੱਚ 3 ਨਾਟਕ ਨੇ, ਪੰਜੋ, ਮਿੱਟੀ ਦਾ ਮੋਹ ਤੇ ਸੁਪਨਿਆਂ ਦੇ ਬੀਜ, ਪਹਿਲੀ ਕਿਤਾਬ ਦੇ ਵਿੱਚ। ਦੂਜੀ ਕਿਤਾਬ ਹੈਗੀ ਹੈ ਕਾਂਗਲਾ ਦੇ ਹੋਰ ਨਾਟਕ। ਤੀਸਰੀ ਕਿਤਾਬ ਤੇ ਉਹ ਫਿਰ ਪਰਤਣਗੇ। 3 ਨਾਟਕਾਂ ਦੀਆਂ ਕਿਤਾਬਾਂ ਬੜੀਆਂ ਨੇ। 2 ਕਿਤਾਬਾਂ ਮੈਂ ਹੁਣ ਜਿਹੜੀਆਂ ਲਿਖ ਰਿਹਾ, ਉਹ 2 ਛਪਣਗੀਆਂ, 2 ਆਉਣ ਵਾਲੇ ਸਮੇਂ 'ਚ ਤੁਹਾਨੂੰ ਮਿਲਣਗੀਆਂ। ਬਿਲਕੁਲ ਜ਼ਰੂਰ। ਔਰ ਮੈਂ ਕਿਉਂਕਿ ਹੁਣ ਇੱਕ ਹੋਰ ਤੁਹਾਡਾ ਜਿਹੜਾ ਜ਼ਿੰਦਗੀ ਦਾ ਖੂਬਸੂਰਤ ਪਹਿਲੂ ਹੈ ਕਿ ਤੁਹਾਡੇ ਦੋਨੋਂ ਬੇਟੇ ਜਿਹੜੇ ਆ ਬੜੇ ਬਿਹਤਰੀਨ ਐਕਟਰ ਹੈ। ਤੇ ਮੇਰੇ ਕਿਉਂਕਿ ਜਿਹੜਾ ਮੇਰਾ ਯੂਥ ਫੈਸਟੀਵਲ ਦਾ ਜਦੋਂ ਮੈਂ ਕਰਵਾਉਂਦਾ ਸੀ ਨਾਟਕ, ਜਦੋਂ ਕਰਵਾਉਂਦਾ ਸੀ, ਹੁਣ ਤਾਂ ਨਹੀਂ ਕਰਵਾਉਂਦਾ ਬਹੁਤ, ਤੇ ਉਦੋਂ ਇਹ ਦੋਵੇਂ ਯਾਨੀ ਕਿ ਮੇਰੇ ਹੀਰੋ ਸੀਗੇ DAV ਕਾਲਜ ਅੰਮ੍ਰਿਤਸਰ ਤੋਂ। ਤੇ ਅੱਜ ਕਿਉਂਕਿ ਇੱਧਰ ਡਾਕਟਰ SP ਸਿੰਘ ਹੋਰੀ ਵੀ ਯੂਨੀਵਰਸਿਟੀ ਤੋਂ ਜੁੜੇ ਹੋਏ ਆ, ਇਹਨਾਂ ਦੇ ਟਾਈਮ ਵਿੱਚ ਮੈਂ ਸਮਝਦਾ ਕਿ ਜਿਹੜਾ ਇਹ ਜਦੋਂ ਕ੍ਰਾਂਤੀ ਲੱਕੀ ਹੋਰੀ DAV ਕਾਲਜ ਦੇ ਉਹ ਪਲੇਜ਼, ਉਹ ਸਾਰਾ ਬੜਾ ਇੱਕ ਗੋਲਡਨ ਪੀਰੀਅਡ ਸੀ ਯੂਥ ਫੈਸਟੀਵਲ ਦਾ। ਬੜੇ ਹੀ ਬਿਹਤਰੀਨ ਨਾਟਕ, ਬੜੀ ਮਿਹਨਤ ਇਹਨਾਂ ਨੇ ਕੀਤੀ, ਬਹੁਤ ਜ਼ਿਆਦਾ।
ਤੇ ਲੱਕੀ ਹੁਣ ਕਿਉਂਕਿ ਅੱਜ ਕ੍ਰਾਂਤੀ ਇੱਥੇ ਨਹੀਂ ਹੈ, ਨਹੀਂ ਮੈਂ ਉਹਦੇ ਨਾਲ ਵੀ ਗੱਲ ਕਰਦਾ, ਤੇ ਹਾਂਜੀ ਹੁਣ ਕਿੱਦਾਂ ਮਹਿਸੂਸ ਹੁੰਦਾ ਹੈ ਕਿ ਉਹ ਜਦੋਂ ਸਮਿਆਂ ਨੂੰ ਤੁਸੀਂ ਦੇਖਦੇ ਹੋ ਕਿ ਜਦੋਂ ਤੁਸੀਂ ਯੂਥ ਫੈਸਟੀਵਲ ਦੇ ਵਿੱਚ ਸਿੱਖਦੇ ਹੀ ਪਏ ਸੀ ਹੈਨਾ, ਤੇ ਜੀ ਜੀ ਹੁਣ ਤੂੰ ਬੰਬੇ ਵਿੱਚ ਕੰਮ ਕਰਦਾ ਹੈ, ਕ੍ਰਾਂਤੀ ਹਾਲੇ ਵੀ ਯੂਥ ਫੈਸਟੀਵਲ ਜਲੰਧਰ ਕਾਲਜਾਂ ਜੀ ਦੇ ਜੀ ਵਿੱਚ ਜੀ ਕਰਵਾ ਰਿਹਾ ਵਾ ਹੈਨਾ। ਹਾਂਜੀ ਤੇ ਮੈਂ ਚਾਹਾਂਗਾ ਕਿ ਤੂੰ ਕੁਝ ਪਲ ਆਪਣੇ ਸਾਂਝੇ ਕਰ ਆਪਣੇ ਸਫ਼ਰ ਦੇ ਇਸ ਬਾਰੇ। ਸਰ ਯੂਥ ਫੈਸਟੀਵਲ ਦਾ ਸਫ਼ਰ ਜਿਹੜਾ ਮੈਨੂੰ ਲੱਗਦਾ ਕਿ ਸ਼ਾਇਦ ਇਹ ਸਾਰੇ ਜਿੱਦਾਂ ਤੁਹਾਨੂੰ ਵੀ ਇਦਾਂ ਹੁੰਦਾ ਹੋਊਗਾ ਕਿ ਉਹ ਟਾਈਮ ਜਿਹੜਾ 골ਡਨ ਟਾਈਮ ਆਪਾਂ ਉਹਨੂੰ ਕਹਿੰਦੇ ਆ, ਤੇ ਵਾਕਈ ਉਹ 골ਡਨ ਟਾਈਮ ਸਾਡੇ ਲਈ, ਉਹ ਮੇਰੇ ਲਈ, ਕ੍ਰਾਂਤੀ ਭਾਜੀ ਲਈ ਇਦਾਂ, ਸ਼ਾਇਦ ਭਾਊ ਲਈ ਇਦਾਂ ਰਿਹਾ ਵਧੀਆ ਕਿ ਅਸੀਂ ਉਸ ਟਾਈਮ 'ਚ ਬਹੁਤ ਜ਼ਿਆਦਾ ਕੁਝ ਸਿੱਖੇ ਹਾਂ। ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਅਸੀਂ ਥੀਏਟਰ ਕਰਦੇ ਰਹੇ ਹਾਂ, ਮਤਲਬ ਅਸੀਂ ਆਪਣੀ ਟੀਮ ਬਿਆਸ ਟੀਮ ਵੱਲੋਂ ਕੀਤਾ, ਉਹਦੇ 'ਚ ਉਹੀ ਥੀਏਟਰ ਸੀਗਾ ਜਿਹੜਾ ਗੁਰਸ਼ਰਨ ਭਾਜੀ ਵਾਲਾ ਥੀਏਟਰ ਅਸੀਂ ਕੀਤਾ ਸੀਗਾ ਕਿ ਸਟੇਜ ਨਹੀਂ ਵੀ ਹੈਗੀ, ਦਰੀਆਂ ਵਿਛਾ ਕੇ ਨਾਟਕ ਕਰਦੇ ਹੋ, ਸਾਊਂਡ ਨਹੀਂ ਹੈਗਾ ਤਾਂ ਵੀ ਨਾਟਕ ਕਰਦੇ, ਨਾਟਕ ਕਰਨਾ ਮਕਸਦ ਸੀਗਾ ਉੱਥੇ। ਤੇ ਉਹ ਅਸੀਂ ਬਹੁਤ ਥੀਏਟਰ ਕੀਤਾ, ਉਹ ਤੋਂ ਸਿੱਖੇ, ਉਹਦੇ ਤੋਂ ਅਸੀਂ ਬਣੇ। ਪਰ ਜਦੋਂ ਯੂਥ ਫੈਸਟੀਵਲ ਹੋਇਆ, ਯੂਥ ਫੈਸਟੀਵਲ ਦੇ ਵਿੱਚ ਨਵੀਆਂ ਟੈਕਨੀਕਸ, ਜਿੱਦਾਂ ਸਾਨੂੰ, ਅਸੀਂ ਭਾਗਾਂ ਵਾਲੇ ਸਮਝਦੇ ਹਾਂ ਸਰ, ਕਿਉਂਕਿ ਅਸੀਂ ਬਿਆਸ 'ਚ ਥੀਏਟਰ ਕਰਦੇ ਸੀ ਤੇ ਆਪਣਾ ਹੀ ਇੱਕ ਆਪਣੀ ਟੀਮ ਤੇ ਆਪਣੀਆਂ ਟੈਕਨੀਕਸ ਸੀਗੀਆਂ ਉਦੋਂ। ਪਰ ਜਦੋਂ ਅਸੀਂ ਅੰਮ੍ਰਿਤਸਰ ਪੜ੍ਹਨ ਲੱਗੇ, ਅਸੀਂ ਤੁਹਾਡੇ ਨਾਲ ਵੀ ਥੀਏਟਰ ਕਰਨ ਲੱਗ ਪਏ, ਫਿਰ ਤੁਹਾਡੇ ਨਾਟਕਾਂ ਦੇ ਵਿੱਚ ਵੀ ਭਾਗ ਲੈਣ ਲੱਗ ਪਏ, ਤੇ ਨਾਲੇ ਅਸੀਂ ਯੂਥ ਫੈਸਟੀਵਲ ਤੇ ਕਰਦੇ ਹੀ ਸੀਗੇ। ਸਾਡੇ ਕੋਲ ਉਹ ਟਾਈਮ ਸਾਡੇ ਲਈ ਤਾਂ 골ਡਨ ਟਾਈਮ ਸੀ ਸਰ, ਅਸੀਂ ਉਹਦੇ 'ਚ ਬਹੁਤ ਬਹੁਤ ਵਧੀਆ ਤਰੀਕੇ ਨਾਲ ਥੀਏਟਰ ਸਿੱਖਿਆ, ਉਸ ਟਾਈਮ ਤੇ ਅਸੀਂ ਜ਼ਿਆਦਾ ਸਿੱਖਿਆ। ਤੇ ਫਿਰ ਮਤਲਬ ਅਸੀਂ ਪਿੰਡ 'ਚੋਂ ਗਏ ਸੀਗੇ, ਉਹ ਇੱਕ ਸ਼ਹਿਰ ਦੇ ਵਿੱਚ, ਸਾਡੇ ਲਈ ਅੰਮ੍ਰਿਤਸਰ ਇੱਕ ਸ਼ਹਿਰ ਸੀਗਾ ਉਸ ਟਾਈਮ ਤੇ ਸਾਡੇ ਲਈ ਬੜਾ ਜ਼ਿੰਦਗੀ ਦਾ ਫੇਰ ਬਦਲ ਸੀਗਾ, ਜਿਹੜਾ ਜਿਹਨੇ ਅੱਜ ਤੱਕ ਸਾਨੂੰ ਬਹੁਤ ਕੁਝ ਸਿਖਾਇਆ ਹੈ ਤੇ ਦਿੱਤਾ ਵੀ ਹੈ ਸਰ। ਮਤਲਬ ਫਾਈਨੈਂਸ਼ੀਅਲੀ ਵੀ ਸਾਨੂੰ ਬਹੁਤ ਹੈਲਪ ਹੋਈ ਇਹਦੇ 'ਚ। ਹਾਂ, ਮੈਂ ਇਹੀ ਬਾਕੀ ਦੋਸਤਾਂ ਦੇ ਨਾਲ ਵੀ ਜਿਹੜੀ ਤੁਹਾਡੇ ਕੋਲੋਂ ਗੱਲ ਜਿਹੜੀ ਸਾਂਝੀ ਕਰਨੀ ਚਾਹੁੰਦਾ ਵਾ ਕਿ ਤੁਸੀਂ ਤੁਹਾਡੇ ਫਾਦਰ ਸਾਹਿਬ ਨੇ ਜਿਸ ਤਰ੍ਹਾਂ ਦਾ ਥੀਏਟਰ ਕੀਤਾ ਹੈ ਨਾ, ਤੁਸੀਂ ਉਸ ਤੋਂ ਫਿਰ ਇੱਕ ਪੜਾਅ ਅੱਗੇ ਜਾ ਕੇ ਥੀਏਟਰ ਕੀਤਾ ਜਿਹੜਾ ਕਿ ਟੈਕਨੀਕਲੀ ਸਾਊਂਡ ਸੀ, ਔਰ ਯੂਥ ਦੇ ਨਾਲ ਮਿਲ ਕੇ ਜ਼ਿਆਦਾ ਥੀਏਟਰ ਕੀਤਾ, ਔਰ ਉਹਦੀ ਟ੍ਰੇਨਿੰਗ ਵੀ, ਕਿਉਂਕਿ ਚਲੋ ਉਹ ਕਿਉਂਕਿ ਤੁਸੀਂ ਮੇਰੇ ਨਾਲ ਵੀ ਕਰਦੇ ਸੀ, ਤੇ ਯੂਥ ਫੈਸਟੀਵਲ ਵੀ ਬਹੁਤਾ ਤੁਸੀਂ ਮੇਰੇ ਨਾਲ ਹੀ ਕੀਤਾ ਉਹਨਾਂ ਸਮਿਆਂ 'ਚ। ਉਹ ਮੈਂ ਚਾਹੁੰਦਾ ਕਿ ਉਹਨਾਂ ਸਮਿਆਂ ਦੇ ਕੁਝ ਪਲ ਤੁਹਾਡੀ ਟੀਮ ਬਹੁਤ ਅੱਛੀ ਸੀ। ਉਹਨਾਂ ਲੱਕੀ ਸੀ, ਕ੍ਰਾਂਤੀ ਸੀ, ਨਿਸ਼ਾਨ ਸੀ, ਰਾਜਾ ਸੀ, ਉਦੋਂ ਕੁਦਰਤ ਸੀ, ਸੋਢੀ ਸੀ, ਲਾਲੀ ਸੀ, ਜਸ ਸੀ, ਇਹ ਬੜੀ ਕਮਾਲ ਦੀ ਟੀਮ ਸੀ ਤੁਹਾਡੀ, ਔਰ ਬਹੁਤ ਬਹੁਤ ਮਿਹਨਤੀ ਟੀਮ ਸੀਗੀ ਜਿਹੜੀ, ਔਰ ਬੜੇ ਤੁਸੀਂ ਨੈਸ਼ਨਲ ਲੈਵਲ ਤੇ ਪਲੇਜ਼ ਜਿਹੜੇ ਕਿ ਯੂਨੀਵਰਸਿਟੀ ਵੱਲੋਂ ਤੁਸੀਂ ਰਿਪਰੈਜ਼ੈਂਟ ਕਰਦੇ ਰਹੇ, ਬਹੁਤ ਵਾਰੀ ਨੈਸ਼ਨਲ ਅਵਾਰਡ ਸਾਰੇ ਤੁਸੀਂ ਲੈ ਕੇ ਆਉਂਦੇ ਸੀਗੇ, ਉਦੋਂ ਇਹ ਤੁਹਾਡੀ ਟੀਮ ਨੂੰ ਹੀ ਮਿਲਦੇ ਸੀਗੇ ਸਾਰੇ। ਇਹ ਮੈਂ ਚਾਹਾਂਗਾ ਉਹ ਫੈਸਟੀਵਲ ਦੇ ਉਹ ਜਿਹੜੀ ਤੁਹਾਡੀ ਤੁਸੀਂ ਮਿਹਨਤ ਜਿਸ ਤਰ੍ਹਾਂ ਕਰਦੇ ਸੀਗੇ, ਕਿਵੇਂ ਮੈਨੂੰ ਯਾਦ ਹੈ ਤੁਸੀਂ ਸਵੇਰੇ 6 ਵਜੇ ਵੀ ਰਿਹਰਸਲ ਕਰ ਰਹੇ ਹੁੰਦੇ ਸੀ। ਹਾਂਜੀ ਸਰ, ਕਰਦੇ ਰਹੇ ਤੇ ਸਾਡਾ। ਉਹ ਜ਼ਰਾ ਕੁਝ ਪਲ ਸਾਂਝੇ ਕਰ ਜ਼ਰੂਰ। ਸਰ ਮਜ਼ੇਦਾਰ ਗੱਲਾਂ ਮੈਂ ਤੁਹਾਨੂੰ ਦੱਸਦਾ ਹਾਂ ਜੀ, ਤੁਸੀਂ ਸਾਡੇ ਕੋਲ ਆਉਂਦੇ ਰਹੇ ਹੋ ਜਿੱਦਾਂ ਨਾ, ਤੇ ਤੁਹਾਡਾ ਇੱਕ ਸਟਾਈਲ ਆ, ਮਤਲਬ ਸਾਰਿਆਂ ਨੂੰ ਹੀ ਪਤਾ ਇੱਕ ਸਟਾਈਲ ਆ ਤੁਹਾਡਾ, ਕਿ ਤੁਸੀਂ ਜੇ 4 ਵਜੇ ਦਾ ਟਾਈਮ ਦਿੱਤਾ ਤੇ ਤੁਸੀਂ ਮਤਲਬ 4 ਵਜੇ 'ਚ 10 ਮਿੰਟ ਹੁੰਦੇ ਸੀ, ਤੁਸੀਂ ਪਹਿਲਾਂ ਟੀਚਰਸ ਨੂੰ ਮਿਲ ਕੇ 4 ਵਜੇ ਰਿਹਰਸਲ ਸ਼ੁਰੂ ਹੋਣੀ ਹੈ, ਤੇ ਤੁਸੀਂ ਉੱਥੇ ਬੈਠਣਾ ਹੈ ਜੀ, 2 ਘੰਟੇ ਬੈਠੇ ਹੋ ਤੁਸੀਂ ਸਾਡੇ ਕੋਲ, ਔਰ ਸਭ ਨੂੰ ਪਤਾ ਕਿ ਤੁਸੀਂ ਕਦੀ ਵੀ ਉੱਠ ਕੇ ਤੇ ਦੱਸਦੇ ਨਹੀਂ ਹੋ ਨਾ, ਬੈਠਿਆ ਬੈਠਿਆ ਦੱਸਣਾ ਤੂੰ ਏਦਾਂ ਕਰਦੇ, ਤੂੰ ਏਦਾਂ ਕਰਦੇ। ਫਿਰ ਸਾਨੂੰ ਕੇਵਲ ਸਰ ਨੇ ਇੱਕ ਲਿਸਟ ਦਿੱਤੀ ਹੁੰਦੀ ਸੀ, ਜਿਹਦੇ ਤੇ ਏਦਾਂ ਪੁੱਛਣਾ ਕਿ ਹਾਂਜੀ ਆਹ ਕੱਪੜਾ ਲਿਆਉਣਾ ਸੀ ਲਿਆਂਦਾ, ਇਹ ਟੋਕਰੇ ਲਿਆਉਣੇ ਸੀ ਲਿਆਂਦੇ, ਆਹ ਸਮਾਨ ਚਾਹੀਦਾ ਸੀ ਲਿਆਂਦਾ, ਮਤਲਬ ਉਹ ਲਿਸਟ ਤੁਹਾਡੇ ਕੋਲ ਹੁੰਦੀ ਸੀ। ਔਰ ਅਸੀਂ ਉਹ ਇੰਨਾ ਕੁ ਜ਼ਿਆਦਾ ਮਤਲਬ ਡਿਸਿਪਲਿਨ 'ਚ ਥੀਏਟਰ ਕਰਦੇ ਰਹੇ ਉਦੋਂ। 2 ਘੰਟੇ ਤੁਸੀਂ ਬੈਠਣਾ, 2 ਘੰਟੇ ਬਾਅਦ ਚਲੇ ਜਾਓ। ਪਰ ਉਸ ਤੋਂ ਬਾਅਦ ਸਾਡਾ ਏਦਾਂ ਹੁੰਦਾ ਸੀ ਸਰ ਕਿ ਜਿੱਦਾਂ ਕਾਲਜ ਦੇ ਵਿੱਚ ਸਾਨੂੰ ਪ੍ਰਿੰਸੀਪਲ MLA ਵੀ ਹੁੰਦੇ ਸੀਗੇ ਜੀ ਉਦੋਂ, ਉਹਨਾਂ ਨੂੰ ਵੀ ਬਹੁਤ ਸ਼ੌਂਕ ਸੀਗਾ, ਉਹਨਾਂ ਨੂੰ ਬਹੁਤ ਇਹ ਸੀਗਾ ਕਿ ਕਲਚਰਲ ਐਕਟੀਵਿਟੀਜ਼ 'ਚ ਉਹਨਾਂ ਦਾ ਕਾਲਜ ਜਿਹੜਾ ਉਹ ਵਧੀਆ ਰਹੇ ਹਮੇਸ਼ਾ ਹੀ। ਔਰ ਸਾਡਾ ਏਦਾਂ ਹੁੰਦਾ ਸੀ ਸਰ, ਮਾਰਨਿੰਗ ਅਸੀਂ ਬ੍ਰੇਕਫਾਸਟ ਕਰਨ ਤੋਂ ਬਾਅਦ ਸਾਡਾ DAV ਕਾਲਜ ਦਾ ਇੱਕ ਹਾਲ ਸੀਗਾ ਜਿਹੜਾ, ਉੱਥੇ ਜਾ ਕੇ ਅਸੀਂ ਕੁੰਡੀਆਂ ਲਾ ਲੈਣੀਆਂ ਅੰਦਰੋਂ। ਅਸੀਂ ਪਰ ਸਾਨੂੰ ਏਦਾਂ ਦਾ ਹੁੰਦਾ ਹੀ ਨਹੀਂ ਸੀਗਾ ਕਿ ਕਾਲਜ ਦੇ ਵਿੱਚ ਕੀ ਕਲਾਸਿਸ ਲੱਗ ਰਹੀਆਂ, ਕਾਲਜ ਦੇ ਵਿੱਚ ਕੀ ਗਤੀਵਿਧੀਆਂ ਹੋ ਰਹੀਆਂ, ਕਿਹੜਾ ਟੀਚਰ, ਕੋਈ ਸਾਡੇ ਆਪਣੇ ਟੀਚਰ ਉਹ ਸੀਗੇ ਜਿਨ੍ਹਾਂ ਦੀ ਡਿਊਟੀ ਸਾਡੇ ਨਾਲ ਲੱਗਦੀ ਸੀ। ਔਰ ਸਾਨੂੰ ਇੰਨਾ ਕਮਾਲ ਦੀ ਗੱਲ ਹੈ, ਤੁਸੀਂ ਕੋਈ ਕਲਾਸਾਂ ਨਹੀਂ ਸੀ ਲਾਉਂਦੇ, ਫਿਰ ਵੀ ਸੋਹਣੇ ਨੰਬਰਾਂ 'ਚ ਪਾਸ ਹੋ ਜਾਂਦੇ ਸੀ। ਪਾਸ ਹੁੰਦੇ ਰਹੇ ਸਰ, ਬਿਲਕੁਲ ਪਾਸ ਹੁੰਦੇ ਰਹੇ, ਸਾਨੂੰ ਬੜੇ ਅੱਛੇ ਨੰਬਰਾਂ 'ਚ ਪਾਸ ਹੁੰਦੇ ਰਹੇ, ਮੈਨੂੰ ਪਤਾ ਹੁੰਦੇ ਰਹੇ ਸਰ। ਔਰ ਮੇਰਾ ਤੇ ਕ੍ਰਾਂਤੀ ਭਾਈ, ਸਾਡੀ ਕਲਾਸ, ਕਿਉਂਕਿ ਉਹਨਾਂ ਨੇ ਮਤਲਬ ਕਿ ਅਸੀਂ ਇਕੱਠੀ ਕਲਾਸ 'ਚ ਹੋ ਗਏ ਸੀ, ਉਹ ਪਹਿਲਾਂ PMT ਦੇ ਟੈਸਟ ਦੀ ਤਿਆਰੀ ਕਰ ਰਹੇ ਸੀਗੇ, ਪਰ ਉਹਨਾਂ ਦਾ ਹੋ ਨਹੀਂ ਪਾਇਆ, ਤੇ ਅਸੀਂ ਦੋਨਾਂ ਨੇ ਇੱਕ ਬੁੱਕ ਲੈਣੀ ਸਰ, ਜਿੱਦਾਂ ਮਤਲਬ ਕਿ ਇੱਕ ਹੀ ਬੁੱਕ ਲੈਣੀ ਐਗਜ਼ਾਮ ਤੋਂ ਪਹਿਲਾਂ, ਜਿੱਦਾਂ
ਉਹਨੂੰ ਹਾਫ ਕਰ ਲੈਣਾ ਤੇ ਟਾਈਮ ਦੇ ਦੇਣਾ ਇੱਕ ਦੂਸਰੇ ਨੂੰ ਕਿ ਅੱਜ ਰਾਤ ਮੇਰੇ ਕੋਲ ਆਹ ਵਾਲਾ ਬੁੱਕ ਆ ਤੇ ਤੇਰੇ ਕੋਲ ਆਹ ਵਾਲੀ ਇੱਕ ਬੁੱਕ ਅੱਧੀ ਕਰਨ ਤੋਂ ਬਾਅਦ, ਤੇ ਉਹ ਅਸੀਂ ਬਾਅਦ ਚ ਚੇਂਜ ਕਰ ਲੈਣੀ। ਤੇ ਪੇਪਰ ਦੇਣੇ ਸਰ 2 ਦਿਨ ਮਤਲਬ ਕਿ ਬਾਅਦ ਪਹਿਲਾਂ ਪੜ੍ਹਨਾ ਤੇ 2 ਦਿਨ ਬਾਅਦ ਐਗਜ਼ਾਮ ਦੇਣੇ ਤੇ ਪਾਸ ਵੀ ਹੋਣਾ ਔਰ ਚੰਗੇ ਨੰਬਰਾਂ ਤੇ ਹੋਣਾ। ਸ਼ਾਇਦ ਸਾਡਾ ਦਿਮਾਗ ਜਿਹੜਾ ਉਹ ਥੀਏਟਰ ਨੇ ਬਹੁਤ ਜ਼ਿਆਦਾ ਠੀਕ ਕੀਤਾ, ਸਾਨੂੰ ਤੰਦਰੁਸਤ ਹੀ ਕੀਤਾ ਉਹਨੇ। ਤੇ ਅਸੀਂ ਲਗਾਤਾਰ ਸਰ ਰੈਸਲਾਂ ਕਰਦੇ ਰਹੇ ਹਾਂ। ਜੇ ਤੁਸੀਂ ਸਾਨੂੰ 2 ਘੰਟੇ ਦੇ ਵਿੱਚ ਜੋ ਦੱਸਿਆ ਅਸੀਂ ਉਹਨੂੰ ਪ੍ਰੀਪੇਅਰ ਕਰਨਾ, ਤੇ ਸ਼ਾਇਦ ਤੁਹਾਨੂੰ ਵੀ ਇਸ ਗੱਲ ਦਾ ਮਾਣ ਹੁੰਦਾ ਹੋਊਗਾ ਕਿ ਤੁਸੀਂ ਜਦੋਂ ਆਉਣਾ ਨੈਕਸਟ ਡੇ ਆਉਣਾ ਤੁਹਾਨੂੰ ਤੁਹਾਡਾ ਦਿੱਤਾ ਹੋਇਆ ਕੰਮ ਤੁਹਾਨੂੰ ਮਿਲਦਾ ਹੋਊਗਾ। ਤਾਂ ਹੀ ਬਿਲਕੁਲ ਨਹੀਂ, ਮੈਂ ਹਮੇਸ਼ਾ ਕਹਿੰਦਾ ਨਾ ਕਿ ਜਿੰਨੀਆਂ ਮੇਰੇ ਯੂਥ ਫੈਸਟੀਵਲ ਦੇ ਸਫ਼ਰ ਚ ਟੀਮਾਂ ਆਈਆਂ ਉਹ ਟੀਮ ਬੈਸਟ ਸੀ, ਬਹੁਤ ਬੈਸਟ ਟੀਮ ਸੀ ਔਰ ਬੜੀ ਮਿਹਨਤੀ ਟੀਮ ਸੀ। ਇਮਾਨਦਾਰੀ ਸਾਡੇ ਚ ਹੈ ਵਾਕਈ ਸੀਗੀ ਸਰ। ਹੁਣ ਜੇ ਸਟੂਡੈਂਟਸ ਨਾਲ ਅਸੀਂ ਕੰਮ ਕਰਦੇ ਹਾਂ ਸਰ, ਪਰ ਉਹਨਾਂ ਦੇ ਵਿੱਚ ਸਟੂਡੈਂਟਸ ਦੇ ਵਿੱਚ ਹੀ ਮਤਲਬ ਸਾਨੂੰ ਦਿਖਦਾ ਹੈ ਕਿ ਹਾਂ ਕਿੰਨੇ ਪ੍ਰੋਫੈਸ਼ਨਲ ਸਟੂਡੈਂਟ ਅੱਜ ਕੱਲ੍ਹ ਦੇ। ਪਰ ਸਾਨੂੰ ਇਦਾਂ ਦਾ ਹੁੰਦਾ ਹੀ ਨਹੀਂ ਸੀ, ਸਾਨੂੰ ਇੱਕ ਜਨੂਨ ਸੀਗਾ, ਸ਼ਾਇਦ ਉਹ ਬਲੱਡ 'ਚ ਸੀ ਜਾਂ ਸਾਡੇ ਆਲੇ ਦੁਆਲੇ ਸੀ, ਜਾਂ ਮਤਲਬ ਕਿ ਉਸ ਟਾਈਮ ਤੇ ਥੀਏਟਰ ਦੇ ਵਿੱਚ ਤੁਹਾਡੇ ਨਾਲ ਵੀ ਜਿੰਨੇ ਯੰਗ ਮੁੰਡੇ ਸੀਗੇ ਜਿਹੜੇ ਥੀਏਟਰ ਕਰਨ ਵਾਲੇ, ਉਹਨਾਂ 'ਚ ਵੀ ਸਾਨੂੰ ਲੱਭਦਾ ਸੀਗਾ ਕਿ ਹਾਂ ਕਿੰਨੀ ਸ਼ਿੱਦਤ ਨਾਲੇ ਲੱਗੇ ਤੁਹਾਡੇ ਨਾਲ। ਉਹ ਚੀਜ਼ਾਂ ਨੇ ਸਾਨੂੰ ਬਹੁਤ ਪੋਜ਼ਿਟਿਵ ਕੀਤਾ, ਉਹਨਾਂ ਨੇ ਜੋੜੀ ਰੱਖਿਆ ਸਾਨੂੰ ਵੀ। ਨਹੀਂ ਤੇ ਸ਼ਾਇਦ ਅਸੀਂ ਵੀ ਕੋਈ ਮਤਲਬ ਕਿ ਜੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਸੀਂ ਵੀ ਕਿਸੇ ਜੌਬ ਵੱਲ ਹੀ ਜਾਂਦੇ, ਪਰ ਅਸੀਂ ਇਸੇ ਰਾਹ ਤੇ ਤੁਰੇ ਹਾਂ। ਉਹ ਕਾਰਨ ਸੀ। ਹਾਂ ਤੇ ਲੱਕੀ ਤੁਸੀਂ ਫਿਰ ਇਸ ਰਸਤੇ ਤੁਰਦੇ ਹੋਏ ਤੁਸੀਂ ਫਿਰ ਆਪ ਵੀ ਬਤੌਰ ਡਾਇਰੈਕਟਰ ਯੂਥ ਫੈਸਟੀਵਲ ਚ ਬਹੁਤ ਸੋਹਣੇ ਪਲੇ ਕਰਾਏ। ਮੈਂ ਕੁਝ ਪਲੇ ਤੁਹਾਡੇ ਦੇਖੇ ਵੀ ਯੂਨੀਵਰਸਿਟੀ ਦੇ ਵਿੱਚ, ਮੈਨੂੰ ਦੇਖਣ ਦਾ ਮੌਕਾ ਮਿਲਿਆ। ਤੁਸੀਂ ਫਿਰ ਤੁਹਾਨੂੰ ਅੱਗੋਂ ਉਹੋ ਜਿਹੀਆਂ ਟੀਮਾਂ ਮਿਲੀਆਂ ਜਿਹੋ ਜਿਹੀ ਟੀਮ ਤੁਸੀਂ ਸੀ? ਸਰ ਦੱਸ ਨਹੀਂ ਮਿਲੀਆਂ ਸਰ, ਉਦਾਂ ਦਾ ਪਿਆਰ ਹੀ ਨਹੀਂ ਮਿਲਿਆ, ਉਦਾਂ ਦਾ ਮਤਲਬ ਸਾਡਾ ਸਰ ਮੈਨੂੰ ਲੱਗਾ ਹੀ ਨਹੀਂ ਕਦੀ ਕਿ ਟੀਮ ਆ ਸਾਨੂੰ। ਤੇ ਅੱਜ ਵੀ ਸਰ ਸਾਡੇ ਪੁਰਾਣੇ ਆ ਜਿੱਦਾਂ ਲਾਲੀ ਜੱਸ ਜਾਂ ਪੁਰਾਣੇ ਨਿਸ਼ਾਨ ਹੋਣੀ ਵੀ ਹੈ ਵੀ ਵਾਕਈ ਸਰ ਪਰਿਵਾਰ। ਸਾਨੂੰ ਕਦੀ ਏਦਾਂ ਲੱਗਾ ਹੀ ਨਹੀਂ ਸੀਗਾ ਕਿ ਟੀਮ ਦੇ ਪਾਤਰ ਆ ਅਸੀਂ ਜਾਂ ਫਿਰ ਅਲੱਗ-ਅਲੱਗ ਪਰਿਵਾਰਾਂ ਤੋਂ ਆ। ਅੱਜ ਵੀ ਅਸੀਂ ਇੱਕ ਆ, ਜਦੋਂ ਵੀ ਭਾਵੇਂ ਸਾਲ ਬਾਅਦ ਗੱਲ ਹੋਏ ਉਹ ਪਿਆਰ ਉਦਾਂ ਹੀ। ਨਹੀਂ ਤੇ ਬਹੁਤ ਸਾਰੀਆਂ ਦੋਸਤੀਆਂ ਉਹ ਇਦਾਂ ਦੀਆਂ ਹੈ ਕਿ ਜੇ ਮਤਲਬ ਗੈਪ ਪੈ ਜੇ ਤੇ ਫਿਰ ਉਹ ਉਹਨਾਂ 'ਚ ਫਾਰਮੈਲਿਟੀਜ਼ ਆ ਜਾਂਦੀਆਂ, ਪਰ ਸਾਡੀ ਦੋਸਤੀ ਕਦੀ ਵੀ ਇਦਾਂ ਦੀ ਨਹੀਂ ਰਹੀ। ਜਿਹੜਾ ਸਾਡਾ ਗਰੁੱਪ ਸੀ ਅੱਜ ਵੀ ਉਸੇ ਤਰੀਕੇ ਦਾ ਹੈ। ਤੇ ਫਿਰ ਤੁਸੀਂ ਹੁਣ ਜਦੋਂ ਆਪ ਤਿਆਰੀ ਕਰਵਾਉਂਦੇ ਹੋ ਫਿਰ ਤੁਸੀਂ ਕਿੱਦਾਂ ਦਾ ਪ੍ਰੋਸੈਸ ਅਪਣਾਉਂਦੇ ਹੋ ਕਿ ਤੁਹਾਨੂੰ ਉਹੋ ਜਿਹੀ ਮਿਹਨਤੀ ਟੀਮ ਨਹੀਂ ਮਿਲਦੀ ਪਰ ਫਿਰ ਵੀ ਤੁਸੀਂ ਅੱਛਾ ਕਰਦੇ ਹੋ? ਫਿਰ ਉਹ ਕਿੱਦਾਂ ਉਹਨਾਂ ਕੋਲੋਂ ਕਢਵਾਉਂਦੇ ਹੋ ਸਾਰਾ ਕੁਝ? ਸਰ ਇੱਕ ਨਾ ਬੜੀ ਮਤਲਬ ਮੈਨੂੰ ਇਦਾਂ ਲੱਗਦਾ ਕਿ ਮੈਂ ਤੇ ਕ੍ਰਾਂਤੀ ਭਾਊ ਨੇ ਨਾ ਅਸੀਂ ਕੱਲੇ ਹੋ ਕੇ ਵੀ ਥੀਏਟਰ ਕਰਵਾਇਆ। ਜਿੱਦਾਂ ਮੈਂ ਏਪੀਜੇ ਕਰਵਾਇਆ, ਉਹਨਾਂ ਨੇ ਖਾਲਸਾ ਕਾਲਜ ਕਰਵਾਇਆ। ਸਰ ਉਹਦਾ ਸਾਨੂੰ ਨਾ ਨੁਕਸਾਨ ਇਦਾਂ ਹੁੰਦਾ ਸੀਗਾ ਕਿ ਜਿੱਦਾਂ ਅਸੀਂ ਦੋਵੇਂ ਹੁੰਦੇ ਆ ਤੇ ਸਾਡੀ ਇੱਕ ਤੇ ਅੰਡਰਸਟੈਂਡਿੰਗ ਬਹੁਤ ਆ। ਜਿੱਦਾਂ ਮੈਂ ਐਕਟਿੰਗ ਦੇ ਵਿੱਚ ਮੈਂ ਥੋੜਾ ਬਹੁਤ ਮਤਲਬ ਕਿ ਸਟੂਡੈਂਟਸ ਨੂੰ ਮੈਂ ਜ਼ਿਆਦਾ ਵਧੀਆ ਗਾਈਡ ਕਰ ਸਕਦਾ ਹਾਂ, ਤੇ ਭਾਊ ਜੀ ਦਾ ਇਹ ਹੈ ਕਿ ਉਹ ਡਾਇਰੈਕਸ਼ਨ ਦਾ ਪੁਆਇੰਟ ਆਫ ਵਿਊ ਉਹਨਾਂ ਦਾ ਬੜਾ ਅੱਛਾ, ਮਤਲਬ ਬਿਲਕੁਲ ਬਹੁਤ ਅੱਛਾ ਲੱਗਿਆ ਇਸ ਪਾਸੇ। ਅਸੀਂ ਇਕੱਠੇ ਹੁੰਦੇ ਆ ਤੇ ਇੱਕ ਅੱਗੇ ਵਾਲਾ ਸਾਡਾ ਸਾਥ ਇਕੱਲੇ ਕਰਿਆਂ ਨੂੰ ਸਾਨੂੰ ਬੜਾ ਦਿੱਕਤ ਆਉਂਦੀ ਆ ਕਿ ਜਿੱਦਾਂ 2 ਜਣੇ ਮਿਲ ਕੇ ਅਸੀਂ ਜ਼ਿਆਦਾ ਬਹੁਤ ਸੋਹਣਾ ਬਿਹਤਰ ਕੰਮ ਕਰਵਾ ਪਾਉਂਦੇ ਆ। ਇਹ ਸਾਡਾ ਐਕਸਪੀਰੀਅੰਸ ਇਹ ਕਹਿੰਦਾ ਹੈ ਕਿ ਇਕੱਠਿਆਂ ਤੇ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਤੇ ਵਿਸ਼ ਆ ਕਿ ਇਕੱਠੇ ਹੀ ਰਹੀਏ ਹਮੇਸ਼ਾ ਹੀ। ਬਿਲਕੁਲ ਤੁਸੀਂ ਬਹੁਤ ਖੂਬਸੂਰਤ ਕੰਮ ਕੀਤੇ ਹੋਏ, ਵਧੀਆ ਕੰਮ ਕੀਤੇ ਹੋਏ ਆ। ਤੇ ਲੱਕੀ ਫਿਰ ਤੁਹਾਡੇ ਇਸ ਸਫ਼ਰ ਦਾ ਇੱਕ ਹੋਰ ਪੜਾਅ ਹੈ ਅਗਲਾ ਕਿ ਤੁਸੀਂ ਬੰਬੇ ਚਲੇ ਗਏ ਉੱਥੇ। ਤੇ ਲੱਕੀ ਫਿਰ ਉੱਥੇ ਬੰਬੇ ਕੀ ਕਰਦਾ? ਸਰ ਮੈਨੂੰ ਅਜੇ ਸਾਲ ਹੋਇਆ ਜੀ ਮੁੰਬਈ ਗਿਆ, ਤੇ ਮੈਂ ਮਤਲਬ ਮੇਰਾ ਇੱਕ ਮਿੱਤਰ ਆ ਜਲੰਧਰ ਤੋਂ ਹੀ, ਉਹਨੇ ਮੈਨੂੰ ਕਿਹਾ ਕਿ ਭਾਜੀ ਤੁਸੀਂ ਛੱਡ ਕੇ, ਮਨੋਜ ਸੱਭਰਵਾਲ ਮੇਰੇ ਨਾਲ ਉਹ ਪੜ੍ਹਦਾ ਰਿਹਾ ਏਪੀਜੇ ਕਾਲਜ ਦੇ ਵਿੱਚ, ਔਰ ਉਹਨੇ ਮੈਨੂੰ ਕਿਹਾ ਕਿ ਭਾਜੀ ਤੁਸੀਂ ਆ ਜਾਓ। ਹੁਣ ਤੇ ਸਰ ਵੈਸੇ ਵੀ ਜਿਹੜੀ ਏਜ ਆ ਮੇਰਾ ਮਤਲਬ ਵਿਆਹ ਤਾਂ ਹੈਗਾ ਹੀ ਆ ਹੁਣ ਲੋਕਡਾਊਨ ਤੋਂ ਬਾਅਦ। ਤੇ ਉਸ ਤੋਂ ਪਹਿਲਾਂ ਮੈਨੂੰ ਇਹ ਸੀਗਾ ਸਾਲ ਪਿਆ ਸੀਗਾ ਤੇ ਮੈਂ ਜਾ ਕੇ ਥੋੜਾ ਇੱਕ ਵਾਰੀ ਮਤਲਬ ਕਿ ਆਪਣੇ ਆਪ ਨੂੰ ਉਲਾਮਾ ਨਾ ਰਹਿ ਜੇ ਕਿ ਮੁੰਬਈ ਨਹੀਂ ਗਏ, ਉੱਥੇ ਸਟਰਗਲ ਨਹੀਂ ਕੀਤਾ। ਤੇ ਮੈਂ ਸਰ ਸਾਲ ਪਹਿਲਾਂ ਹੀ ਗਿਆ ਆ। ਮੈਂ ਰਾਈਟਿੰਗ ਦਾ ਕੰਮ ਵੀ ਕਰ ਰਿਹਾ, ਸਕ੍ਰਿਪਟ ਰਾਈਟਿੰਗ ਦਾ, ਔਰ ਨਾਲ ਜੇ ਐਕਟਿੰਗ ਦਾ ਮਿਲਦਾ ਹੈ ਤੇ ਉਹਦੇ 'ਚ ਵੀ ਕਰ ਰਹੇ ਹਾਂ, ਡਾਇਰੈਕਸ਼ਨ ਦੇ ਵਿੱਚ ਵੀ ਕਰ ਰਹੇ ਹਾਂ, ਜਿੱਥੇ ਜਿੱਦਾਂ ਦਾ ਮਿਲਦਾ। ਹੁਣ ਤੱਕ ਮੈਂ ਇੱਕ ਅਵਾਰਡ ਹੁੰਦੇ ਆ ਸਰ, ਜ਼ੀ ਰਿਸ਼ਤੇ ਅਵਾਰਡ, ਉਹ ਲਿਖਿਆ ਮੈਂ ਨਾਲ, ਔਰ ਇੱਕ ਜ਼ੀ ਤੇ ਹੀ ਆਇਆ ਜੀ ਜ਼ੀ ਪੰਜਾਬੀ ਸ਼ੁਰੂ ਹੋਇਆ ਚੈਨਲ, ਉੱਤੇ ਸਾਰੇਗਾਮਾਪਾ ਇੱਕ ਸ਼ੋਅ ਚੱਲਦਾ ਹੈ, ਉਹ ਮੈਂ ਸਾਰਾ ਲਿਖਿਆ ਆ, ਨਾਲ ਉਹਦੇ 'ਚ ਐਕਟ ਕਰ ਰਿਹਾ। ਤੇ ਮਤਲਬ ਮੈਨੂੰ ਕੰਮ ਮਿਲਿਆ ਉੱਥੇ ਜਾ ਕੇ, ਲਿਖਣ ਦੇ ਵਿੱਚ ਜ਼ਿਆਦਾ ਮਿਲਿਆ ਕਿਉਂਕਿ ਜਿਹਨੇ ਬੁਲਾਇਆ ਉਹ ਖੁਦ ਰਾਈਟਰ ਆ, ਉਹਨੇ ਮੌਕਾ ਦਿੱਤਾ ਮੈਨੂੰ। ਤੇ
ਮੈਨੂੰ ਇਹ ਆ ਕਿ ਸਰ ਉੱਥੇ ਰਹਿ ਕੇ ਮੈਂ ਜ਼ਿਆਦਾ ਬੈਟਰ ਕਰ ਸਕਦਾ, ਹੋਰ ਵੀ ਬੈਟਰ ਹੋ ਸਕਦਾ, ਕਿਉਂਕਿ ਅਜੇ ਤੇ ਟਾਈਮ ਨਹੀਂ। ਮੁੰਬਈ ਸਟਰਗਲ ਚਾਹੀਦੀ ਆ ਉੱਥੇ, ਜੇ ਮੈਂ ਹੋਰ ਸਾਲ 1.5 ਸਾਲ ਲਗਾਤਾਰ ਕੰਮ ਕਰਾਂ ਤੇ ਫਿਰ ਮੈਂ ਉੱਥੇ ਹੀ ਮਤਲਬ ਪੈਰ ਜਮਾਉਣੇ ਚਾਹੁੰਦਾ ਜੀ। ਉੱਥੇ ਹੀ ਇੱਕ ਚਾਹੁੰਦਾ ਹੈ ਕਿ ਉੱਥੇ ਉਸ ਪਾਸੇ ਨੂੰ ਤੁਰਿਆ ਜਾਵੇ। ਓਕੇ, ਨਹੀਂ ਇਹ ਬਿਲਕੁਲ ਚੰਗੀ ਗੱਲ ਹੈ, ਤੁਹਾਡੇ ਕੋਲ ਥੀਏਟਰ ਦੀ ਬੈਕਗ੍ਰਾਉਂਡ ਹੈ, ਤੁਸੀਂ ਸ਼ੁਰੂ ਤੋਂ ਇੰਨਾ ਜ਼ਿਆਦਾ ਕੰਮ ਕੀਤਾ ਥੀਏਟਰ ਦੀ ਦੁਨੀਆ ਦੇ ਵਿੱਚ। ਹੰਸਾ ਭਾ, ਮੈਂ ਫਿਰ ਤੁਹਾਡੇ ਵੱਲ ਆਉਣਾ, ਤੁਸੀਂ ਇਹ ਦੱਸੋ ਹੁਣ ਕਿੱਦਾਂ ਦਾ ਤੁਸੀਂ ਸੋਚਦੇ ਹੋ ਥੀਏਟਰ ਦੇ ਬਾਰੇ 'ਚ? ਉਦੋਂ ਬੜਾ ਤੁਸੀਂ ਕਮਿਟਮੈਂਟ ਵਾਲਾ, ਬੜਾ ਪ੍ਰੋਗਰੈਸਿਵ ਗੁਰਸ਼ਰਨ ਭਾਜੀ ਵਾਂਗੂ ਥੀਏਟਰ ਕੀਤਾ, ਹੁਣ ਵੀ ਉਦਾਂ ਦਾ ਹੀ ਆ, ਪਰ ਹੁਣ ਕਿਉਂਕਿ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਤੁਸੀਂ ਉਨੇ ਐਕਟਿਵ ਨਹੀਂ ਹੋ ਜਿੰਨੇ ਪਹਿਲਾਂ ਸੀਗੇ, ਹੈਨਾ? ਕੀ ਇਹਦਾ ਕਾਰਨ ਹੈ ਕਿ ਲੱਕੀ ਕ੍ਰਾਂਤੀ ਇਹ ਜਲੰਧਰ ਬੰਬੇ ਚਲੇ ਗਏ, ਜਾਂ ਕੋਈ ਕਿੱਦਾਂ ਦੇ, ਜਾਂ ਤੁਸੀਂ ਥੱਕ ਗਏ ਹੋ? ਮੈਂ ਥੱਕਾ ਨਹੀਂ, ਮੈਂ ਥੱਕਿਆ ਨਹੀਂ ਜੀ। ਮੈਂ ਬਿਲਕੁਲ, ਮੈਨੂੰ ਲੱਗਦਾ ਮੈਂ ਜਵਾਨ ਨਹੀਂ ਅਜੇ, ਉਮਰ ਮੇਰੀ ਭਾਵੇਂ ਬੁੱਢੀ ਆ, ਪਰ ਮੈਨੂੰ ਲੱਗਦਾ ਮੈਂ ਅੱਜ ਵੀ ਜਵਾਨ ਹਾਂ। ਬਿਲਕੁਲ ਅੱਜ ਵੀ ਮੈਂ ਤਗੜਾ ਵਾਂ, ਅੱਜ ਵੀ ਮੈਂ ਕੰਮ ਕਰਾਂਗਾ। ਮੈਂ ਰਹਿੰਦੀ ਜ਼ਿੰਦਗੀ ਤੱਕ ਥੀਏਟਰ ਨੂੰ ਉੱਪਰ ਉੱਚੀਆਂ ਬੁਲੰਦੀਆਂ ਲੈ ਕੇ ਜਾਵਾਂਗਾ। ਇਹ ਮੇਰੇ ਦਿਨ 'ਚ ਅੱਜ ਵੀ ਹੈਗਾ। ਤੇ ਮੈਂ ਇੱਕ ਗੱਲ ਸੋਚਦਾ ਜੀ ਕਿ ਕਿਉਂਕਿ ਮੈਂ ਬਿਆਸ ਟੀਮ ਬਣਾਈ ਹੈ, ਕੰਮ ਕਰਦੀ ਆ, ਉਹ ਐਕਟ ਕਰਦੀ ਹੈ, ਪਰ ਜਿਹੜੀ ਮੈਂ ਚੀਜ਼ ਚਾਹੁੰਦਾ ਨਾ, ਆਉਣ ਵਾਲੀ ਪੀੜ੍ਹੀ ਜਿਹੜੀ ਹੈ ਨਾ, ਉਹ ਸਾਡੇ ਕੋਲ ਸਾਡੀ ਸੋਚ ਨਾਲ ਲੈ, ਸਾਡੀ ਸੋਚ ਜਿਹੜੀ ਆ, ਅਸੀਂ ਸੋਚਦੇ ਹਾਂ ਵੀ ਇਹ ਲੱਚਰਤਾ ਫੱਚਰਤਾ ਨਾ ਹੋਵੇ, ਲੋਕ ਪੱਖੀ ਗੀਤ ਹੋਣ, ਪ੍ਰੋਗਰੈਸਿਵ ਲੋਕਾਂ ਦੀ ਸੋਚ ਬਣੇ ਤੇ ਚੰਗੀ ਚੀਜ਼ ਨੂੰ ਸੋਚਣ, ਉਹ ਗੁਰਸ਼ਰਨ ਸਿੰਘ ਵਾਲੀ ਸੋਚ। ਬਿਲਕੁਲ। ਤੇ ਮੈਂ ਹਾਂਜੀ ਹੰਸਾ ਜੀ, ਇਹਦੇ ਨਾਲ ਹੀ ਜੁੜੀ ਹੋਈ ਗੱਲ ਹੈ ਕਿ ਤੁਸੀਂ ਪ੍ਰੋਗਰੈਸਿਵ ਗੁਰਸ਼ਰਨ ਭਾਜੀ ਦੀ ਸੋਚ ਦੀ ਗੱਲ ਕਰਦੇ ਹੋ। ਇਹ ਦੱਸੋ ਕਿ ਇਹ ਜਿਹੜੇ ਹੁਣ, ਕਿਉਂਕਿ ਪਲਸ ਮੰਚ ਦੇ ਵਿੱਚ ਵੀ ਤੁਸੀਂ ਬਹੁਤ ਐਕਟਿਵ ਹੋ, ਪਹਿਲਾਂ ਵੀ ਬੜੇ ਐਕਟਿਵ ਸੀ, ਹੁਣ ਵੀ ਐਕਟਿਵ ਮੈਂਬਰ ਉਹਨਾਂ ਦੇ, ਮੇਰੇ ਖਿਆਲ ਹੈ ਤੁਸੀਂ ਉਹਨਾਂ ਦੀ ਐਗਜ਼ੈਕਟਿਵ ਦੇ ਵਿੱਚ ਹੋ, ਤੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਅਜੇ ਵੀ ਜਿਹੜਾ ਪੰਜਾਬ ਲੋਕ ਸੱਭਿਆਚਾਰਕ ਮੰਚ ਹੈ ਉਹ ਉਸੇ ਤਰ੍ਹਾਂ ਦਾ ਹੀ ਕੰਮ ਕਰ ਰਿਹਾ ਜਿਹੜਾ ਅੱਜ ਤੋਂ 20 ਸਾਲ ਪਹਿਲੇ ਬਹੁਤ ਜੋਸ਼ ਦੇ ਨਾਲ ਜਿਸ ਤਰ੍ਹਾਂ ਦਾ ਕੰਮ ਸੀ, ਉਹ ਪਲਸ ਮੰਚ ਦਾ ਕੰਮ ਹੈਗਾ ਉਸ ਤਰ੍ਹਾਂ ਦਾ ਹੁਣ? ਦੇਖੋ ਜੀ, ਪਲਸ ਮੰਚ ਦਾ ਕੰਮ ਜਿੰਨੇ ਕਿ ਸਾਥੀ ਹਨ ਨਾ ਜੀ, ਅਸੀਂ ਤਾਂ ਉਹੀ ਸੋਚ ਅਪਣਾਉਣੀ ਚਾਹੁੰਦੇ ਹਾਂ, ਪਰ ਅਸੀਂ ਜੋ ਮਹਿਸੂਸ ਕਰਦੇ ਹਾਂ ਨਾ, ਅਸੀਂ ਤੁਹਾਡੇ ਵਰਗੇ ਸਾਥੀ ਜਿਹੜੇ ਪਲਸ ਮੰਚ ਦੇ ਨਾਲ ਅੱਜ ਭਾਵੇਂ ਨਹੀਂ ਕੰਮ ਕਰਦੇ, ਪਰ ਸਾਨੂੰ ਮਹਿਸੂਸ ਹੁੰਦਾ ਕਿ ਸਾਡਾ ਕਾਬਲਾ ਛੋਟਾ ਹੋ ਗਿਆ। ਅਸੀਂ ਸਰ ਮੈਂ ਥੋੜਾ ਬੋਲਣਾ ਚਾਹੂੰਗਾ ਜੀ ਇਸ ਗੱਲ ਦਾ। ਸਰ ਬੇਸ਼ੱਕ ਉਹ ਬਿਆਸ ਟੀਮ, ਬੇਸ਼ੱਕ ਉਹ ਪਲਸ ਮੰਚ, ਇਹ ਬਹੁਤ ਸਾਨੂੰ ਆਪਣੇ ਆਪ ਨੂੰ ਹੀ ਲੱਗਦਾ ਹੈ ਕਿ ਜਿੱਦਾਂ ਅਸੀਂ ਆਪਣੇ ਰਾਹ ਚੁਣਦੇ, ਮੈਂ ਕ੍ਰਾਂਤੀ ਦਾ ਜੀ ਫੌਜੀ ਨਾ, ਅਸੀਂ ਆਪਣੇ ਰਾਹਾਂ ਤੇ ਹਾਂ, ਔਰ ਬਿਆਸ ਟੀਮ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਤੇ ਹੈਗਾ ਹੀ, ਕਿਉਂਕਿ ਅਸੀਂ ਸੀਗੇ ਇੱਕੋ ਜਿਹੇ, ਸਾਡੇ ਸਾਥੀ ਸੀਗੇ, ਅਸੀਂ ਬਿਆਸ ਟੀਮ ਨਾਲ ਕੰਮ ਕਰਦੇ ਸੀ, ਬਿਆਸ ਟੀਮ ਦਾ ਨਾਮ ਤੇ ਕੰਮ ਕਰਦੇ ਰਹੇ ਹਾਂ ਜਦੋਂ ਵੀ ਕੀਤਾ ਹੈ। ਪਰ ਹੁਣ ਉਦਾਂ ਦੀਆਂ ਟੀਮਸ ਨਹੀਂ ਹੈਗੀਆਂ। ਇੱਕ ਤੇ ਅਸੀਂ 2 ਜਣੇ, ਇੱਕੋ ਹੀ ਪਰਿਵਾਰ ਦੇ ਅਸੀਂ 3 ਜਣੇ ਸੀਗੇ, ਤੇ 2 ਜਣੇ ਵੀ ਸਾਡੇ ਨਾਲ, 3 ਜਣੇ ਵੀ ਹੋਰ ਆਉਂਦੇ ਸੀ, ਅਸੀਂ ਗੁਰਸ਼ਰਨ ਭਾਈ ਦੇ ਨਾਟਕ ਆਉਂਦੇ ਸੀਗੇ ਸਰ, ਕੋਈ ਦਿੱਕਤ ਨਹੀਂ ਸੀ। ਪਰ ਹੁਣ ਇਦਾਂ ਹੈ ਕਿ ਹੁਣ ਇਹ ਇਕੱਲੇ ਆ, ਇਹਨਾਂ ਦਾ ਮਤਲਬ ਫਿਰ ਵੀ ਇਹਨਾਂ ਦਾ ਜਿਹੜਾ ਹੁਣ ਇੱਥੇ ਦਾ ਕੰਮ ਆ ਉਹ ਹੈਗਾ ਹੈ ਜਿੱਦਾਂ ਕਿ ਸਕੂਲ ਦੇ ਬੱਚਿਆਂ ਦੇ ਕੋਲ ਜਾ ਕੇ ਉਹਨਾਂ ਦੀਆਂ ਟੀਮਸ, ਪਰ ਉਹ ਉਦਾਂ ਦੀਆਂ ਮਤਲਬ ਕਿ ਨਹੀਂ ਹੈ ਸਰ, ਉਹ ਕਮਿਟਮੈਂਟ ਉਹ ਨਹੀਂ ਹੈ ਜਿਹੜੀ ਇੱਕ ਟਾਈਮ ਤੇ ਸੀਗੀ। ਸੇਮ ਉਸੇ ਤਰੀਕੇ ਨਾਲ ਸਰ ਪਲਸ ਮੰਚ ਦਾ ਵੀ ਇਦਾਂ ਲੱਗਦਾ ਹੈ ਕਿ ਜੋ ਜੋਸ਼ ਦੀ ਗੱਲ ਕਰਦੇ ਹੋ ਤੁਸੀਂ 20 ਸਾਲ ਪਹਿਲਾਂ ਦਾ ਸੀਗਾ, ਉਹ ਕਿਤੇ ਨਾ ਕਿਤੇ ਹੁਣ, ਕਿਉਂਕਿ ਪਲਸ ਮੰਚ ਅਜੇ ਵੀ ਉਦਾਂ ਹੀ ਆ, ਉਹਨਾਂ ਦੇ ਜਿਹੜੇ ਇਹਨਾਂ ਦੇ ਅਮੋਲਕ ਭਾਜੀ ਆ, ਕਸਤੂਰੀ ਅੰਕਲ ਆ, ਡੈਡ ਹੁਣੀ, ਸਾਰੇ ਮਿਲ ਕੇ ਇਹ ਕੰਮ ਤੇ ਕਰਦੇ ਪਏ ਆ, ਮੀਟਿੰਗਸ ਹੁੰਦੀਆਂ ਨੇ, ਨਵੇਂ ਏਜੰਡੇ ਬਣਦੇ ਆ, ਸਾਰਾ ਕੁਝ ਹੁੰਦਾ ਪਿਆ। ਪਰ ਸ਼ਾਇਦ ਇਹ ਮਤਲਬ ਇਹ ਪਰਸਨਲੀ ਮੇਰਾ ਆ, ਮੈਂ ਮਤਲਬ ਇਹਨਾਂ ਵੱਲੋਂ ਨਹੀਂ, ਇਹ ਮੇਰੀ ਸੋਚਣੀ ਹੈ ਕਿ ਮੈਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਕੰਮ ਪਹਿਲਾਂ ਸੀਗਾ ਉਦਾਂ ਦਾ ਜੋਸ਼ ਹੁਣ ਨਹੀਂ ਹੈਗਾ। ਸ਼ਾਇਦ ਹੁਣ ਲੱਕੀ, ਮੈਨੂੰ ਲੱਗਦਾ ਹੰਸਾ ਭਾ ਨਾਲ ਵੀ ਇਹ ਗੱਲ ਹੈ ਕਿ ਭਾ ਹੋਰਾਂ ਨੇ ਹੁਣੇ ਗੱਲ ਕਹੀ ਕਿ ਅਸੀਂ ਜਿੰਨੇ ਕੁ ਸਾਥੀ ਜਿਹੜੇ ਆ ਉਹ ਕੰਮ ਕਰਦੇ, ਮੇਰੇ ਖਿਆਲ ਇਹ ਗੜਬੜ ਕਿਤੇ ਸ਼ਾਇਦ ਉੱਥੇ ਹੀ ਹੋਏਗੀ, ਉਹ ਕੰਮ ਦੀ ਰੁਕਾਵਟ ਵਿੱਚ, ਕਿ ਜਿੰਨੇ ਕੁ ਸਾਥੀ ਪਹਿਲੇ ਸੀ ਉਹਨੇ ਕੁ ਸਾਥੀ ਹੋਣ। ਇਹ ਸਾਥੀਆਂ ਦਾ ਘੇਰਾ ਵਿਸ਼ਾਲ ਕਿਉਂ ਨਹੀਂ ਕੀਤਾ ਗਿਆ ਭਲਾ ਪਲਸ ਮੰਚ ਵੱਲੋਂ ਜਿਹੜਾ ਸੀਗਾ, ਵੀ ਇਹਨੂੰ ਵਿਸ਼ਾਲਤਾ ਕਿਉਂ ਨਾ ਦਿੱਤੀ ਗਈ ਪਲਸ ਮੰਚ ਨੂੰ?
ਵੀ ਉਹੀ ਸਾਥੀ ਜਿਹੜੇ ਪਹਿਲੇ ਸੀ ਵੀ ਪਹਿਲੇ ਗੁਰਸ਼ਰਨ ਭਾਜੀ ਸੀ ਉਹ ਚਲੇ ਗਏ, ਬੋਲਕ ਭਾਜੀ ਤੁਸੀਂ ਉਹ ਆਪਣੇ ਕਸਤੂਰੀ ਲਾਲ ਹੈ ਤੇ ਭੈਣ ਸੁਮਨ ਹੈ, ਕਮਲਜੀਤ ਖੰਨਾ, ਔਰ ਇਹੀ ਆਪਾਂ ਸ਼ੁਰੂ ਤੋਂ ਵੇਖਦੇ ਆ ਰਹੇ ਹਾਂ। ਇਹਦਾ ਘੇਰਾ ਵਿਸ਼ਾਲ ਕਿਉਂ ਨਾ ਕੀਤਾ ਸਰ? ਮੈਂ ਬੋਲਣਾ ਚਾਹੁੰਦਾ ਹਾਂ ਜਿੱਦਾਂ ਹੁਣ ਉਹੀ ਗੱਲ ਸਿਰਫ ਮੇਰੇ ਵੱਲੋਂ ਆ, ਇਹਨਾਂ ਦੇ ਜਵਾਬ ਵੱਖਰਾ ਹੋ ਸਕਦਾ ਆ। ਮੈਨੂੰ ਫਿਰ ਇਹੀ ਲੱਗਦਾ ਹੈ ਕਿ ਜਿੱਦਾਂ ਇੱਕ ਟਾਈਮ ਤੇ ਸੁਮਨ ਆਂਟੀ ਉਹਨਾਂ ਦੀ ਟੀਮ ਹੁੰਦੀ ਸੀ, ਉਹਨਾਂ ਦੇ ਬੱਚੇ ਸੀਗੇ, ਉਹਨਾਂ ਦਾ ਵੀ ਪੂਰਾ ਪਰਿਵਾਰ ਨਾਲ ਇਨਵੋਲਵ ਸੀਗਾ। ਉਧਰੋਂ ਉਹਨਾਂ ਦੇ ਕੁਝ ਮਿਸਹੈਪਨਿੰਗਸ ਹੋਈਆਂ ਜਾਂ ਕੁਝ ਇਦਾਂ ਕਿ ਮੁਕੇਸ਼ ਬਾਹਰ ਚਲਾ ਗਿਆ, ਉਸ ਤੋਂ ਬਾਅਦ ਉਹਨਾਂ ਦੀ ਟੀਮ ਵੀ ਨਹੀਂ। ਸਾਡੀ ਟੀਮ ਦੇ ਵਿੱਚ ਵੀ ਇਦਾਂ ਹੀ ਹੋਇਆ ਕਿ ਅਸੀਂ ਆਪਣੇ ਕੰਮਾਂ ਦੇ ਵਿੱਚ ਅਸੀਂ ਥੀਏਟਰ ਹੀ ਕਰ ਰਹੇ ਹਾਂ, ਪਰ ਸਾਡਾ ਇੱਕ ਸਟਾਈਲ ਬਦਲ ਗਿਆ, ਅਸੀਂ ਅਲੱਗ ਤੁਰ ਫੜ ਲਈ। ਔਰ ਸ਼ਾਇਦ ਮੈਨੂੰ ਇਹੀ ਲੱਗਦਾ ਹੈ ਕਿ ਉਹ ਉਹੀ ਬੰਦੇ ਰਹਿ ਗਏ, ਉਹਨਾਂ ਦੇ ਨਾਲ ਨਹੀਂ ਜੁੜ ਪਾਏ, ਸ਼ਾਇਦ ਰੋਜ਼ੀ ਰੋਟੀ ਵਾਸਤੇ। ਸ਼ਾਇਦ ਉਹਨਾਂ ਨੂੰ ਇਦਾਂ ਲੱਗਾ, ਜਿਹੜੇ ਨਵੇਂ ਜੁੜਨੇ ਵੀ ਸੀਗੇ, ਕਿ ਹਾਂ ਮਤਲਬ ਕਿ ਸ਼ਾਇਦ ਆਪਣਾ ਕੰਮ ਕਰਕੇ ਅਸੀਂ ਜ਼ਿਆਦਾ ਬੈਟਰ ਕਰ ਸਕਾਂਗੇ। ਮੈਨੂੰ ਇਦਾਂ ਦੀ ਫੀਲਿੰਗ ਆਉਂਦੀ ਆ। ਹੁਣ ਇਹ ਬੋਲਣਾ ਚਾਹੁੰਦੇ ਕੁਝ? ਮੈਂ ਇਹ ਬੋਲਣਾ ਚਾਹੁੰਦਾ ਭਾਜੀ ਕਿ ਇਹ ਗੱਲ ਵਾਕਈ ਸੋਚਣ ਵਾਲੀ ਆ। ਅੱਜ ਦੀ ਸਾਡੀ ਮੀਟਿੰਗ 'ਚ ਮੇਨ ਗੱਲ ਹੋਣੀ ਚਾਹੀਦੀ, ਕਿਉਂਕਿ ਸਾਡੇ 'ਚ ਘਾਟਾ ਹੋ ਰਿਹਾ। ਮੈਂ ਇਹ ਨਹੀਂ ਕਹਿੰਦਾ ਅਸੀਂ ਦਰੁਸਤੀ ਆ, ਅਸੀਂ ਜੋ ਕੁਝ ਕਰਦੇ ਸਹੀ ਕਰਦੇ ਹਾਂ, ਅਸੀਂ ਗਲਤ ਵੀ ਹੋ ਸਕਦੇ, ਅਸੀਂ ਘੱਟ ਸਮਝ ਵਾਲੇ ਵੀ ਹੋ ਸਕਦੇ, ਪਰ ਮੈਂ ਚਾਹੁੰਦਾ ਵੀ ਜਿਹੜਾ ਇਸ ਦਾ ਵਿਸਥਾਰ ਕੀਤਾ ਜਾਵੇ। ਜਿਹੜੀ ਛੋਟੇ ਮੋਟੇ ਜਿਹੜੇ ਲੋਕ ਆ ਨਾ, ਵੱਡੇ ਲੋਕ, ਅਸੀਂ ਤੁਹਾਨੂੰ ਵੱਡੇ ਲੋਕ ਗਿਣਦੇ ਹਾਂ, ਤੁਹਾਨੂੰ ਨਾਲ ਕਲਾਵੇ 'ਚ ਲਿਆ ਜਾਵੇ, ਤੁਹਾਡੇ ਨਾਲ ਗਲਵੱਕੜੀ ਨੂੰ ਹੋਰ ਪੱਕਾ ਕੀਤਾ ਜਾਵੇ। ਮੈਨੇ ਇਹ ਪੱਕੀ ਗੱਲ ਮੇਰੀ ਗੱਲ ਸੁਣ ਲਓ। ਮੈਂ ਤੁਹਾਨੂੰ ਦੱਸਦਾ, ਜਦੋਂ ਪਲਸ ਮੰਚ ਬਣਿਆ ਸੀ ਨਾ, ਤੇ ਪਲਸ ਮੰਚ ਦੀ ਜਿਹੜੀ ਪਹਿਲੀ ਕਾਰਜਕਾਰਨੀ ਸੀਗੀ, ਮੈਂ ਸਭ ਤੋਂ ਛੋਟੀ ਉਮਰ ਦਾ ਉਹਦਾ ਮੈਂਬਰ ਸੀਗਾ, ਤੇ ਮੈਂ ਬਹੁਤ ਸਾਲ ਜਦੋਂ NSD ਜਾਣ ਤੱਕ ਮੈਂ ਉਹਦੀ ਐਗਜ਼ੈਕਟਿਵ ਦਾ ਮੈਂਬਰ ਵੀ ਰਿਹਾ। ਬਾਅਦ ਵਿੱਚ ਜਦੋਂ ਪਲਸ ਮੰਚ ਨੇ ਮੈਨੂੰ ਬੁਲਾਇਆ ਸ਼ੋਅ ਕਰਨ ਲਈ, ਨਾਟਕ ਖੇਡੇ ਤੁਸੀਂ? ਬਿਲਕੁਲ, ਹਾਂਜੀ, ਮੈਨੂੰ ਪਤਾ ਹੈ। ਮੈਨੂੰ ਕਦੀ ਕੋਈ ਉਹ ਨਹੀਂ ਦਿੱਕਤ ਹੋਈ, ਹਾਂਜੀ ਹਾਂਜੀ, ਚਾਹੇ ਉਹ ਝੰਡੇ ਦਾ ਗੀਤ ਵੀ ਰਿਹਾ ਹੈ, ਚਾਹੇ ਮੈਂ ਤੇ NSD ਤੋਂ ਛੁੱਟੀਆਂ ਦੇ ਵਿੱਚ ਵੀ ਜਦੋਂ ਆਉਂਦਾ ਸੀ ਤਾਂ ਵੀ ਪਲਸ ਮੰਚ ਦੇ ਪ੍ਰੋਗਰਾਮ ਅਟੈਂਡ ਕਰਦਾ ਸੀ। ਮੇਰਾ ਉਹ ਗੱਲ ਇਹ ਨਹੀਂ, ਕੋਈ ਤੁਹਾਡੇ 'ਚ ਕੋਈ ਘਾਟਾ ਨਹੀਂ, ਮੈਂ ਬਸ ਇਹੀ ਸੀ ਕਿ ਪਲਸ ਮੰਚ ਬਹੁਤ ਵੱਡੀ ਸੰਸਥਾ ਹੈ, ਉਹਦਾ ਘੇਰਾ ਵੀ ਓਨਾ ਵੱਡਾ ਹੋਣਾ ਚਾਹੀਦਾ, ਵਿਸ਼ਾਲ ਹੋਣਾ ਚਾਹੀਦਾ, ਕਿਉਂਕਿ ਤੁਸੀਂ ਕੰਮ ਕਰਨ ਵਾਲੇ ਬਹੁਤ ਜਨੂਨੀ ਲੋਕ ਹੋ, ਤੁਸੀਂ ਬੜਾ ਜਨੂਨ ਦਾ ਕੰਮ ਕੀਤਾ। ਪਲਸ ਮੰਚ ਨੇ ਬਹੁਤ ਵੱਡੇ ਕੰਮ ਕੀਤੇ ਹੋਏ ਆ, ਬਹੁਤ ਵੱਡੇ, ਤੇ ਮੇਰਾ ਖਿਆਲ ਉਹਨੂੰ ਸੁੰਗੜਨਾ ਨਹੀਂ ਚਾਹੀਦਾ। ਇਹ ਪਲਸ ਮੰਚ ਦਾ ਘੇਰਾ, ਕਿਉਂਕਿ ਪੰਜਾਬ ਵਿੱਚ ਇਸ ਵੇਲੇ 100 ਤੋਂ ਵੱਧ ਥੀਏਟਰ ਟੀਮਾਂ ਕੰਮ ਕਰਦੀਆਂ ਪਈਆਂ ਨੇ, ਹੈਨਾ, ਤੇ ਮੇਰਾ ਖਿਆਲ ਜੇ ਉਹਨਾਂ 'ਚੋਂ ਸਾਰੇ ਨਾ ਵੀ ਜੁੜਨਾ ਚਾਹਣਗੇ, ਕਮ ਸੇ ਕਮ 20 ਟੀਮਾਂ ਤਾਂ ਇਹੋ ਜਿਹੀਆਂ ਹੋਣਗੀਆਂ ਜਿਨ੍ਹਾਂ ਨੂੰ ਡਾਇਰੈਕਟਲੀ ਤੁਸੀਂ ਪੋਜ਼ਿਟਿਵਲੀ, ਐਕਟਿਵਲੀ ਪਲਸ ਮੰਚ ਦੇ ਨਾਲ ਜਿਹੜਾ ਕਿ ਤੁਸੀਂ ਜੋੜ ਕੇ ਉਹਨਾਂ ਦੇ ਆਪਣੇ ਹੋਰ ਜ਼ਿਆਦਾ ਘੇਰੇ ਨੂੰ ਵਿਸ਼ਾਲ ਕਰ ਸਕਦੇ, ਵੱਡਾ ਘੇਰਾ ਕਰ ਸਕਦੇ। ਇਹ ਮੇਰਾ ਕੋਈ ਲਾਂਭਾ ਨਹੀਂ ਹੈ, ਮੈਂ ਬਸ ਇਹ ਜਾਣਨਾ ਚਾਹੁੰਦਾ ਸੀ। ਮੇਰੀ ਇੱਕ ਬੇਨਤੀ ਹੈ ਜੀ, ਮੇਰੀ ਇੱਕ ਬੇਨਤੀ, ਭਾਵੇਂ ਅਜੇ ਉਹ ਨਹੀਂ ਪੂਰੀ ਹੋ ਸਕਦੀ, ਮੇਰੇ ਕੋਲ ਨੋਟ ਕਰ ਲਓ ਕਿ ਤੁਸੀਂ ਇਸ ਗੱਲ ਨੂੰ, ਇਸ ਵਿਸ਼ੇ ਨੂੰ ਸੰਬੋਧਿਤ ਹੋਣ ਲਈ ਸਾਡੀ ਮੀਟਿੰਗ ਕਰਾਓ। ਇੱਕ ਅਸੀਂ ਤੁਹਾਨੂੰ ਸੱਦ ਲਾਂਗੇ, ਮੈਂ ਗੱਲ ਰੱਖੂੰਗਾ ਪ੍ਰਧਾਨ ਜੀ ਕੋਲ, ਕੇਵਲ ਭਾਗ ਗੱਲ ਕਰਨੀ ਚਾਹੁੰਦੇ ਆ ਇਸ ਵਿਸ਼ੇ ਤੇ। ਬੜਾ ਕਮਾਲ ਦਾ ਵਿਸ਼ਾ ਹੈ। ਕਿਉਂ ਸੁੰਗੜ ਗਏ ਅਸੀਂ? ਕਿਉਂ ਛੋਟੇ ਹੋ ਰਹੇ ਨੇ? ਕਿਉਂ ਨਿੱਕੇ ਹੋ ਰਹੇ ਆ? ਕਿਉਂ ਘਟਦੇ ਜਾ ਰਹੇ ਆ? ਇਹ ਬੜੀ ਵੱਡੀ ਫਿਕਰ ਵਾਲੀ ਗੱਲ ਆ ਕਿ ਉਹ ਤੁਸੀਂ ਸਾਂਝੀ ਕੀਤੀ ਹੈ, ਤੇ ਮੈਂ ਇਹਨੂੰ ਚੇਤੇ ਰੱਖਦਾ, ਔਰ ਇਹਨੂੰ ਦੁਬਾਰਾ ਕਿ ਕਿਵੇਂ ਪ੍ਰਫੁੱਲਤ ਕੀਤਾ ਜਾਵੇ, ਪਲਸ ਮੰਚ ਨੂੰ ਕਿਵੇਂ ਵੱਡਾ ਕੀਤਾ ਜਾਵੇ। ਜੇ ਸਾਡੇ 'ਚ ਘਾਟਾਂ ਹੈਗੀਆਂ ਤਾਂ ਕਿਉਂ ਨੇ, ਕਿੱਥੇ ਨੇ, ਉਹਨਾਂ ਨੂੰ ਕਿਵੇਂ ਦੂਰ ਕਰੀਏ, ਕਿਵੇਂ? ਹੁਣ ਅਸੀਂ ਕੋਈ ਪੇਮੈਂਟ ਨਹੀਂ ਲੈਂਦੇ ਕਿਸੇ ਕੋਲ, ਤੁਸੀਂ ਪੇਮੈਂਟ ਲੈਂਦੇ ਹੋ। ਕਈ ਵਾਰੀ ਸਾਡੀ ਚਰਚਾ 'ਚ ਗੱਲਾਂ ਹੁੰਦੀਆਂ ਕਿ ਪਲਸ ਮੰਚ ਕਿੱਦਾਂ ਚੱਲੂਗਾ, ਜੇ ਆਪਾਂ ਇੰਨੀ ਸਿੱਖਿਆ, ਜੇ ਨਹੀਂ ਅਸੀਂ ਪੈਸੇ ਪੇਮੈਂਟ ਕਰ ਲੈਂਦੇ ਤੇ ਆਪਾਂ ਕੀ ਕਰਾਂਗੇ? ਇਹ ਘਾਟਾਂ ਅਜੇ ਬਹੁਤ ਵਿੱਚ ਹੈਗੀਆਂ, ਫਰੋਲਣ ਵਾਲੀਆਂ ਗੱਲਾਂ ਹੈਗੀਆਂ, ਪਲਸ ਮੰਚ ਨੂੰ ਦੇੜਨ ਵਾਲੀਆਂ ਗੱਲਾਂ ਹੈਗੀਆਂ। ਪਲਸ ਮੰਚ ਨੂੰ ਵੱਡਿਆਂ ਕੀਤਾ ਜਾ ਸਕਦਾ। ਮੈਂ ਵੀ ਕਹਿਣਾ ਚਾਹੂੰਗਾ ਕਿ ਪਲਸ ਮੰਚ ਦਾ ਇਦਾਂ ਸੀਗਾ ਸਰ ਕਿ ਪਹਿਲਾਂ ਨਾ ਬੜੀ ਲਗਾਤਾਰਤਾ 'ਚ ਕੰਮ ਹੋਇਆ। ਪਹਿਲਾਂ ਜਿੱਦਾਂ ਗੁਰਸ਼ਰਨ ਭਾਜੀ ਸੀਗੇ, ਪਲਸ ਮੰਚ ਦੀ ਬਦੌਲਤ ਨਾ ਪਿੰਡਾਂ ਦੇ ਵਿੱਚ ਉਹਨਾਂ ਨੇ ਬਹੁਤ ਥੀਏਟਰ ਕਰਵਾਇਆ। ਪਿੰਡਾਂ ਦੇ ਵਿੱਚ ਭਾਜੀ ਨੇ ਮਤਲਬ ਕਿ ਬੜੇ ਆਰਾਮ ਨਾਲ ਜਾ ਕੇ, ਕਿ ਜਿੱਦਾਂ ਕਿਸੇ ਵੀ ਛੋਟੇ ਪਿੰਡ ਦੇ ਵਿੱਚ ਜਾ ਕੇ
ਉਹਨਾਂ ਨੇ ਨਾਟਕ ਮੇਲੇ ਕਰਵਾਏ ਆ, ਤੇ ਹੁਣ ਉਹ ਨਾਟਕ ਮੇਲੇ ਨਹੀਂ ਹੋ ਰਹੇ ਸਰ। ਹੁਣ ਕੀ ਹੈ ਕਿ ਹਰ ਇੱਕ ਪਿੰਡ ਦੀ, ਹਰ ਇੱਕ ਸੰਸਥਾ ਦੀ, ਜਿੱਦਾਂ ਪਹਿਲਾਂ ਮਜ਼ਦੂਰ ਯੂਨੀਅਨ, ਕਿਸਾਨ ਯੂਨੀਅਨ, ਇਹ ਟੀਮਾਂ ਪਲਸ ਮੰਚ ਦੀਆਂ ਟੀਮਾਂ ਨੂੰ ਬੁਲਾਉਂਦੇ ਸੀ ਨਾਟਕ ਖੇਡਣ ਵਾਸਤੇ, ਪਰ ਹੁਣ ਇਹ ਖਤਮ ਹੋ ਗਿਆ ਆ। ਬੇਸ਼ੱਕ ਭਾਜੀ ਦੀ ਟੀਮ 71 ਭਾਜੀ ਚਲਾਉਂਦੇ ਰਹੇ ਆ, ਉਹ ਬਹੁਤ ਥੀਏਟਰ ਕਰਦੇ ਰਹੇ ਆ ਉਹ ਭਾਜੀ ਤੋਂ ਬਾਅਦ ਵੀ, ਪਰ ਹੁਣ ਨਹੀਂ, ਹੁਣ ਤੇ ਬਿਲਕੁਲ ਖਤਮ ਹੋ ਚੁੱਕਾ ਹੈ। ਸਾਡੀ ਟੀਮ ਖਤਮ ਹੋ ਚੁੱਕੀ ਹੋਈ ਆ। 71 ਭਾਜੀ ਹੁਣੀ ਜਿਹੜੀ ਟੀਮ ਚਲਾਉਂਦੇ ਸੀ, ਕਿਉਂਕਿ ਉਹ ਜਿੱਦਾਂ ਕਿਸਾਨ ਯੂਨੀਅਨ ਦੀ ਕੋਈ ਮੀਟਿੰਗ ਹੁੰਦੀ ਸੀ, ਕੋਈ ਵੀ ਮੀਟਿੰਗਾਂ ਹੁੰਦੀਆਂ ਸੀਗੀਆਂ ਤੇ ਨਾਟਕ ਹੁੰਦੇ ਸੀ, ਪਰ ਅੱਜ ਕੱਲ ਨਹੀਂ ਹੋ ਰਿਹਾ। ਉਹਨਾਂ ਨੇ ਕਿਸਾਨ ਯੂਨੀਅਨ ਨੇ ਆਪਣੀਆਂ ਟੀਮਸ ਬਣਾ ਲਈਆਂ ਜਾਂ ਆਪਣੀਆਂ ਛੋਟੇ ਮਤਲਬ ਕਿ ਏਦਾਂ ਕਰਕੇ ਹੁਣ ਉਹ ਥੀਏਟਰ ਨਹੀਂ ਹੋ ਰਿਹਾ, ਥੀਏਟਰ ਵੀ ਨਹੀਂ ਹੋ ਰਿਹਾ, ਔਰ ਉਹ ਜੋਸ਼ ਵੀ ਘਟ ਗਿਆ ਹੈ। ਵਾਕਈ ਮੈਨੂੰ ਪਤਾ ਹੈ ਸਰ, ਇਹ ਚੀਜ਼ ਤੇ ਸਾਹਮਣੇ ਹੀ ਹੈ ਤੇ ਕਲੀਅਰ ਹੈ। ਹਾਂ, ਇਹ ਬਿਲਕੁਲ ਲੱਕੀ ਨੇ ਬਹੁਤ ਸਹੀ ਐਨਾਲਿਸਿਸ ਕੀਤਾ ਹੈ ਉਦਾਂ, ਪਰ ਇਹ ਹੈ ਲੱਕੀ ਕਿ ਦੇਖੋ ਥੀਏਟਰ ਵਾਲੇ ਵੀ ਨਹੀਂ ਖਤਮ ਹੋਏ, ਸਮਾਜਿਕ ਮਸਲੇ ਵੀ ਖਤਮ ਨਹੀਂ ਹੋਏ, ਤੇ ਲੋਕਾਂ ਦਾ ਸੰਘਰਸ਼ ਵੀ ਖਤਮ ਨਹੀਂ ਹੋਇਆ, ਉਹ ਕਿਸੇ ਨਾ ਕਿਸੇ ਰੂਪ 'ਚ ਜਾਰੀ ਹੈ ਨਾ ਸੰਘਰਸ਼। ਤੇ ਅੱਜ ਵੀ ਅਬੋਲਕ ਹੋਰੀ ਬਹੁਤ ਸਾਰੀ ਜਗ੍ਹਾ ਤੇ ਕਿਸਾਨ ਯੂਨੀਅਨਾਂ, ਹੋਰ ਮਜ਼ਦੂਰ ਯੂਨੀਅਨਾਂ ਬਹੁਤ ਸੰਘਰਸ਼ ਕਰ ਰਹੀਆਂ ਨੇ ਹਨਾ, ਤੇ ਪਿੰਡਾਂ ਵਿੱਚ ਵੀ। ਪਰ ਮੇਰਾ ਖਿਆਲ ਇਹ ਕਾਫੀ ਹੋਰ ਵੀ ਇਹਦੇ ਬਾਰੇ ਜਦੋਂ ਆਪਾਂ ਬਾਕੀ ਦੋਸਤਾਂ ਨਾਲ ਵੀ ਗੱਲ ਕਰਾਂਗਾ, ਮੈਂ ਇੱਕ ਦਿਨ ਅਬੋਲਕ ਹੋਰਾਂ ਨੂੰ ਵੀ ਬੁਲਾਵਾਂਗਾ, ਇਸ ਚੀਜ਼ਾਂ ਦੇ ਬਾਰੇ 'ਚ ਗੱਲ ਕਰਾਂਗੇ ਤੇ ਹੋਰ ਵੀ ਗੱਲਾਂ ਹੋਣਗੀਆਂ ਉਹਦੇ ਬਾਰੇ। ਪਰ ਬੜੀਆਂ ਖੂਬਸੂਰਤ ਗੱਲਾਂ ਹੋਈਆਂ। ਹੰਸਾਪਾ, ਤੁਹਾਡੀ ਬੜੀ ਜ਼ਬਰਦਸਤ ਜਰਨੀ ਹੈ ਤੁਹਾਡੀ ਰੰਗਮੰਚ ਦੀ। ਤੁਸੀਂ ਜਿਵੇਂ ਜਦੋਂ ਦੱਸਿਆ ਕਿ 62 ਦੇ ਵਿੱਚ ਤੁਸੀਂ ਸਕੂਲ ਟਾਈਮ ਤੋਂ ਸ਼ੁਰੂਆਤ ਕੀਤੀ, ਤੇ ਤਾਂ ਹੀ ਮੈਨੂੰ ਮੈਂ ਉਦਾਸ ਪਿਆ ਕਿ ਮੈਂ ਤੇ ਉਦੋਂ ਜੰਮਿਆ ਵੀ ਨਹੀਂ ਸੀ, ਮੈਂ 64 'ਚ ਜੰਮਿਆ ਹੈ ਨਾ, ਤੇ ਤੁਸੀਂ ਪਹਿਲਾਂ ਬਾਤ ਕਰ ਲਈ ਵੇਖੋ। ਤੇ ਫਿਰ ਤੁਸੀਂ ਕਾਲਜ ਟਾਈਮ, ਐਮਰਜੈਂਸੀ ਟਾਈਮ, ਫਿਰ 3 ਸਾਲ ਗੁਰਸ਼ਰਨ ਸਿੰਘ ਨਾਲ, ਫਿਰ ਤੁਸੀਂ ਬਾਬਾ ਬਕਾਲਾ ਜਾ ਕੇ ਟੀਮ ਬਣਾਈ ਹੈ ਨਾ, ਫਿਰ ਉਹ ਟੀਮ ਟੁੱਟ ਗਈ, ਉਹਨਾਂ ਨੇ ਆਪੋ ਆਪਣੀਆਂ ਬੱਜੀਆਂ ਫਿਰ ਬਕਾਲੇ 'ਚ ਡਾਹ ਲਈਆਂ ਹੈ ਨਾ। ਫਿਰ ਤੇ ਫਿਰ ਤੁਸੀਂ ਪਰ ਉਹਨਾਂ 'ਚੋਂ ਕੋਈ ਨਹੀਂ, ਪਰ ਜਿਹੜਾ ਕਹਿੰਦੇ ਨੇ ਅਸਲੀ ਹੁੰਦਾ ਉਹ ਤੁਰਿਆ ਰਹਿੰਦਾ, ਤੁਸੀਂ ਤੁਰੇ ਰਹੇ ਫਿਰ ਹੈ ਨਾ। ਉਹਨਾਂ ਦੇ ਵਿੱਚੋਂ ਹੰਸਾ ਸਿੰਘ ਕਾਇਮ ਰਿਹਾ, ਉਹ ਬੰਦਾ ਅੱਗੇ ਤੁਰਿਆ ਰਿਹਾ। ਤੁਸੀਂ ਪਲਸ ਮੰਚ ਨਾਲ, ਆਪਣੀ ਟੀਮ ਦੇ ਨਾਲ, ਸੋ ਬਹੁਤ ਸੋਹਣੇ ਤੁਸੀਂ ਨਾਟਕ, ਤੇ ਬਹੁਤ ਇਹ ਵੱਡੀ ਪ੍ਰਾਪਤੀ ਆ ਤੁਹਾਡੇ ਬੱਚਿਆਂ ਵਾਲੀ ਜਿਹੜੀ, ਇਹਨਾਂ ਨੇ ਬਹੁਤ ਸੋਹਣੇ ਕੰਮ ਕੀਤੇ ਆ, ਇਹ ਬਹੁਤ ਵਧੀਆ। ਮੈਂ ਹਮੇਸ਼ਾ ਇਹ ਬੜੇ ਪਿਆਰ ਤੇ ਸਤਿਕਾਰ ਨਾਲ ਕਹਿੰਦਾ ਹੁੰਦਾ, ਬੜੇ ਮਾਣ ਨਾਲ ਕਹਿੰਦਾ ਹੁੰਦਾ ਕਿ ਪੰਜਾਬ 'ਚ ਜਦੋਂ ਅਸੀਂ ਕੋਈ ਉਂਗਲਾਂ ਤੇ ਗਿਣੇ ਜਾਣ ਵਾਲੇ ਬਿਹਤਰੀਨ ਐਕਟਰ ਗਿਣੀਏ ਤੇ ਲੱਕੀ ਤੇ ਕ੍ਰਾਂਤੀ ਦਾ ਉਹਦੇ ਵਿੱਚ ਨਾਮ ਆਉਂਦਾ ਹੈ। ਇਸ ਗੱਲ ਦਾ ਮੈਨੂੰ ਹਮੇਸ਼ਾ ਮਾਣ ਰਹਿੰਦਾ ਕਿ ਦੋਨੋਂ ਬੱਚੇ ਬਹੁਤ ਇੰਨਾ ਸੋਹਣਾ ਗਾ ਲੈਂਦੇ ਆ, ਇੰਨੇ ਵਧੀਆ ਅਦਾਕਾਰ ਨੇ ਕਿ, ਔਰ ਉਸ ਤੋਂ ਜ਼ਿਆਦਾ ਮਿਹਨਤੀ ਨੇ। ਇਹ ਮੈਨੂੰ ਹਮੇਸ਼ਾ ਮਾਣ ਰਹਿੰਦਾ ਕਿ ਇਹ ਮੇਰੀ ਟੀਮ ਦਾ ਹਿੱਸਾ ਰਹੇ ਨੇ, ਇਹ ਮੇਰੇ ਸ਼ਾਗਿਰਦ ਰਹੇ ਨੇ। ਇਹ ਯਾਨੀ ਕਿ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇਸ ਤਰ੍ਹਾਂ ਯੰਗ ਲੋਕ ਜਿਹੜੇ ਆ ਉਹ ਥੀਏਟਰ ਦੀ ਦੁਨੀਆ ਦੇ ਵਿੱਚ ਇਹ ਮਿਹਨਤ ਕਰਨ, ਔਰ ਫਿਰ ਆਪਣੇ ਮਾਂ-ਬਾਪ ਦਾ ਔਰ ਉਸ ਲੈਗੇਸੀ ਨੂੰ, ਉਸ ਥੀਏਟਰ ਦੀ ਜਿਹੜੀ ਪਰੰਪਰਾ ਉਹਨੂੰ ਅੱਗੇ ਤੋਰਨ। ਸੋ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਹੰਸਾਪਾ, ਤੁਹਾਡਾ ਬਹੁਤ ਸ਼ੁਕਰੀਆ। ਔਰ ਇੱਕ ਗੱਲ ਮੈਂ ਤੁਹਾਡੇ ਤੇ, ਜੇ ਲੱਕੀ ਕ੍ਰਾਂਤੀ ਦੀ ਇੰਨੀ ਮਿਹਨਤ ਹੈ ਤੇ ਹੰਸਾ ਸਿੰਘ ਹੋਰਾਂ ਦੀ ਮਿਸਿਸ ਦੀ ਵੀ ਕੋਈ ਘੱਟ ਮਿਹਨਤ ਨਹੀਂ ਹੈ। ਔਰ ਮੈਂ ਉਹਨੂੰ ਭਾਬੀ ਜੀ ਹੋਰਾਂ ਨੂੰ ਯਾਦ ਕਰਦਾ ਵਾਂ, ਉਹ ਜੇ ਲਾਗੇ ਸੁਣ ਰਹੇ ਹੋਣਗੇ ਤਾਂ ਜ਼ਰੂਰ ਉਹਨਾਂ ਨੂੰ ਕਹਿਣਾ ਵੀ ਤੁਹਾਨੂੰ ਯਾਦ ਕਰਦੇ ਆ। ਸੋ ਅਸੀਂ ਹਮੇਸ਼ਾ ਹੀ ਉਹਨਾਂ ਨੂੰ, ਜਿਹੜਾ ਬਿਆਸ ਵਾਲਾ ਛੋਟਾ ਘਰ ਸੀਗਾ ਸਰਕਾਰੀ, ਬਹੁਤ ਗਿਆ ਉਸ ਘਰ ਦੇ ਵਿੱਚ, ਹਮੇਸ਼ਾ ਲੰਘ ਕੇ ਆਉਂਦੇ ਆ, ਮੈਂ ਉੱਥੇ ਉਤਰਦਾ ਸੀ ਜਾਂ ਗੱਡੀ ਖਿਲਾਰ ਕੇ ਉਸ ਘਰ 'ਚ ਜਾਣਾ। ਸੋ ਉਹ ਜੋ ਉਹਨਾਂ ਨੇ ਤੁਹਾਡੇ ਨਾਲ ਨਾਲ ਪੈਰ ਤੋਰੇ, ਬੇਸ਼ੱਕ ਉਹਨਾਂ ਥੀਏਟਰ ਨਹੀਂ ਕੀਤਾ, ਪਰ ਥੀਏਟਰ ਵਾਲਿਆਂ ਨੂੰ ਝੱਲਿਆ ਤਾਂ ਨਾ, ਪਰਿਵਾਰ ਕਰ ਰਹੇ ਹੁਣ, ਇਹ ਕਿਤੇ ਛੋਟੀ ਮੋਟੀ ਗੱਲ ਹੁੰਦੀ ਆ, ਇਹ ਬੜੀ ਵੱਡੀ। ਹਾਂ, ਤੇ ਉਹ ਇੱਕ ਲੇਡੀ ਨੇ ਇੰਨਾ ਕੁਝ, ਔਰ ਹੱਸ ਕੇ ਫਿਰ ਉਹ ਸਾਰਾ ਕੁਝ ਉਹਨਾਂ ਨੇ ਤੁਹਾਨੂੰ ਪ੍ਰਵਾਨਗੀਆਂ ਦਿੱਤੀਆਂ ਵੀ ਕਰਦੇ ਰਹੋ, ਜੋ ਮਰਜ਼ੀ ਕਰੋ। ਸੋ ਉਹਨਾਂ ਦੀ ਵੀ ਕੰਟਰੀਬਿਊਸ਼ਨ ਨੂੰ ਸਲਾਮ। ਸੋ ਬਹੁਤ ਸ਼ੁਕਰੀਆ। ਤੇ ਦੋਸਤੋ, ਆਪਾਂ ਇਸੇ ਤਰ੍ਹਾਂ ਮਿਲਾਂਗੇ ਫਿਰ ਕੱਲ ਨੂੰ। ਸਾਡਾ ਇਹ ਸਫ਼ਰ ਜਾਏ। ਕਿਸੇ ਨੇ ਕੁਝ ਪੁੱਛਣਾ? ਕੋਈ ਹੱਥ ਚੁੱਕ ਰਿਹਾ ਸੀ? ਕ੍ਰਿਸ਼ਨ ਦਵੇਸਰ ਜੀ, ਕੁਝ? ਕ੍ਰਿਸ਼ਨ ਦਵੇਸਰ ਜੀ, ਕੁਝ ਕਹਿਣਾ ਚਾਹੁੰਦੇ ਹੋ? ਪਹਿਲਾਂ ਆਪਣਾ ਮਾਈਕ ਤੇ ਔਨ ਕਰੋ। ਮਾਈਕ ਤੁਹਾਡਾ ਨਹੀਂ ਚੱਲਦਾ ਸਹੀ, ਉੱਤੇ ਉਂਗਲ ਮਾਰੋ। ਹਾਂਜੀ, ਹਾਂ, ਹੁਣ ਬੋਲੋ ਜੀ। ਅੱਛਾ, ਹੰਸਾ ਸਿੰਘ ਜੀ, ਹੰਸਾ ਸਿੰਘ ਕਿੱਥੇ ਜੇ ਜਰਾ? ਹੰਸਾ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸ਼ਰਮਾ ਜੀ, ਸਤਿ ਸ੍ਰੀ ਅਕਾਲ। ਇੱਕ ਗੱਲ ਸੁਣੋ, ਤੁਸੀਂ ਭੁੱਲ ਗਏ ਹੋ 76 ਤੋਂ ਲੈ ਕੇ ਜਾਂ 77 ਤੋਂ ਲੈ ਕੇ 79 ਤੱਕ
ਪੰਡਿਤ ਜੀ ਇੱਕ ਪੰਜਵਾਂ ਕਲਾਕਾਰ ਤੁਹਾਡੇ ਨਾਲ ਹੁੰਦਾ ਸੀਗਾ। ਸੌਰੀ ਵੈਰੀ ਸੌਰੀ। ਸੌਰੀ ਨਹੀਂ ਹੈ, ਤੁਸੀਂ ਆਪਾਂ ਜਦੋਂ ਨਾਟਕ ਕਰਨ ਜਾਂਦੇ ਹੁੰਦੇ ਰਾਤ ਹੋ ਜਾਂਦੀ ਸੀ, ਆਪਾਂ ਫਿਰ ਤੁਸੀਂ ਜਿਹੜੇ ਕਲਾਕਾਰ ਜਿਵੇਂ ਤੁਸੀਂ ਉਹ ਅਮਰਜੀਤ ਬਲਦੇਵ ਮੇਰੇ ਘਰ ਕੋਟ ਖਾਲਸਾ ਰਾਤ ਰਹਿੰਦੇ ਰਹੇ ਹੋ, ਠੀਕ ਹੈ ਨਾ। ਫਿਰ ਮੈਂ ਖਾਲਸਾ ਦੇ ਸਾਹਮਣੇ ਮਕਾਨ ਬਣਾਇਆ, ਉਦੋਂ ਵੀ ਹੈ। ਇਹ ਗੱਲਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਿਉਂ ਭੁੱਲ ਗਏ ਹੋ? ਇਹਨਾਂ ਕੋ ਹੁਣ ਕਿਰਾਇਆ ਵਸੂਲ ਕਰੋ ਉਹਨਾਂ ਦੇ ਜਿਹੜਾ ਵਸੂਲ ਨਹੀਂ ਹੈ ਕੇਵਲ ਜੀ, ਇੱਕ ਮਿੰਟ ਦੱਸੋ ਕੇਵਲ ਜੀ, ਇਹ ਬਹੁਤ ਅਹਿਮ ਮਤਲਬ ਹੈਗਾ ਆ ਵੀ ਪੰਜਵਾਂ ਪਾਤਰ ਜਿਹੜਾ ਕ੍ਰਿਸ਼ਨ ਦਵੇਸਰ ਆ ਉਹ ਹੈ ਨਹੀਂ ਇਹਦੇ ਕੋਲ। ਹਾਂ, ਇਹ ਆਪਾਂ ਦੇਖੋ, ਇਹ ਸੱਚੀ ਗੱਲ ਹੈ। ਇਹਨਾਂ ਨੇ ਬੜਿਆ ਕਲਾਕਾਰਾਂ ਨੂੰ ਪਨਾਹ ਦਿੱਤੀ ਆਪਣੇ ਘਰ 'ਚ, ਹਮੇਸ਼ਾ ਹੀ ਕੰਮ ਕਰਦਿਆਂ ਹੋਇਆ। ਤੁਸੀਂ ਵੀ ਠਹਿਰਦੇ ਰਹੇ ਇਹਨਾਂ ਕੋਲੋਂ। ਇਹ ਵੀ ਰੰਗਮੰਚ ਦੇ ਉਹ ਸਫ਼ਰ ਦਾ ਇੱਕ ਹਿੱਸਾ ਹੈ ਇਹ ਸਾਰਾ ਵੀ। ਬਿਲਕੁਲ ਬਿਲਕੁਲ। ਬਾਕੀ ਇਹਨਾਂ ਨੂੰ ਕੇਵਲ ਜੀ ਮੈਂ ਬਾਬੇ ਭਾਜ ਦੇ ਕਹਿਣ ਤੇ ਬਾਬੇ ਬਕਾਲੇ ਕਈ ਵਾਰ ਮੈਸੇਜ ਦੇਣ ਜਾਂਦਾ ਰਿਹਾ ਇਹਨਾਂ ਦੇ ਘਰ। ਵਾਹ ਵਾਹ ਵਾਹ, ਠੀਕ ਹੈ। ਫਿਰ ਇਹਨਾਂ ਨੂੰ ਤੇ ਪਤਾ ਕੀ ਟੈਲੀਫੋਨ ਹੁੰਦੇ ਸੀਗੇ ਤੇ ਅਫਸਰ ਹੀ ਪਹੁੰਚ ਜਾਂਦੇ ਸੀ। ਇਹਨਾਂ ਦੇ ਘਰ ਜਿਹੜਾ ਬਿਆਸ ਦੇ ਉੱਤੇ PWD ਕੁਆਟਰ ਜੀ, ਉਹਦੇ 'ਚ ਵੀ ਮੈਂ ਜਾ ਕੇ ਇਹਨਾਂ ਨੂੰ ਮੈਸੇਜ ਕਨਵੇ ਕਰਦਾ ਹੁੰਦਾ ਸੀ ਕਿ ਹੰਸਾ ਸਿੰਘ ਜੀ ਇੰਨੇ ਵਜੇ ਭਾਜੀ ਨੇ ਕਿਹਾ ਕਿ ਤੁਸੀਂ ਫਲਾਣੀ ਜਗ੍ਹਾ ਪਹੁੰਚਣਾ। ਕਿਆ ਬਾਤ ਹੈ ਪੰਡਿਤ ਜੀ। ਨਹੀਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਸੁਨਹਿਰੀ ਪਲਾਂ ਦੇ ਵਿੱਚ ਲਿਖੀਆਂ ਜਾਣੀਆਂ ਚਾਹੀਦੀਆਂ, ਪਰ ਇਹ ਹੰਸਾ ਸਿੰਘ ਜੀ ਨੇ ਆਪਣੇ ਦਿਮਾਗ 'ਚੋਂ ਕੱਢ ਦਿੱਤੀਆਂ। ਨਹੀਂ, ਪਰ ਹੁਣ ਲਿਖੀਆਂ ਗਈਆਂ, ਤੁਸੀਂ ਜਿਹੜੀਆਂ ਬੋਲਦੀਆਂ ਲਿਖੀਆਂ ਗਈਆਂ। ਇਹਨਾਂ ਨੂੰ ਚਾਹੀਦਾ ਸੀ ਆਪਣੇ ਬੱਚਿਆਂ ਦੋਨਾਂ ਨੂੰ ਮੇਰਾ ਇੰਟਰੋਡਿਊਸ ਕਰਾਉਂਦੇ ਇਹਨਾਂ ਗੱਲਾਂ ਨਾਲ ਪਹਿਲਾਂ। ਨਹੀਂ, ਮੈਂ ਬਿਲਕੁਲ ਜਾਣਦਾ ਹਾਂ ਪੰਡਿਤ ਜੀ, ਮਾਫੀ ਚਾਹੁੰਦਾ ਹਾਂ, ਸਾਨੂੰ ਪਤਾ ਹੈ, ਪਰ ਹਾਂਜੀ ਸੌਰੀ ਫੀਲ ਕਰਦਾ। ਜੇ ਇਹ ਭੁੱਲੋਗੇ ਅੱਗੇ ਤੋਂ ਅਸੀਂ ਦੱਸਿਆ ਕਰਾਂਗੇ ਜੀ। ਦੇਖੋ ਅੱਛਾ ਕੇਵਲ ਜੀ ਇੱਕ ਹੋਰ ਗੱਲ ਹੈ, ਜਦੋਂ ਆਪਾਂ ਪਿੰਡਾਂ ਜਾਂਦੇ ਹੁੰਦੇ ਸਾਂ ਤੇ ਇਹ ਜਿਹੜਾ ਲੇਟ ਪਹੁੰਚਦੇ ਕਿਉਂਕਿ ਨੌਕਰੀ ਕਰਕੇ ਲੇਟ ਆ ਜਾਣਾ ਸੀ, ਤੇ ਇਹਦੇ ਕੋਲ ਖੰਘ ਦੀ ਜਿਹੜੀ ਹੈਗੀ ਹੈ ਤਕਲੀਫ ਸ਼ੁਰੂ ਤੋਂ ਹੀ ਆ। ਇਹਨਾਂ ਕੋਲ ਇੱਕ ਖੰਘ ਦੀ ਸ਼ੀਸ਼ੀ ਕੋਲ ਸੀ। ਭਾਜੀ ਨੇ ਕਹਿਣਾ ਜਾਓ ਪੰਡਿਤ ਜੀ ਅਮਰਜੀਤ ਬਲਦੇਵ ਨਾਲ ਲੈ ਜਾਓ, ਜਾਂ ਉੱਥੋਂ ਦੇ ਜਿਹੜੇ ਕਰਿੰਦੇ ਪ੍ਰੋਗਰਾਮ ਕਰਾਉਣ ਵਾਲੇ ਉਹਨਾਂ ਨੂੰ ਕਹਿਣਾ ਸਾਡਾ ਕਲਾਕਾਰ ਕਰਾਉਣਾ, ਬੱਸ ਤੋਂ ਉਤਰ ਕੇ ਉਹਦੇ ਹੱਥ 'ਚ ਸ਼ੀਸ਼ੀ ਹੋਏਗੀ ਖੰਘ ਵਾਲੀ ਦਵਾਈ। ਦੇਖੋ ਉਦੋਂ ਦਵਾਈ ਵਾਲੀ ਸ਼ੀਸ਼ੀ ਹੁੰਦੀ ਸੀ, ਹੁਣ ਇਹਨਾਂ ਦੇ ਹੱਥ 'ਚ ਗਲਾਸ ਹੈ। ਮੈਨੂੰ ਬੜੀ ਖੁਸ਼ੀ, ਗਲਾਸ ਵਿੱਚ ਦਵਾਈ ਹੈ ਕਿ ਕੀ ਪੀ ਜਾਂਦੇ ਨਾਲ ਦਾ। ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਪੁਰਾਣਾ ਕਲਾਕਾਰ ਮਿਲਿਆ। ਮੈਂ ਬਹੁਤ ਖੁਸ਼ ਆਪਣੇ ਆਪ ਨੂੰ ਸਮਝਦਾ ਪਿਆ। ਇੱਕ ਬੇਟੇ ਨੂੰ ਮਿਲ ਲਿਆ ਅੱਜ, ਲੱਕੀ ਭਾ ਨੂੰ, ਛੋਟੇ ਨੂੰ ਵੱਡੇ ਨੂੰ। ਸਭ ਯਾਦ ਕਰੋ। ਸਰੀਨ ਸਾਹਿਬ ਕੁਝ ਕਹਿਣਾ ਚਾਹੁੰਦੇ, ਜਗਜੀਤ ਹਾਂਜੀ ਜੀ। ਸਰਦਾਰ ਹੰਸਾ ਸਿੰਘ ਜੀ ਤੇ ਲੱਖਾ ਜੀ, ਬਹੁਤ ਖੁਸ਼ੀ ਹੋਈ। ਬੜੀਆਂ ਖੁੱਲੀਆਂ ਜਿਹੀਆਂ ਗੱਲਾਂ ਹੋਈਆਂ ਨੇ ਮਿੱਤਰਾਂ ਦੇ ਵਿੱਚ। ਤੇ ਲੇਕਿਨ ਮੈਨੂੰ ਅੱਜ ਮੈਂ ਹੰਸਾ ਸਿੰਘ ਜੀ ਦਾ ਨਾਂ ਅਕਸਰ ਮੈਗਜ਼ੀਨਾਂ 'ਚ ਪੜ੍ਹਦਾ ਹੁੰਦਾ ਸੀ ਵੀ ਉਹ ਬਿਆਸ ਦੇ ਵਿੱਚ ਰੰਗਮੰਚ ਕਰ ਰਹੇ ਆ, ਤੇ ਜਿਹੜਾ ਸਵਾਲ ਕੀਤਾ ਕੇਵਲ ਧਾਰੀਵਾਲ ਜੀ ਨੇ ਕਿ ਬਾਹਰ ਨਹੀਂ ਜੁੜੇ, ਤੇ ਵਾਕਈ ਇਹ ਮਾਲਵੇ ਵੱਲ ਨਹੀਂ ਕਿਤੇ ਆਏ ਬਹੁਤਾ, ਇਸ ਕਰਕੇ ਪਲਸ ਰੰਗਮੰਚ ਦੇ ਨਾਲ ਜੁੜੇ ਹੀ ਨਹੀਂ ਆ। ਅਸੀਂ ਬਹੁਤ ਸਾਰੇ ਲੋਕ ਸੀ ਜਿਹੜੇ ਨਹੀਂ ਜੁੜੇ। ਤੇ ਦੂਸਰੀ ਗੱਲ ਜਿਹੜੀ ਬਹੁਤ ਵਧੀਆ ਮੈਨੂੰ ਇਹ ਲੱਗੀ ਕਿ ਇਹਨਾਂ ਨੇ ਅੱਜ ਬਾਬੇ ਬਕਾਲੇ ਦਾ ਜ਼ਿਕਰ ਕੀਤਾ, ਤੇ ਮੈਂ ਕੱਲ ਭੁੱਲ ਗਿਆ ਸੀ ਉਸ ਦਿਨ। ਤੇ ਬਾਬੇ ਬਕਾਲੇ 'ਚ ਮੇਰੀ ਪ੍ਰਾਇਮਰੀ ਐਜੂਕੇਸ਼ਨ ਬਾਬੇ ਬਕਾਲੇ ਦੀ ਹੈ। ਕਿਆ ਬਾਤ ਹੈ, ਵਾਹ ਵਾਹ ਵਾਹ। ਤੇ ਮੈਂ ਪਹਿਲੀ ਤੋਂ ਪੰਜਵੀਂ ਤੱਕ ਉੱਥੇ ਪੜ੍ਹਿਆ। ਤੇ ਇਹ ਉਸ ਵੇਲੇ ਦੀ ਗੱਲਾਂ ਨੇ, ਇਹਦਾ ਮਤਲਬ ਵੀ ਬਾਬੇ ਬਕਾਲੇ ਦੀ ਧਰਤੀ ਦੇ ਵਿੱਚ ਵੀ ਰੰਗਮੰਚ ਹੈਗਾ ਸੀਗਾ। ਬਿਲਕੁਲ ਬਿਲਕੁਲ। ਮੇਰਾ ਖਿਆਲ ਤੁਸੀਂ ਲਾਗੇ ਹੋਵੋਗੇ, ਹੋ ਸਕਦਾ ਹੈ ਮਿਲੋਗੇ ਤੇ ਤੁਹਾਨੂੰ ਲੱਗਣਾ ਵੀ ਸਾਡਾ ਸਕੂਲ ਵੀ ਇੱਕੋ ਹੀ ਸੀਗਾ ਕੋਈ। ਇਹ ਨਹੀਂ ਪਤਾ ਕਿਉਂਕਿ ਅਸੀਂ ਸੀਗੇ ਉਦੋਂ 55 ਤੋਂ 60 ਤੱਕ। ਓਕੇ ਜੀ। ਹਾਂਜੀ ਹਾਂਜੀ। ਨਹੀਂ ਪਹਿਲਾਂ ਹੀਰਾ ਰੰਧਾਵਾ ਤੁਸੀਂ ਪਹਿਲਾਂ ਪੜ੍ਹੇ ਜੀ। ਮੈਂ ਹਾਂਜੀ ਹਾਂਜੀ। ਕੇਵਲ ਧਾਲੀਵਾਲ ਜੀ ਧੰਨਵਾਦ ਮੈਨੂੰ ਰੂਬਰੂ ਕਰਨ ਦਾ ਸਰਦਾਰ ਹੰਸਾ ਸਿੰਘ ਜੀ ਹੁਣਾਂ ਦੇ ਸਾਹਮਣੇ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਵੀ 1986 ਤੋਂ ਜੁੜਿਆ ਹੋਇਆ ਸਰਦਾਰ ਹੰਸਾ ਸਿੰਘ ਹੁਣਾਂ ਦੇ ਨਾਲ। ਜਦੋਂ ਭਾਜੀ ਦੇ ਨਾਲ ਆਏ ਸੀ ਉਦੋਂ ਤੋਂ ਇਹਨਾਂ ਨਾਲ ਰਾਬਤਾ ਹੋ ਗਿਆ ਸੀਗਾ। ਉਹੀ ਸਪਿਰਿਟ ਇਹਨਾਂ ਦੇ ਇੱਥੇ ਕੈਨੇਡਾ ਆਉਣ ਤੱਕ, ਇਹ ਕੈਨੇਡਾ ਵੀ ਨਾਟਕ ਕਰਕੇ ਗਏ ਨੇ ਪਿੱਛੇ ਜੇ, ਉਹੀ ਸਪਿਰਿਟ ਜਿਹੜੀ ਮੈਂ 86 'ਚ ਦੇਖੀ ਸੀ ਅੱਜ ਵੀ ਉਨੀ ਸਪਿਰਿਟ ਦੇ ਨਾਲ, ਉਨੀ ਸ਼ਿੱਦਤ ਦੇ ਨਾਲ ਇਹ ਨਾਟਕ ਕਰ ਰਹੇ ਨੇ। ਤੁਹਾਨੂੰ ਵੀ ਚੇਤਾ ਹੋਏਗਾ 1986-87 'ਚ ਜਦੋਂ ਇਹਨਾਂ ਦਾ ਐਕਸੀਡੈਂਟ ਹੋ ਗਿਆ, ਲੱਤ ਫ੍ਰੈਕਚਰ ਹੋ ਗਈ ਸੀਗੀ, ਤੇ ਇਹ ਮਤਲਬ ਬੈੱਡ ਰੈਸਟ ਦੇ ਉੱਤੇ ਪਏ ਸੀ ਤੇ ਆਪਣੀ ਟੀਮ ਉਧਰੋਂ ਜਾ ਰਹੀ ਸੀਗੇ।
ਇਹ ਬਿਸਤਰੇ ਤੋਂ ਉੱਠ ਕੇ ਕਹਿੰਦੇ, ਉਦੋਂ ਇੱਕ ਨਾਟਕ ਕਰਦੇ ਹੁੰਦੇ ਸੀ, ਔਰੰਗਜ਼ੇਬ ਅਜੇ ਮੋਇਆ ਨਹੀਂ, ਉੱਠ ਕੇ ਕਹਿੰਦੇ ਹੰਸਾ ਸਿੰਘ ਅਜੇ ਮੋਇਆ ਨਹੀਂ, ਔਰ ਭਾਜੀ ਗੁਰਸ਼ਰਨ ਸਿੰਘ ਹੋਣੀ ਜਿਹੜੇ ਸੀ ਮੌਕੇ ਦੇ ਉੱਤੇ ਪ੍ਰੈਜ਼ੈਂਟ ਸਿਚੁਏਸ਼ਨ ਤੇ ਨਾਟਕ ਲਿਖਦੇ ਹੁੰਦੇ ਸੀਗੇ, ਔਰ ਇਹੀ ਫਿਰ ਇਹਨਾਂ ਨੇ ਵੀ ਜਾਰੀ ਰੱਖੀ ਔਰ ਲੋਕਾਂ 'ਚ ਜਾ ਕੇ ਨਾਟਕ ਕੀਤੇ। ਫਿਰ ਅੱਗੇ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ, ਇਸ ਤੋਂ ਅੱਗੇ ਦਾ ਜਿਹੜੀ ਪੀੜ੍ਹੀ ਆ ਰਹੀ ਆ ਉਹ ਵੀ ਇੱਕ ਇਸ ਤਰ੍ਹਾਂ ਦਾ ਹੀ ਕੰਮ ਕਰ ਰਹੀ ਆ। ਲੱਕੀ ਨੇ ਇੱਕ ਨਾਟਕ ਬੜਾ ਵਧੀਆ ਕੀਤਾ, ਰੋਟੀ। ਅੱਜ ਜ਼ੂਮ ਦੇ ਉੱਤੇ ਜੋ ਨਾਟਕ ਕਰਨ ਦਾ ਚਲਨ ਚੱਲਿਆ ਵਾ, ਔਰ ਜ਼ੂਮ ਦੇ ਉੱਤੇ ਜਿੰਨੇ ਵੀ ਨਾਟਕ, ਕੈਮਰਾ ਆਫ ਹੋ ਗਿਆ ਲੱਕੀ, ਜ਼ੂਮ ਦੇ ਉੱਤੇ ਜਿੰਨੇ ਵੀ ਨਾਟਕ ਹੋਏ ਨੇ ਉਹਨਾਂ 'ਚ ਰੋਟੀ ਬੜਾ ਕਮਾਲ ਦਾ ਨਾਟਕ ਹੈ, ਔਰ ਫੌਰੀ ਜਿਹੜੀ ਸਮੱਸਿਆ ਉਹਦੇ ਉੱਤੇ ਆ। ਸੋ ਪਲਸ ਮੰਚ ਦੇ ਵਿੱਚ ਮੈਂ ਵੀ ਰਿਹਾ, ਜਦੋਂ ਪਲਸ ਮੰਚ ਦੀ ਆਪਾਂ ਖੜੋਤ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਸੰਸਥਾਵਾਂ ਹੁੰਦੀਆਂ ਨੇ, ਜਦੋਂ ਉਹਨਾਂ ਦੇ ਸੰਸਥਾਪਕ ਤੁਰ ਜਾਣ ਉਸ ਤੋਂ ਬਾਅਦ ਉਹਨਾਂ ਦਾ ਵੀ ਭੋਗ ਕਈ ਵਾਰੀ ਪੈ ਜਾਂਦਾ। ਇਸੇ ਤਰ੍ਹਾਂ ਦਾ ਕੰਮ ਜਿੱਦਾਂ ਜਿਹੜੀ ਮੋਹਨ ਸਿੰਘ ਫਾਊਂਡੇਸ਼ਨ ਹੈ, ਜਸਵਾਲ ਦੇ ਨਾਲ ਚੱਲਦੀ ਹੁੰਦੀ ਸੀ, ਭਾਜੀ ਵੀ ਉੱਥੇ ਨਾਟਕ ਕਰਨ ਜਾਂਦੇ ਹੁੰਦੇ, ਆਪਾਂ ਸਾਰੇ ਕਰਦੇ ਰਹੇ ਆ। ਉਹ ਚਲੇ ਗਏ, ਉਸ ਤੋਂ ਬਾਅਦ ਉਹਦਾ ਭੋਗ ਪੈ ਗਿਆ। ਪਲਸ ਮੰਚ ਵੀ ਸੈਂਸੇ ਦੀ ਉਧਰ ਨੂੰ ਜਾ ਰਹੀ ਆ, ਥੋੜਾ ਜਿਹਾ ਇਹਦਾ ਘੇਰਾ ਜਿਹੜਾ ਨਾ ਮੋਕਲਾ ਨਹੀਂ ਹੋ ਰਿਹਾ, ਬਹੁਤ ਸੰਕੋਚਵਾਂ ਜਿਹਾ ਹੋ ਗਿਆ ਆ, ਇਹਦੇ ਉੱਤੇ ਕੰਮ ਕਰਨ ਦੀ ਲੋੜ ਆ। ਬਾਕੀ ਹੰਸਾ ਸਿੰਘ ਹੋਣਾ ਦੀ ਥੀਏਟਰ ਘਾਲਣਾ ਨੂੰ ਸਲਾਮ ਹੈ ਸਾਡਾ ਜੀ, ਜਿੰਦਾਬਾਦ। ਸੋ ਬਹੁਤ ਸ਼ੁਕਰੀਆ ਹੀਰਾ। ਤੁਸੀਂ ਭਾਜੀ ਇੱਕ ਗੱਲ ਮੈਂ ਸਿਰਫ ਕਹਿਣਾ ਚਾਹਾਂਗੀ, ਜੀ ਜੀ, ਇੱਕ ਉਹ ਸਮਾਂ ਸੀ ਯੂਥ ਫੈਸਟੀਵਲਸ ਦੇ ਵਿੱਚ ਜਦੋਂ ਤੁਹਾਡਾ ਬ੍ਰਾਂਡ ਬੋਲਦਾ ਸੀ, ਤੇ ਤੁਹਾਡੇ ਤੋਂ ਬਾਅਦ ਲੱਕੀ ਕ੍ਰਾਂਤੀ ਨੇ ਇੱਕ ਯੂਥ ਫੈਸਟੀਵਲਾਂ ਦੇ ਵਿੱਚ ਇੱਕ ਵੱਖਰਾ ਸਟਾਈਲ ਜਿਹੜਾ ਹੈ ਉਹ ਐਸਾ ਨਿਸ਼ਚਿਤ ਕਰ ਦਿੱਤਾ ਸੀ ਕਿ ਹਰ ਬੰਦਾ ਉਸ ਚੀਜ਼ ਨੂੰ ਕਾਪੀ ਕਰਨ ਲੱਗ ਪਿਆ ਸੀ। ਮਤਲਬ ਪਹਿਲਾਂ ਇਹ ਤੁਹਾਡਾ ਸੀਗਾ ਆਪਣਾ ਇੱਕ ਬ੍ਰਾਂਡ, ਉਸ ਤੋਂ ਬਾਅਦ ਲੱਕੀ ਕ੍ਰਾਂਤੀ ਨੇ ਵੀ ਇਸ ਥੀਏਟਰ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ, ਔਰ ਬੜੇ ਡਿਸਪਲਿਨ ਦੇ ਨਾਲ ਮਿਹਨਤ ਕੀਤੀ ਹੈ। ਜਿਸ ਤਰ੍ਹਾਂ ਮੈਂ ਐਡਮਾਇਰ ਕਰਦੀ ਹਾਂ, ਜਿੱਦਾਂ ਲੱਕੀ ਨੇ ਹੁਣੇ ਕਿਹਾ ਹੈ ਕਿ ਤੁਸੀਂ ਜਦੋਂ ਰਿਹਰਸਲ ਕਰਵਾਉਂਦੇ ਸੀ, ਮੈਨੂੰ ਯਾਦ ਹੈ ਤੁਸੀਂ HMB ਕਾਲਜ ਦੇ ਵਿੱਚ ਬੰਦ ਅੰਧੇਰੋਂ ਮੇਂ ਇੱਕ ਪਲੇ ਕਰਵਾਇਆ ਸੀ। ਜੀ ਜੀ ਜੀ। ਤੇ ਉਹਦੇ ਵਿੱਚ ਮੈਂ ਕਿਉਂਕਿ ਥੀਏਟਰ ਦੇ ਨਾਲ ਐਜ਼ ਏ ਇੰਚਾਰਜ ਕੰਮ ਕਰਦੀ ਸੀ ਉਹਨਾਂ ਦਿਨਾਂ 'ਚ, ਤੇ ਤੁਹਾਡਾ ਇਹ ਨਿਸ਼ਚਿਤ ਹੁੰਦਾ ਸੀ ਕਿ ਮੈਂ 1 ਵਜੇ ਪਹੁੰਚਣਾ, ਤੇ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਨੂੰ ਪਤਾ ਉਸ ਪਲੇ ਦਾ ਸੈੱਟ ਬਹੁਤ ਵੱਡਾ ਸੀਗਾ, ਬਹੁਤ ਭਾਂਡੇ ਟਿੰਡੇ ਬੜਾ ਕੁਝ ਸੀਗਾ, ਵੱਡੀਆਂ ਵੱਡੀਆਂ ਗਾਗਰਾਂ। ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਡਾਇਰੈਕਟਰ ਦੇ ਨਾਲ ਅਸੀਂ ਏਦਾਂ ਕੰਮ ਕੀਤਾ ਹੋਵੇ ਵੀ ਉਹਦੇ ਆਉਣ ਤੋਂ ਪਹਿਲਾਂ ਸਟੇਜ ਰੈਡੀ ਹੈ, ਵੀ ਤੁਸੀਂ ਬਿਲਕੁਲ ਕੋਈ ਟਾਈਮ ਵੇਸਟੇਜ ਨਹੀਂ, ਕੁਝ ਨਹੀਂ, ਆਏ 1 ਘੰਟਾ ਰਿਹਰਸਲ ਕਰਵਾਈ, ਚਲੋ ਕੰਮ ਖਤਮ। ਨਾਰਮਲੀ ਕੀ ਹੁੰਦਾ ਹੈ ਕਿ ਲੋਕ ਕਈ ਵਾਰੀ ਸਾਰਾ ਦਿਨ ਬੈਠੇ ਰਹਿੰਦੇ ਨੇ, ਪਰ ਮੈਂ ਉਹ ਕਹਿੰਦੀ ਹਾਂ ਕਿ ਉਹ ਜਿਹੜੀ ਚੀਜ਼ ਹੈ ਉਹ ਆਉਂਦੇ ਆ ਬਸ। ਤੇ ਉਸ ਸਟਾਈਲ ਦੇ ਵਿੱਚ ਲੱਕੀ ਕ੍ਰਾਂਤੀ ਨੇ ਵੀ ਬਹੁਤ ਮਿਹਨਤ ਕੀਤੀ ਹੈ ਯੂਥ ਫੈਸਟੀਵਲਾਂ ਦੇ ਵਿੱਚ, ਔਰ ਇਹਨਾਂ ਨੇ ਆਪਣਾ ਇੱਕ ਬਹੁਤ ਨਾਮ ਕਮਾਇਆ। ਬਿਲਕੁਲ ਬਿਲਕੁਲ, ਨਹੀਂ ਬਿਲਕੁਲ, ਇਹ ਬੱਚੇ ਬਹੁਤ ਵਧੀਆ, ਇਹਨਾਂ ਸੋਹਣੇ ਕੰਮ ਕੀਤੇ ਆ। ਸੋ ਬਹੁਤ ਸ਼ੁਕਰੀਆ ਦੋਸਤੋ, ਅੱਜ ਆਪਣੀਆਂ ਬਹੁਤ ਸੋਹਣੀਆਂ ਗੱਲਾਂ ਹੋਈਆਂ ਕਈ ਪੜਾਵਾਂ ਦੀਆਂ, ਇੱਕ ਕਮਿਟਮੈਂਟ ਦੇ ਥੀਏਟਰ ਬਾਰੇ ਵੀ। ਤੇ ਆਪਾਂ ਕੱਲ ਫੇਰ ਮਿਲਾਂਗੇ। ਕੱਲ ਸਾਡੇ ਨਾਲ ਜੁੜਨਗੇ ਮਾਸਟਰ ਤਰਲੋਚਨ ਜੀ ਸਮਰਾਲੇ ਤੋਂ, ਔਰ ਉਸ ਤੋਂ ਅਗਲੇ ਦਿਨ ਪਰਸੋਂ ਸ਼ਨੀਵਾਰ ਨੂੰ ਸਾਡੇ ਨਾਲ ਖੰਨੇ ਤੋਂ ਜਗਦੀਸ਼ ਖੰਨਾ ਹੋਰੀ, ਉਹ ਆਪਣੇ ਸਫ਼ਰ ਦੀਆਂ ਗੱਲਾਂ ਕਰਨਗੇ, ਆਪਣੇ ਰੰਗ ਸੰਘਰਸ਼ ਦੀਆਂ ਸਾਡੇ ਨਾਲ ਗੱਲਾਂ ਕਰਨਗੇ। ਸੋ ਬਹੁਤ ਸ਼ੁਕਰੀਆ। ਸੋ ਕੱਲ ਮਿਲਦੇ ਆਪਾਂ। ਕੁਮਾਰ ਪਵਨਦੀਪ ਅਮਰੀਕਾ ਤੋਂ ਸਾਡੇ ਨਾਲ ਜੁੜਿਆ ਹੋਇਆ ਲੰਬੇ ਪੈ ਕੇ ਬੈੱਡ ਤੇ। ਸੋ ਕੁਮਾਰ ਪਵਨਦੀਪ ਥੋੜਾ ਟਾਈਮ ਸਿਰ ਆਇਆ ਕਰ ਯਾਰ, ਪਹਿਲੇ ਉੱਠ ਪਿਆ ਕਰੋ ਜਲਦੀ, ਬਾਅਦ ਚ ਲੰਬੇ ਪੈ ਜਾਂਦੇ ਹੋ ਤੁਸੀਂ। ਬਹਿ ਕੇ ਗੱਲਾਂ ਸੁਣਿਆ ਕਰੋ, ਪਾਰਟਿਸਿਪੇਟ ਕਰਿਆ ਕਰੋ। ਅਸੀਂ ਸਰਵਣ ਕਰਦੇ ਆ ਤੁਹਾਡੀਆਂ ਗੱਲਾਂ। ਮੈਂ ਕੀਰਤਨ ਕਰਨ ਡਿਆ ਜਿਹੜਾ ਸਰਵਣ ਕਰਦਾ ਤੂੰ। ਤੁਸੀਂ ਕੀਰਤਨ ਤੋਂ ਘੱਟ ਵੀ ਕਿੱਥੇ ਹੋ ਮਹਾਰਾਜ, ਸੰਸਥਾ ਹੋ ਤੁਸੀਂ। ਚਲੋ ਥੈਂਕ ਯੂ ਦੋਸਤੋ। ਕੱਲ ਮਿਲਦੇ ਆਪਾਂ, ਮਾਸਟਰ ਤਰਲੋਚਨ ਹੋਰਾਂ ਨਾਲ ਗੱਲਾਂ ਕਰਾਂਗੇ 5 ਤੋਂ 6 ਵਜੇ। ਸ਼ੁਕਰੀਆ, ਬਹੁਤ ਸ਼ੁਕਰੀਆ।